संत बाबा जरनैल सिंह जी खालसा डरावण का संबंध है। उस स्टेज ते अलानिया कहते रहे जम्मिया अकाली सी, अज अकाली हाँ ते मरांगा अकाली, ये लफ्ज कहते थे। अज असीं इंदिरा गांधी नूं मां भी कहने, इंदिरा गांधी दी बरसियां भी पंजाब दी धरती ते मनाउने आ। साडे वड्डे वड्डे अपने आप नूं सिख आगू कहाउण वाले उहदे गल 'च जाके मलावां भी पाउंदे ने ते इंदिरा मां जब तक सूरज चांद रहेगा इंदिरा मां तेरा नाम रहेगा, ਇਹਦੇ ਨਾਰੇ ਵੀ ਲਾਉਂਦੇ। ਸਾਰੇ ਕਹਿ ਸਕਦੇ ਆ ਆਪਾਂ ਵੀ ਗਦਾਰਾਂ ਦੀ ਘਾਟ ਨਹੀਂ, ਜਿੱਥੇ ਕੁਰਬਾਨੀਆਂ ਨੇ ਉੱਥੇ ਨਾਲ ਗਦਾਰ ਵੀ ਹੈਗੇ। ਇੱਥੇ ਗੱਲਾਂ ਕਰ ਦੇਣੀਆਂ ਸੌਖੀਆਂ ਨੇ ਤੇ ਮੈਂ ਤਾਂ ਸਿੱਧਾ ਸੱਦਾ ਦੇਣਾ, ਜਿਹੜੇ ਲੋਕ ਕਹਿੰਦੇ ਆ ਅਜੇ ਬੜੇ ਸਿੱਖ ਦੁਸ਼ਮਣ ਬੈਠੇ ਆ ਜਾਓ, ਆਓ ਲੜੋ, ਕਰੋ ਕੁਛ ਕਰਕੇ ਤੇ ਵਿਖਾਓ। ਪਰ ਜਿਹੜਾ ਫਰਜ਼ ਬਣਦਾ ਸੀ ਉਸ ਸਮੇਂ ਦੇ ਜਥੇਦਾਰ ਸਾਹਿਬ, ਇੰਦਰਾ ਗਾਂਧੀ ਨੂੰ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦੇਣਾ ਚਾਹੀਦਾ ਸੀ। ਉਸ ਸਮੇਂ ਦੀ ਕੇਂਦਰੀ ਹਕੂਮਤ ਨੂੰ ਸਿੱਖਾਂ ਦਾ ਸਿੱਖ ਵਿਰੋਧੀ ਕਰਾਰ ਦੇਣਾ ਚਾਹੀਦਾ ਸੀ। ਸਿਰ ਵੀ ਇਹ ਆਉਂਦਾ ਹੈ ਵੀ ਤੁਸੀਂ ਹੱਥ ਖੜੇ ਕਰਕੇ ਬਾਹਰ ਨਿਕਲ ਗਏ ਸੀਗੇ, ਫੇਸਬੁੱਕ ਦੇ ਉੱਪਰ ਇਦਾਂ ਦੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ। ਦੇਖੋ ਮੇਰਾ ਖਿਆਲ ਹੈ ਕਿ ਕੌਮ ਜਿਹੜੀ ਹੈ ਨਾ ਸਾਡੀ, ਤੁਸੀਂ ਮੈਨੂੰ ਦੱਸ ਦਿਓ ਕਿ ਜਿਹੜੇ ਪੁਰਾਣੇ ਸੰਘਰਸ਼ੀ ਸਿੱਖ ਸੀਗੇ ਅੱਜ ਘਰਾਂ 'ਚ ਕਿਉਂ ਬਹਿ ਗਏ? ਉਹਨਾਂ ਨੂੰ ਤੁਸੀਂ ਵਡਿਆਈ ਦੇਣ ਦੀ ਥਾਂ ਤੇ, ਉਹਨਾਂ ਨੂੰ ਤੁਸੀਂ ਮਾਣ ਦੇਣ ਦੀ ਥਾਂ ਤੇ, ਉਹਨਾਂ ਨੂੰ ਤੁਸੀਂ ਸਤਿਕਾਰ ਦੇਣ ਦੀ ਥਾਂ ਤੇ, ਜਿਨ੍ਹਾਂ ਨੇ ਤਸ਼ੱਦਦ ਵੀ ਝੱਲੇ, ਜੇਲ੍ਹਾਂ ਵੀ ਕੱਟੀਆਂ, ਕੇਸ ਵੀ ਭੁਗਤੇ, ਘਰਾਂ ਦੇ ਉਜਾੜੇ ਵੀ ਕੀਤੇ, ਤੇ ਤੁਸੀਂ ਜੋ ਤਮਗੇ ਇਹੋ ਜਿਹੇ ਪਾਓਗੇ ਤੇ ਫਿਰ ਜਜ਼ਬੇ ਖਤਮ ਹੀ ਹੋਣਗੇ ਨਾ। ਮੈਂ ਹੁਣ ਭਾਈ ਸੁਖਦੇਵ ਸਿੰਘ ਬੱਬਰ ਹੋਰਾਂ ਬਾਰੇ ਕਿਹਾ ਕਿ ਉਹ ਜਲਦੀ ਲੜਾਈ ਛੱਡ ਕੇ ਵਿੱਚੋਂ ਨਿਕਲ ਗਏ, ਕੀ ਉਹ ਕੌਮ ਦੇ ਗਦਾਰ ਸੀ? ਸਵਾਲ ਬਣਦਾ ਕਿ ਕੌਮ ਦੇ ਗਦਾਰ ਸੀਗੇ? ਜਿੱਡਾ ਵੱਡਾ ਉਹ ਇਤਿਹਾਸ ਰਚ ਕੇ ਗਏ ਨੇ, ਜਿੱਡੇ ਵੱਡੇ ਉਹਨਾਂ ਨੇ ਪੰਥਕ ਸੰਘਰਸ਼ ਲੜਿਆ ਆ, ਜਿੱਡੀ ਵੱਡੀ ਉਹਨਾਂ ਨੇ ਅਗਵਾਈ ਦਿੱਤੀ ਆ, ਉਸ ਸਮੇਂ ਫਿਰ ਬਾਅਦ ਦੇ ਵਿੱਚ ਸਿੱਖ ਦੁਸ਼ਮਣ ਤਾਕਤਾਂ ਦੇ ਨਾਲ, ਸਿੱਖ ਵਿਰੋਧੀ ਸ਼ਕਤੀਆਂ ਦੇ ਨਾਲ, ਸਿੱਖ ਵਿਰੋਧੀ ਲੋਕਾਂ ਦੇ ਨਾਲ ਜਿਸ ਤਰ੍ਹਾਂ ਦੀ ਲੜਾਈ ਉਹਨਾਂ ਨੇ ਲੜੀ ਹੈ, ਤੇ ਫਿਰ ਇਹ ਤਾਂ ਕਹਿ ਦਿਓ ਕਿ ਭਾਈ ਸੁਖਦੇਵ ਸਿੰਘ ਜਿਹੜਾ ਬੱਬਰ ਆ ਉਹ ਤੇ ਯਾਰ ਕੌਮ ਦਾ ਗਦਾਰ ਸੀ, ਚੱਲਦੀ ਲੜਾਈ ਵਿੱਚ ਛੱਡ ਕੇ ਚਲਾ ਗਿਆ। ਤੇ ਅਸੀਂ ਤੇ ਆਪਣੇ ਆਪ ਨੂੰ ਵੀ ਮਿੱਥ ਕੇ ਬੈਠੇ ਸੀਗੇ ਕਿ ਜਾਂ ਜਿੱਤਾਂਗੇ ਤੇ ਜਾਂ ਮਰਾਂਗੇ, ਇਹ ਮਿੱਥ ਕੇ ਬੈਠੇ ਸੀਗੇ। ਮਤਲਬ ਮੈਂ ਤੁਹਾਨੂੰ ਦੱਸਣ ਡਿਆ ਕਿ ਸਾਡੇ ਦੋ ਫੈਡਰੇਸ਼ਨ ਦੇ ਆਗੂ ਸਾਹਿਬਾਨ ਮੇਰੇ ਕੋਲੋਂ ਸਾਹਮਣੇ ਨਿਕਲੇ ਆ, ਮੈਨੂੰ ਕਹਿ ਕੇ ਨਿਕਲੇ ਆ ਆਓ ਚੱਲੀਏ, ਹੁਣ ਕੋਈ ਫਾਇਦਾ ਨਹੀਂ ਕਿ ਲੜਾਈ ਲੜਨ ਦਾ। ਹਾਂਜੀ, ਅੱਜ ਵੀ ਉਹ ਹੈਗੇ ਨੇ, ਦੋਨੋਂ ਹੈਗੇ ਨੇ, ਅੱਜ ਵੀ ਨੇ। ਉਹ ਸਾਡੇ ਸਾਹਮਣੇ ਸਾਨੂੰ ਕਹਿ ਕੇ ਨਿਕਲੇ ਆ ਵੀ ਉਹ ਨਿਕਲ ਗਿਆ ਤੇ ਆ ਜਾਓ, ਰਸਤਾ ਹੈਗਾ, ਨਿਕਲ ਸਕਦੇ ਆ। ਉਹਨਾਂ ਨੂੰ ਜਵਾਬ ਦਿੱਤਾ, ਜਿਉਂਦੇ ਜਾਗਦੇ ਨੇ, ਤੇ ਪੁੱਛ ਕੇ ਦੇਖ ਲਿਆ, ਉਹਨਾਂ ਨੂੰ ਕਿਹਾ ਸੀਗਾ ਜਾਂ ਜਿੱਤਾਂਗੇ ਜਾਂ ਮਰਾਂਗੇ। ਜੇਲ੍ਹਾਂ ਦੇ ਵਿੱਚ ਲੈ ਕੇ, ਜਿੱਥੇ ਸਾਡੀ 6-7 ਮਹੀਨੇ ਇੰਟਰੋਗੇਸ਼ਨ ਚੱਲਦੀ ਰਹੀ ਹੈ, ਹਿੰਦੁਸਤਾਨ ਦੀ ਕੋਈ ਏਜੰਸੀ, ਚਾਹੇ CBI ਸੀ, ਚਾਹੇ IB ਸੀ, ਚਾਹੇ ਰॉ ਸੀਗੀ, ਚਾਹੇ ਮਿਲਟਰੀ ਏਜੰਸੀਆਂ ਸੀਗੀਆਂ, ਕਿਸੇ ਨੇ ਕੋਈ ਕਸਰ ਨਹੀਂ ਛੱਡੀ। 6 ਤੋਂ 7 ਮਹੀਨੇ ਸਾਡੀਆਂ ਇੰਟਰੋਗੇਸ਼ਨਾਂ ਹੋਈਆਂ ਔਰ ਸਾਨੂੰ ਅਜਿਹੇ ਹਾਲਾਤਾਂ 'ਚ ਰੱਖਿਆ। ਇੰਦਰਾ ਗਾਂਧੀ ਦਾ ਕਤਲ ਜਿਹੜਾ 31 ਅਕਤੂਬਰ 1984 ਨੂੰ ਹੁੰਦਾ, ਤੇ ਮੇਰੇ ਵਰਗੇ ਨੂੰ 6 ਦਸੰਬਰ 1984 ਨੂੰ ਸਵਾ ਮਹੀਨੇ ਬਾਅਦ ਪਤਾ ਲੱਗਦਾ। ਤੇ ਫਿਰ ਉੱਥੇ ਉੱਠ ਕੇ ਕਹਿ ਦੇਣਾ ਜੀ ਆ ਜੀ ਫਲਾਣਾ ਜੀ, ਬਾਹਾਂ ਖੜੀਆਂ ਕਰਕੇ ਆ ਗਏ। ਤੇ ਇਹਦਾ ਮਤਲਬ ਫਿਰ ਭਾਈ ਸੁਖਦੇਵ ਸਿੰਘ ਜਿਹੜਾ ਸੁੱਖਾ ਹੈ, ਲਾਭ ਸਿੰਘ ਪੰਜਵੜਿਆ, ਤੇ ਫਿਰ ਉਹਨਾਂ ਨੇ ਕਿਹਾ ਵੀ ਸਿੰਘੋ ਹੁਣ ਪੌੜੀਆਂ ਉਹ ਮੇਰੇ ਨਾਲ ਉਤਰਿਆ ਜੇ ਜਿੰਨਾ ਸ਼ਹੀਦ ਹੋਣਾ, ਤੇ ਜਿਹਨੇ ਮੁੜਨਾ ਹੁਣ ਉਹ ਮੁੜ ਸਕਦੇ ਜੀ, ਮੇਰੇ ਵੱਲੋਂ ਕੋਈ ਇਤਰਾਜ਼ ਨਹੀਂ, ਮੇਰੇ ਵੱਲੋਂ ਛੁੱਟੀ ਹੈ। ਉੱਥੇ ਨਾਲੋਂ ਪੌੜੀਆਂ 'ਚੋਂ ਜਿਹੜੇ ਸ਼ਹੀਦ ਹੋਣ ਵਾਲੇ ਸੀ ਪਛਾਣ ਉਤਰ ਗਏ ਆ, ਤੇ ਕੁਝ ਸਿੰਘ ਜਿਹੜੇ ਆ ਉੱਥੋਂ ਪੌੜੀਆਂ ਉਤਰਨ ਦੀ ਬਜਾਏ ਪਛਾਣ ਨੂੰ ਨਿਕਲ ਗਏ। ਜਦੋਂ ਜਾਣਾ ਆ ਰਾਤ ਨੂੰ ਵਚਨ ਵਿਲਾਸ ਵੀ ਚੱਲਦੇ ਰਹਿਣੇ, 2-2 3-3 ਸਿੰਘ ਅਸੀਂ ਲੱਗੇ ਹੋਣਾ, ਕਿਸੇ ਨੇ ਸੱਜੀ ਲੱਤ ਫੜ ਲੈਣੀ, ਕਿਸੇ ਨੇ ਖੱਬੀ ਫੜ ਲੈਣੀ, ਕਿਸੇ ਨੇ ਬਾਂਹ ਫੜ ਲੈਣੀ। ਮਤਲਬ ਇਹ ਤਰ੍ਹਾਂ ਨਿੱਕੇ ਨਿੱਕੇ ਵਚਨ ਵੀ ਕਰਦੇ ਰਹਿਣਾ, ਹੱਸਦੇ ਵੀ ਰਹਿਣਾ ਤੇ ਸਲਾਹਾਂ ਵੀ ਕਰਦੇ ਰਹਿਣਾ। ਇਹ ਮਹਾਂਪੁਰਸ਼ਾਂ ਦਾ ਸੀਗਾ। ਮਤਲਬ ਯਾਰ ਮੈਂ ਤੁਹਾਨੂੰ ਉਹ ਜਿਹੜਾ ਹੈ ਨਾ, ਦਿਲ ਕਰਦਾ ਦੁਬਾਰਾ ਫੇਰ ਵਾਪਸ ਜਾਣ ਨੂੰ, ਉਹ ਬਿਆਨ ਹੀ ਨਹੀਂ ਕਰ ਸਕਦਾ। ਉਹ ਜਿਹੜਾ ਮੌਕਾ ਜੇ ਕਿਤੇ ਮਹਾਰਾਜ ਦੇ ਦੇਣਾ, ਜਿਹੜੀ ਮਹਾਂਪੁਰਸ਼ਾਂ ਦੀ ਸੰਗਤ ਹੈ, ਉਸੇ ਤਰ੍ਹਾਂ ਦਾ ਹੀ ਸਾਰਾ ਮਾਹੌਲ ਬਣ ਜੇ, ਤੇ ਮੇਰੇ ਹੱਥ ਤੇ ਮੈਂ ਕਹਿੰਦਾ ਕਿ ਸੱਚੇ ਪਾਤਸ਼ਾਹ ਨੇ ਮੈਨੂੰ ਸਭ ਕੁਝ ਦਿੱਤਾ। ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਯਾਦ ਕਰਦਿਆਂ ਹੋਇਆਂ ਉਹ ਚਿਹਰਾ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਜੋ ਹਰ ਇੱਕ ਨੂੰ ਪਿਆਰ ਕਰਦਾ ਹੈ। ਕੀ ਹਿੰਦੂ ਹੋਵੇ, ਕੀ ਮੁਸਲਮਾਨ ਹੋਵੇ, ਹਰ ਇੱਕ ਬਾਬਾ ਜਰਨੈਲ ਸਿੰਘ ਜੀ ਦੇ ਫੈਨ ਵੀ ਰਹੇ ਨੇ।
ਸਬੂਤ ਇਸ ਗੱਲ ਦੇ ਨੇ ਕਿ ਬਾਬਾ ਜਰਨੈਲ ਸਿੰਘ ਜੀ ਨੇ ਬਕਾਇਦਾ ਮੰਦਿਰ ਵੀ ਬਣਾ ਕੇ ਦਿੱਤਾ, ਜੇਲ੍ਹ ਦੇ ਵਿੱਚ ਮਸਜਿਦ ਵੀ ਬਣਾ ਕੇ ਦਿੱਤੀ। ਜਦੋਂ ਮੁਸਲਮਾਨ ਵੀਰਾਂ ਨੇ ਆ ਕੇ ਕਿਹਾ ਸਾਨੂੰ ਮਸਜਿਦ ਦੀ ਲੋੜ ਹੈ, ਇੱਥੋਂ ਪਤਾ ਲੱਗਦਾ ਹੈ ਕਿ ਹਰ ਧਰਮ ਨੂੰ ਪਿਆਰ ਕਰਦੇ ਸਨ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ। ਲੰਮਾ ਸਮਾਂ ਨਾਲ ਰਹੇ ਨੇ ਬਿਰਸਾ ਸਿੰਘ ਜੀ ਬਲਟੋਹਾ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਮਿਹਰਬਾਨੀ ਜੀ, ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ੁਰੂਆਤੀ ਦੌਰ ਦੀ ਜੇ ਆਪਾਂ ਮੁਲਾਕਾਤ ਦੀ ਗੱਲ ਕਰੀਏ, ਬਾਬਾ ਜਰਨੈਲ ਸਿੰਘ ਜੀ ਦੇ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਮੁਲਾਕਾਤ ਕਿਵੇਂ ਰਹੀ? ਦੇਖੋ, ਜਿੱਥੋਂ ਤੱਕ ਸਾਡੇ ਪਰਿਵਾਰ ਦੀ ਗੱਲ ਹੈ, ਸਾਡਾ ਪਰਿਵਾਰ ਸ਼ੁਰੂ ਤੋਂ ਹੀ ਦਮਦਮੇ ਟਕਸਾਲ ਦੇ ਨਾਲ ਜੁੜਿਆ ਹੋਇਆ ਸੀ, ਔਰ ਖਾਸ ਕਰਕੇ ਵੱਡੇ ਮਹਾਂਪੁਰਸ਼ਾਂ ਤੋਂ ਸੰਤ ਬਾਬਾ ਕਰਤਾਰ ਸਿੰਘ ਹੋਰਾਂ ਦੇ ਵੇਲੇ ਤੋਂ। ਔਰ ਮੈਂ ਅੰਮ੍ਰਿਤ ਵੀ ਪਾਣ ਜਿਹੜਾ ਆ ਬਚਪਨ ਦੇ ਵਿੱਚ ਹੀ, ਲੇਕਿਨ ਮੇਰੀ ਉਦੋਂ 12-13 ਸਾਲ ਦੀ ਉਮਰ ਸੀ, ਉਹ ਵੀ ਮੈਂ ਸੰਤ ਕਰਤਾਰ ਸਿੰਘ ਹੋਰਾਂ ਕੋਲੋਂ ਕੀਤਾ ਸੀਗਾ। ਔਰ ਜਦੋਂ ਟਕਸਾਲ ਨਾਲ ਜੁੜੇ ਹੋਣ ਕਰਕੇ ਹੀ, ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਚੜ੍ਹਾਈ ਕਰਦੇ ਨੇ ਔਰ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਜਿਹੜੀ ਹੈ ਟਕਸਾਲ ਦੀ ਜ਼ਿੰਮੇਵਾਰੀ ਮਿਲਦੀ ਹੈ, ਉਸ ਦਿਨ ਮੈਂ ਉੱਥੇ ਹਾਜ਼ਰ ਸੀ। ਔਰ ਜਿਸ ਦਿਨ ਮਹਾਂਪੁਰਸ਼ਾਂ ਦਾ ਬਾਬਾ ਕਰਤਾਰ ਸਿੰਘ ਹੋਰਾਂ ਦਾ ਅੰਤਿਮ ਸੰਸਕਾਰ ਹੋਇਆ ਸੀਗਾ, ਅਤੇ ਬਾਕੀ ਜਿੱਥੇ ਸੰਗਤਾਂ ਦਾ ਅਥਾਹ ਸਮੁੰਦਰ ਸੀਗਾ, ਅਤੇ ਉੱਥੇ ਗੱਲ ਚੱਲਦੀ ਸੀ ਵੀ ਅਗਲੀ ਜ਼ਿੰਮੇਵਾਰੀ ਕਿਹਨੂੰ ਮਿਲੂਗੀ। ਅਸੀਂ ਭਾਵੇਂ ਛੋਟੇ ਸੀਗੇ ਉਦੋਂ, ਅਤੇ ਜਿਹੜੇ ਜਥੇ ਦੇ ਵਿੱਚ ਰਹੇ ਹੋਏ ਸਿੰਘ ਸੀਗੇ, ਅਤੇ ਉਹ ਇਸ਼ਾਰਾ ਕਰਦੇ ਸੀ ਭਾਈ ਜਰਨੈਲ ਸਿੰਘ ਬਣਨਗੇ। ਜਾਣੀ ਕਿ ਸਾਰਿਆਂ ਨੂੰ ਪਹਿਲਾਂ ਹੀ ਉਮੀਦ ਸੀਗੀ ਵੀ ਹਾਂ, ਇਸ਼ਾਰੇ ਪਹਿਲਾਂ ਹੀ ਹੋਣੇ ਸ਼ੁਰੂ ਹੋ ਗਏ ਸੀ, ਹੋ ਰਿਹਾ ਸੀਗਾ। ਅਤੇ ਇਹਨਾਂ ਦਾ ਹੁਲੀਆ ਦੇਖ ਕੇ, ਕਿਉਂਕਿ ਬੜਾ ਸਾਦਾ ਸੀਗਾ, ਇੱਕ ਮਹਾਂਪੁਰਸ਼ਾਂ ਦਾ ਰੰਗ ਵੀ ਥੋੜ੍ਹਾ ਜਿਹਾ ਸਾਂਵਲਾ ਸੀਗਾ, ਅਤੇ ਭਾਵੇਂ ਕਿ ਇਹਨਾਂ ਦੇ ਉੱਤੇ ਵੀ ਇੱਕ ਇਲਾਹੀ ਨੂਰ ਸੀਗਾ ਸਿਮਰਨ ਦਾ, ਬੰਦਗੀ ਦਾ, ਜਿਹੜਾ ਸਿੱਖੀ ਜਜ਼ਬੇ ਕਰਕੇ। ਪਰ ਦੂਸਰੇ ਬੰਨੇ ਜਦੋਂ ਸਾਡੇ ਵਰਗੇ ਬਚਪਨੇ ਦੇ ਵਿੱਚ ਵਹਿੰਦੇ ਸੀਗੇ, ਇੱਕ ਸੰਤ ਕਰਤਾਰ ਸਿੰਘ ਹੋਰਾਂ ਦਾ ਜਿਹੜਾ ਇੱਕ ਅਲੌਕਿਕ ਨੂਰ ਨਜ਼ਰ ਆਉਂਦਾ ਹੁੰਦਾ ਸੀਗਾ ਉਹਨਾਂ ਦੇ, ਮਤਲਬ ਸੁਹੱਪਣ ਵੀ ਦੁਨੀਆ ਦਾ ਸਭ ਤੋਂ, ਜੇ ਕਹਿ ਦਈਏ ਕਿ ਖੂਬਸੂਰਤ ਸਿੱਖਾਂ ਦੇ ਵਿੱਚੋਂ, ਜੇ ਆਪਾਂ ਕਹਿ ਦਈਏ ਕਿ ਇੱਕ ਵੱਖਰੀ ਦਿੱਖ ਵਾਲੇ ਸੀਗੇ, ਤਾਂ ਸਾਡੇ ਵਰਗੇ ਨੂੰ ਮਹਿਸੂਸ ਹੋਇਆ ਕਿ ਯਾਰ ਸੰਤ ਕਰਤਾਰ ਸੋਰੀ, ਇਹ ਬਾਬੇ ਭਾਈ ਜਰਨੈਲ ਸੋਰੀ, ਯਾਰ ਇਹ ਗੱਲ ਜੀ ਜੱਚਦੀ ਨਹੀਂ। ਪਰ ਕਿਉਂਕਿ ਅਸੀਂ ਜੀਵਨ ਬਾਰੇ ਜ਼ਿਆਦਾ ਜਾਣਦੇ ਨਹੀਂ ਸੀਗੇ ਉਦੋਂ, ਅਤੇ ਜਿਵੇਂ ਫਿਰ ਜੋ ਕੁਛ ਉਹਨਾਂ ਨੇ ਜਲਵਾ ਦਿਖਾਇਆ ਹੈ ਸੰਤ ਬਾਬਾ ਜਰਨੈਲ ਸੋਹਰਾ ਨੇ, ਜਿਸ ਤਰ੍ਹਾਂ ਦੀ ਉਹਨਾਂ ਨੇ ਕੌਮ ਨੂੰ ਅਗਵਾਈ ਦਿੱਤੀ ਹੈ, ਕੌਮ ਦੇ ਵਿੱਚ ਇੱਕ ਵੱਖਰੀ ਰੂਹ ਫੂਕੀ ਹੈ, ਅਤੇ ਫਿਰ ਤਾਂ ਇੱਕ ਲਾਮਿਸਾਲ ਇਤਿਹਾਸ ਹੀ ਸਿਰਜ ਕੇ ਰੱਖ ਦਿੱਤਾ ਹੈ। ਔਰ ਜਿੱਥੋਂ ਤੱਕ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਦੀ ਗੱਲ ਕੀਤੀ, ਮੈਂ ਤਾਂ ਪਹਿਲੀ ਵਾਰ ਅੱਗੇ ਪਿੱਛੇ ਵੀ ਕੀਤੇ ਹੋਣ, ਤਾਂ ਮੈਨੂੰ ਧਿਆਨ ਨਹੀਂ ਕਿ ਜਿਸ ਦਿਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਅੰਤਿਮ ਸੰਸਕਾਰ ਹੋ ਰਿਹਾ ਸੀਗਾ, ਔਰ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੇ ਚਿਖਾ ਦੇ ਨੇੜੇ ਸੀਗੇ, ਅਤੇ ਉੱਥੇ ਉਹਨਾਂ ਦੇ ਪਹਿਲੀ ਵਾਰ ਸਿੱਧੇ ਰੂਪ 'ਚ ਦਰਸ਼ਨ ਕਰਨ ਦਾ ਮੌਕਾ ਮਿਲਿਆ। ਫਿਰ ਜਿਸ ਦਿਨ ਉਹਨਾਂ ਨੂੰ ਦਸਤਾਰ ਬੱਝੀ ਹੈ, ਜ਼ਿੰਮੇਵਾਰੀ ਮਿਲੀ ਹੈ, ਉਸ ਦਿਨ ਦਰਸ਼ਨ ਕਰਨ ਦਾ ਮੌਕਾ ਮਿਲਿਆ। ਔਰ ਫਿਰ ਕਿਉਂਕਿ ਮੈਂ ਉਸ ਸਮੇਂ ਅਜੇ ਸਕੂਲ 'ਚ ਪੜ੍ਹਦਾ ਸੀਗਾ, ਫਿਰ ਸਕੂਲ ਤੋਂ ਬਾਅਦ ਕਾਲਜ ਆ ਗਏ, 1980 'ਚ ਮੈਂ ਕਾਲਜ ਆ ਗਿਆ, ਔਰ ਰਾਬਤਾ ਹਮੇਸ਼ਾ ਹੀ ਟਕਸਾਲ ਦੇ ਨਾਲ ਰਿਹਾ। ਅਤੇ ਕਾਲਜ ਦੇ ਵਿੱਚ ਆਣ ਕੇ ਮੈਂ ਕਾਲਜ ਯੂਨਿਟ ਦਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਬਣਿਆ। ਪਹਿਲੀ ਵਾਰ ਜਿਹੜੀ ਹੈ ਮੈਨੂੰ ਜ਼ਿੰਮੇਵਾਰੀ ਫੈਡਰੇਸ਼ਨ ਦੇ ਵਿੱਚ ਦਿੱਤੀ ਗਈ, ਭਾਵੇਂ ਕਿ ਫੈਡਰੇਸ਼ਨ ਦੇ ਨਾਲ ਅਸੀਂ 1978 ਤੋਂ ਜੁੜ ਗਏ ਸੀਗੇ, ਜਦੋਂ ਭਾਈ ਅਮਰੀਕ ਸਿੰਘ ਹੋਰੀ ਪ੍ਰਧਾਨ ਬਣਦੇ। ਫਿਰ ਜਦੋਂ ਧਰਮ ਜਦੋਂ ਮੋਰਚਾ ਸ਼ੁਰੂ ਹੁੰਦਾ ਹੈ, ਅਤੇ ਫਿਰ ਜਿਹੜੇ ਪਰਿਵਾਰ ਖਾਸ ਕਰਕੇ ਟਕਸਾਲ ਨਾਲ ਜੁੜੇ ਹੋਏ ਸੀ, ਜਾਂ ਜਿਹੜੇ ਨੌਜਵਾਨ ਸਿੱਧੇ ਰੂਪ 'ਚ ਫੈਡਰੇਸ਼ਨ ਨਾਲ ਜੁੜੇ ਹੋਏ ਸੀਗੇ, ਉਹਨਾਂ ਨੇ ਆਪਣੀ ਜਿਹੜੀ ਪਾਰਟੀਸਪੇਸ਼ਨ ਜਿਹੜੀ ਆ ਧਰਮ ਜਦੋਂ ਮੋਰਚੇ ਦੇ ਵਿੱਚ ਨਿਭਾਉਣੀ ਸ਼ੁਰੂ ਕੀਤੀ, ਅਤੇ ਉਹ ਜ਼ਿੰਮੇਵਾਰੀ ਨਿਭਾਉਣ ਵਾਲਿਆਂ 'ਚੋਂ ਮੈਂ ਵੀ ਇੱਕ ਸੀਗਾ। ਭਾਵੇਂ ਕਿ ਉਹਨਾਂ ਦਿਨਾਂ ਦੇ ਵਿੱਚ ਭਾਈ ਅਮਰੀਕ ਸਿੰਘ ਹੋਰੀ ਜੇਲ੍ਹ ਦੇ ਅੰਦਰ ਸੀਗੇ, ਉਹਨਾਂ ਦੀ ਗ੍ਰਿਫਤਾਰੀ ਹੋਈ ਸੀ, ਅਤੇ ਉਹਨਾਂ ਦੀ ਰਿਹਾਈ ਵਾਸਤੇ ਹੀ ਮਹਾਂਪੁਰਸ਼ਾਂ ਨੇ ਮੋਰਚਾ ਲਾਇਆ ਸੀਗਾ। ਔਰ ਸਾਡੀ ਜਿਹੜੀ ਫੈਡਰੇਸ਼ਨ ਦੀ ਟੀਮ ਸੀਗੀ ਉਸ ਸਮੇਂ, ਮੇਰੇ ਤੋਂ
ਸਾਰੇ ਲਗਭਗ ਸੀਨੀਅਰ ਸੀਗੇ, ਚਾਹੇ ਭਾਈ ਹਰਮਿੰਦਰ ਸਿੰਘ ਸੰਧੂ ਸੀਗੇ, ਚਾਹੇ ਭਾਈ ਰਜਿੰਦਰ ਸਿੰਘ ਮਹਿਤਾ ਸੀਗੇ, ਜਾਂ ਹੋਰ ਸੀਗੇ। ਕਾਫੀ ਲੀਡਰਸ਼ਿਪ ਫੈਡਰੇਸ਼ਨ ਦੀ ਉਸ ਸਮੇਂ ਵੀ ਜੇਲ੍ਹਾਂ ਦੇ ਵਿੱਚ ਸੀ। ਅਤੇ ਉਹਨਾਂ ਦੇ ਨਾਲ ਹੀ ਫਿਰ ਮੈਨੂੰ ਜਿਹੜਾ ਧਰਮ ਯੁੱਧ ਮੋਰਚੇ ਦੇ ਵਿੱਚ ਰੋਲ ਅਦਾ ਕਰਨ ਦਾ, ਜਿਹੜੀਆਂ ਸੇਵਾਵਾਂ ਕਰਨ ਦਾ ਮੌਕਾ ਮਿਲਦਾ ਰਿਹਾ। ਇਸ ਤਰ੍ਹਾਂ ਹੀ ਮਤਲਬ ਜਿਹੜੀ ਮਹਾਂਪੁਰਸ਼ਾਂ ਦੇ ਨਾਲ ਜਿਹੜੀ ਨਿੱਜੀ ਨੇੜਤਾ ਜਿਹਨੂੰ ਕਹਿ ਲਈਏ, ਉਹ ਧਰਮ ਯੁੱਧ ਮੋਰਚੇ ਦੇ ਦੌਰਾਨ ਹੀ ਹੋਈ। ਫਿਰ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਲੈਣ ਦਾ ਮੌਕਾ ਮਿਲਿਆ, ਕਿਉਂਕਿ ਜੋ ਜ਼ਿੰਮੇਵਾਰੀ ਦਿੰਦੇ ਸੀਗੇ, ਜਿਸ ਤਰ੍ਹਾਂ ਦੀਆਂ ਉਹਨਾਂ ਜ਼ਿੰਮੇਵਾਰੀਆਂ ਦਿੱਤੀਆਂ, ਜਿਸ ਤਰ੍ਹਾਂ ਦੀਆਂ ਉਹਨਾਂ ਨੇ ਸੇਵਾਵਾਂ ਦੀ ਡਿਊਟੀ ਲਾਈ, ਉਹ ਸੇਵਾਵਾਂ ਲੈਣ ਵਾਲੇ ਤਾਂ ਮਹਾਂਪੁਰਸ਼ ਜਾਂ ਸਤਿਗੁਰੂ ਸੀਗੇ। ਉਹ ਜਿਹੜੀ ਕਹਿੰਦੇ ਹੋ ਕਿ ਇੱਕ ਤਰ੍ਹਾਂ ਦੀ ਵਡਿਆਈ ਸਾਡੇ ਵਰਗੇ ਨਿਮਾਣਿਆਂ ਨੂੰ ਮਿਲਦੀ ਰਹੀ। ਉਸ ਵਡਿਆਈ ਕਰਕੇ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ, ਉਹਨਾਂ ਦਾ ਪਿਆਰ, ਉਹਨਾਂ ਦੀ ਗਲਵੱਕੜੀ, ਉਹਨਾਂ ਦਾ ਥਾਪੜਾ ਅਥਾਹ ਮਿਲਿਆ। ਇਹ ਧਰਮ ਯੁੱਧ ਮੋਰਚੇ ਦੇ ਵਿੱਚ ਹੀ ਜਿਹੜੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਹੀ ਉਹਨਾਂ ਨਾਲ ਨੇੜਤਾ ਹੋਈ। ਇੱਕ ਬਹੁਤ ਵੱਡਾ ਸਮਾਗਮ ਰੱਖਿਆ ਜਾਂਦਾ ਹੈ, ਜਿਸ ਸਮਾਗਮ ਦੇ ਵਿੱਚ ਇੰਦਰਾ ਗਾਂਧੀ ਵੀ ਪਹੁੰਚਦੀ ਹੈ। ਸਾਰੇ ਜਿਹੜੇ ਲੋਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲ ਪਿੱਠ ਕਰਕੇ ਖੜ ਜਾਂਦੇ ਨੇ, ਅਤੇ ਬਾਬਾ ਕਰਤਾਰ ਸਿੰਘ ਜੀ ਨੂੰ ਲੱਗਦਾ ਹੈ ਵੀ ਗੁਰੂ ਦੀ ਬੇਅਦਬੀ ਹੋ ਰਹੀ ਹੈ, ਅਤੇ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਦਾਹਰਨ ਦੇ ਕੇ ਉਹਨਾਂ ਨੇ ਕਿਹਾ ਵੀ ਇਹ ਤਾਂ ਸਾਰੀ ਜ਼ਿੰਦਗੀ ਕਰਜ਼ਾ ਨਹੀਂ ਉਤਾਰ ਸਕਦੇ ਸਿੱਖੀ ਦਾ। ਜਦ ਇੰਦਰਾ ਗਾਂਧੀ ਦੀ ਇੰਜ ਨਹੀਂ ਸੀ ਲੱਗਦਾ ਵੀ ਉੱਥੇ ਇੱਕ ਪ੍ਰਧਾਨ ਮੰਤਰੀ ਦੀ ਬੇਇੱਜ਼ਤੀ ਹੋ ਗਈ, ਤੁਹਾਨੂੰ ਨਹੀਂ ਇੰਜ ਲੱਗਦਾ ਵੀ ਉਸ ਦਿਨ ਤੋਂ ਟੱਕਰ ਸ਼ੁਰੂ ਹੋ ਗਈ ਸੀਗੀ? ਨਹੀਂ, ਦੇਖੋ, ਜਿੱਥੋਂ ਤੱਕ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਤੁਸੀਂ ਅੱਜ ਵੀ ਉਹਨਾਂ ਦੇ ਲੈਕਚਰ ਜਿਹੜੇ ਮਿਲ ਜਾਂਦੇ ਨੇ ਨੈੱਟ ਦੇ ਉੱਤੇ, ਉਹਨਾਂ ਦੇ ਸੁਣੋਗੇ ਨਾ, ਅਤੇ ਉਹਨਾਂ ਦੀ ਕਥਾ ਵੀ ਸੁਣੋਗੇ, ਇੱਕ ਵੱਖਰਾ ਰਸ, ਅਤੇ ਉਹਨਾਂ ਦਾ ਪ੍ਰਚਾਰ ਸੁਣੋਗੇ ਅਤੇ ਵੱਖਰਾ ਸਰੂਰ ਜਿਹੜਾ ਨਜ਼ਰ ਆਉਂਦਾ ਸੀ। ਅਤੇ ਭਾਵੇਂ ਉਸ ਸਮੇਂ ਬਚਪਨ ਦੇ ਵਿੱਚ ਸੀ, ਪਰ ਇੱਕ ਵੱਖਰਾ ਹੀ ਆਨੰਦ ਮਿਲਦਾ ਸੀਗਾ, ਇੱਕ ਵੱਖਰਾ ਜਜ਼ਬਾ ਮਿਲਦਾ ਸੀਗਾ। ਪਰ ਤੁਸੀਂ ਇਹ ਦੇਖੋ ਕਿ 1975 ਦੇ ਵਿੱਚ ਐਮਰਜੈਂਸੀ ਲੱਗਦੀ, ਸਮੁੱਚੀ ਦੁਨੀਆ ਜਿਹੜੀ ਆ ਘਰਾਂ ਦੇ ਅੰਦਰ ਵੜ ਜਾਂਦੀ ਹੈ, ਕਿਉਂਕਿ ਦਹਿਸ਼ਤ ਹੀ ਇੰਨੀ ਜ਼ਿਆਦਾ ਸੀ ਕਿ ਜਿੰਨੇ ਵੀ ਸਟੇਟ ਦੇ ਵਿਰੁੱਧ ਆਵਾਜ਼ ਉਠਾਈ, ਜਿੰਨੇ ਵੀ ਉਸ ਸਮੇਂ ਦੀ ਦੇਸ਼ ਦੀ ਪ੍ਰਧਾਨ ਮੰਤਰੀ ਜਾਂ ਕੇਂਦਰੀ ਹਕੂਮਤ ਦੇ ਵਿਰੁੱਧ ਆਵਾਜ਼ ਉਠਾਈ, ਉਹਨੂੰ ਫੜ ਕੇ ਅੰਦਰ ਕਰ ਦਿੱਤਾ ਜਾਂਦਾ ਸੀਗਾ। ਆਮ ਕਰਕੇ ਚਰਚਾ ਇਹ ਸੀਗੀ ਕਿ ਜਿਹੜੇ ਹੁਣ ਅੰਦਰ ਚਲੇ ਗਏ ਇਹਨਾਂ ਦੀਆਂ ਹੱਡੀਆਂ ਹੀ ਵਾਪਸ ਆਉਣਗੀਆਂ। ਇਹ ਸੀਗਾ ਵੀ ਇਹ ਹੁਣ ਇਹ ਜਿੰਦਾ ਨਹੀਂ ਮੁੜਦੇ, ਇਹ ਹੱਡੀਆਂ ਹੀ ਵਾਪਸ ਆਉਣਗੀਆਂ। ਜਾਣੀ ਕਿ ਇੰਨੀ ਜ਼ਿਆਦਾ ਪਾਈ ਹੋਈ ਜ਼ਿਆਦਾ ਸੀਗੀ। ਪਰ ਜੇ ਉਸ ਸਮੇਂ ਕੋਈ ਨਿੱਤਰ ਕੇ ਸਾਹਮਣੇ ਆਏ, ਜਿਨ੍ਹਾਂ ਨੇ 37 ਜਲੂਸ ਪੰਜਾਬ ਦੀ ਧਰਤੀ 'ਤੇ ਪੰਜਾਬੋਂ ਬਾਹਰ ਜਿਹੜੇ ਹੈ ਕੇਂਦਰੀ ਹਕੂਮਤ ਨੂੰ ਵੰਗਾਰਦੇ ਹੋਏ ਕੱਢੇ, ਜਦੋਂ ਕਿ ਉਸ ਸਮੇਂ ਸਾਰੀਆਂ ਪਾਬੰਦੀਆਂ ਲੱਗੀਆਂ ਹੋਈਆਂ ਸੀਗੀਆਂ। ਅਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਦਿੱਲੀ ਦੇ ਵਿੱਚ ਉਸ ਦੀਵਾਨ ਦੀ, ਉਸ ਸਮਾਗਮ ਦੀ, ਭਾਵੇਂ ਮੈਂ ਉਸ ਮੌਕੇ ਉੱਥੇ ਹਾਜ਼ਰ ਨਹੀਂ ਸੀ, ਪਰ ਬਾਬਾ ਜਰਨੈਲ ਸਿੰਘ ਹੋਰਾਂ ਕੋਲੋਂ ਜਾਂ ਜਥੇ ਦੇ ਸਿੰਘਾਂ ਕੋਲੋਂ ਜਾਂ ਜਿਹੜੇ ਉਸ ਸਮੇਂ ਹਾਜ਼ਰ ਸੀ ਉਹਨਾਂ ਕੋਲੋਂ ਸਾਰੀ ਜਦੋਂ ਕਹਾਣੀ ਸੁਣੀ ਕਿ ਜਿਹੜੇ ਗਿਆਨੀ ਜੈਲ ਸਿੰਘ ਨੇ ਬੋਲਦਿਆਂ ਇੱਥੋਂ ਤੱਕ ਕਹਿਤਾ ਕਿ ਸਾਡੀ ਕੌਮ ਦੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਆ ਕਿ ਇੰਦਰਾ ਗਾਂਧੀ ਨੇ ਆਪਦਾ ਜਿਹੜਾ ਇੰਦਰਾ ਜੀ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੇ ਜਿਹੜਾ ਆਪਦਾ ਬੱਚਾ ਆ ਉਹ ਸਿੱਖ ਪਰਿਵਾਰ 'ਚ ਵਿਆਹਿਆ ਹੈ। ਅਤੇ ਫਿਰ ਜਦੋਂ ਮਹਾਂਪੁਰਸ਼ਾਂ ਦੀ ਵਾਰੀ ਆਈ, ਫਿਰ ਤਾਂ ਜੋ ਉਹਨਾਂ ਨੇ ਬੋਲੇ ਛੱਡੇ ਹੈ, ਅਤੇ ਮੇਰਾ ਖਿਆਲ ਇਤਿਹਾਸ ਰਚ ਕੇ ਰੱਖਤਾ। ਉਹਨਾਂ ਕਿਹਾ, ਸਭ ਤੋਂ ਵੱਡੀ ਗੱਲ ਤਾਂ ਉਹਨਾਂ ਕਿਹਾ ਕਿ ਇੰਦਰਾ ਗਾਂਧੀ ਆਪਦੇ ਰੋਮ ਕਰਕੇ ਵੀ ਸਮੁੱਚੀ ਕੌਮ ਜਿਹੜੀ ਹੈ, ਇਹ ਜਿਹੜੀ ਹੈ ਜਿਨ੍ਹਾਂ ਦੀ ਰੱਖਿਆ ਦੀ ਖਾਤਰ, ਜਿਨ੍ਹਾਂ ਦੇ ਧਰਮ ਨੂੰ ਬਚਾਉਣ ਦੀ ਖਾਤਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਕੁਰਬਾਨੀ ਦਿੱਤੀ ਸੀ, ਉਸ ਸਥਾਨ 'ਤੇ ਆਈ। ਅਤੇ ਇਹ ਦੇਣ ਨਹੀਂ ਦੇ ਸਕਦੀ, ਇਹ ਤਾਂ ਸਿੱਖ ਕੌਮ ਦਾ ਅਹਿਸਾਨ ਨਹੀਂ ਲਾ ਸਕਦੇ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅਹਿਸਾਨ ਨਹੀਂ ਦੇ ਸਕਦੇ, ਇਹਨਾਂ ਦਾ ਅਹਿਸਾਨ ਕਾਹਦਾ? ਮਤਲਬ ਬੜੇ ਸ਼ਬਦ ਉਹਨਾਂ ਨੇ ਜਿਹੜੇ ਕਰੜੇ ਜਿਹੜੇ ਸ਼ਬਦ ਕਹੇ ਸੀਗੇ। ਅਤੇ ਇਹ ਕਿਉਂਕਿ ਬਾਬਾ ਦੀਪ ਸਿੰਘ ਹੋਰਾਂ ਦੀ ਸੀਨਾ ਬਸੀਨਾ ਚੱਲਦੀ ਹੋਈ ਟਕਸਾਲ ਆ, ਉਹੀ ਜਿਹੜਾ ਸਾਰਾ ਕੁਛ ਚੱਲਦਾ ਹੈ। ਅਤੇ ਉਹ ਤਾਂ ਅਸੀਂ ਤਾਂ ਪ੍ਰਤੱਖ ਦੇਖਿਆ ਵੱਡੇ ਮਹਾਂਪੁਰਸ਼ਾਂ 'ਚ, ਬਾਬਾ ਕਰਤਾਰ ਹੋਰਾਂ 'ਚ ਵੀ, ਬਾਬਾ ਜਰਨੈਲ ਹੋਰਾਂ 'ਚ ਵੀ ਉਹ ਜਿਹੜੀਆਂ ਪ੍ਰਤੱਖ ਸਭ ਕੁਛ ਨਜ਼ਰ ਆਉਂਦਾ ਸੀ। ਇੰਝ ਨਹੀਂ ਲੱਗਦਾ ਵੀ ਉਸ ਵੇਲੇ ਦਾ ਜਿਹੜਾ ਮੀਡੀਆ ਸੀਗਾ ਉਹ ਸਰਕਾਰੀ ਮੀਡੀਆ ਬਣ ਕੇ ਰਹਿ ਗਿਆ ਸੀ? ਕੇਵਲ ਬਾਬਾ ਜਰਨੈਲ ਸਿੰਘ ਨੂੰ ਹਰ ਪੱਖ ਤੋਂ ਜਿਹੜਾ ਸੀਗਾ ਉਹ ਹਿੰਦੂਆਂ ਦਾ ਦੁਸ਼ਮਣ ਹੀ ਕੇਵਲ ਤੇ ਕੇਵਲ ਦਿਖਾਇਆ ਜਾ ਰਿਹਾ ਸੀਗਾ ਰੋਜ਼ਾਨਾ ਹੀ। ਦੇਖੋ, ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਜਿਹੜੀ ਕੇਂਦਰ ਸਰਕਾਰ ਸੀ ਉਸ ਸਮੇਂ ਦੀ ਬੜੀ ਪਾਵਰਫੁਲ ਸੀਗੀ।
ਇੱਥੋਂ ਤੱਕ ਕਿਹਾ ਜਾਂਦਾ ਸੀ ਕਿ ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ। ਮਤਲਬ ਇਹ ਕਿਹਾ ਜਾਂਦਾ ਸੀਗਾ ਕਿ ਜੇ ਭਾਰਤ ਇੰਦਰਾ ਆ ਅਤੇ ਇੰਦਰਾ ਹੀ ਭਾਰਤ ਹੈ। ਇੱਥੋਂ ਤੱਕ ਜਿਹੜਾ ਆ ਉਸ ਸਮੇਂ ਕਿਹਾ ਜਾਂਦਾ ਸੀ ਕਿ ਸਰਵੇ ਸਰਵਾ ਸੀ ਇੰਦਰਾ ਗਾਂਧੀ, ਉਹਦੇ ਅੱਗੇ ਕੋਈ ਕੁਸਕਦਾ ਨਹੀਂ ਸੀਗਾ। ਅਤੇ ਬੜੀ ਇੱਕ ਗਿਣੀ ਮਿਥੀ ਸਾਜ਼ ਦੇ ਤਹਿਤ ਸਿੱਖ ਕੌਮ ਨੂੰ ਬਦਨਾਮ ਕਰਕੇ, ਸਿੱਖਾਂ ਦਾ ਪੂਰੇ ਹਿੰਦੁਸਤਾਨ ਦੇ ਅੰਦਰ ਇੱਕ ਹਊਆ ਖੜਾ ਕਰਕੇ ਕਿ ਇਹ ਵੱਖਵਾਦੀ ਨੇ, ਇਹ ਅੱਤਵਾਦੀ ਨੇ, ਇਹ ਬੜੇ ਜ਼ਾਲਮ ਨੇ, ਸਮੁੱਚੇ ਹਿੰਦੁਸਤਾਨ ਦੇ ਅੰਦਰ ਇੱਕ ਵੱਖਰੀ ਤਰ੍ਹਾਂ ਦਾ ਸਿੱਖਾਂ ਬਾਰੇ ਜਿਹੜੀ ਦਿੱਖ ਬਣਾ ਦਿੱਤੀ ਗਈ ਸੀ। ਉਹ ਦਿੱਖ ਬਣਾਉਣ 'ਚ ਉਸ ਸਮੇਂ ਦੀ ਜਿਹੜੀ ਕੇਂਦਰੀ ਹਕੂਮਤ ਸੀ ਜਾਂ ਕਾਂਗਰਸ ਪਾਰਟੀ ਸੀ, ਔਰ ਇੱਥੋਂ ਤੱਕ ਕਿ ਦੌੜ ਲੱਗ ਗਈ ਸੀ ਕਿ ਇੰਦਰਾ ਗਾਂਧੀ ਜਾਂ ਕਾਂਗਰਸ ਪਾਰਟੀ ਇਹ ਚਾਹੁੰਦੀ ਸੀ ਕਿ ਜਿਹੜੀਆਂ 1984 'ਚ ਆਉਣ ਵਾਲੀਆਂ, ਅਖੀਰ ਤੇ 1984 'ਚ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਸੀਗੀਆਂ, ਉਹ ਮੈਂ ਸਿੱਖ ਪੱਤਾ ਖੇਡ ਕੇ ਮੈਂ ਜਿੱਤ ਲਵਾਂ ਅਤੇ ਹਿੰਦੁਸਤਾਨ ਦੇ ਅੰਦਰ ਇਹੋ ਜਿਹੀ ਪੋਲਰਾਈਜੇਸ਼ਨ ਕਰਦਾ, ਇਹੋ ਜਿਹੀ ਵੰਡ ਕਰ ਦੇਵਾਂ ਕਿ ਜਿਹੜਾ ਦੇਸ਼ ਦੀ ਬਹੁ ਗਿਣਤੀ ਹੈ ਉਹ ਮੇਰੇ ਨਾਲ ਆਣ ਕੇ ਖੜ੍ਹ ਜੇ ਕਿ ਜੇ ਅੱਤਵਾਦੀਆਂ ਤੋਂ, ਵੱਖਵਾਦੀਆਂ ਤੋਂ, ਜਿਹੜੇ ਜ਼ਾਲਮ ਸਿੱਖ ਨੇ ਜਿਨ੍ਹਾਂ ਨੂੰ ਇੱਕ ਬਣਾ ਦਿੱਤਾ ਗਿਆ ਸੀ, ਉਹਨਾਂ ਤੋਂ ਬਚਾ ਸਕਦੀ ਤੇ ਕੇਵਲ ਇੰਦਰਾ ਗਾਂਧੀ ਬਚਾ ਸਕਦੀ ਹੈ। ਉਹ ਪੱਤਾ ਇੰਦਰਾ ਗਾਂਧੀ ਨੇ ਖੇਡਿਆ। ਭਾਵੇਂ ਕਿ ਦੂਸਰੀਆਂ ਪਾਰਟੀਆਂ ਨੇ ਵੀ ਕੋਸ਼ਿਸ਼ ਕੀਤੀ ਕਿ ਇਹ ਪੋਲਰਾਈਜੇਸ਼ਨ ਨੂੰ ਅਸੀਂ ਆਪਦੇ ਵੱਲ ਖਿੱਚੀਏ। ਚਾਹੇ ਉਸ ਸਮੇਂ ਜੇ ਆਪਾਂ ਕਹਿ ਦਈਏ ਕਿ ਭਾਰਤੀ ਜਨਤਾ ਪਾਰਟੀ ਸੀ, ਉਹਦਾ ਵੀ ਕੋਈ ਰੋਲ ਚੰਗਾ ਨਹੀਂ ਸੀਗਾ। ਅਤੇ ਜੇ ਕਹਿ ਦਈਏ ਕਿ ਕਾਮਰੇਡਾਂ ਦਾ, ਹਰਕਿਸ਼ਨ ਸੁਰਜੀਤ ਵਰਗਿਆਂ ਦਾ ਰੋਲ ਜਦੋਂ ਲਿਖਿਆ ਜਾਊਗਾ ਅਤੇ ਉਹ ਮੇਰਾ ਖਿਆਲ ਹੈ ਕਿ ਸਿੱਖ ਹੋਣ ਦੇ ਨਾਤੇ ਜੇ ਸਭ ਤੋਂ ਵੱਡੀ ਕਿਸੇ ਨੇ ਸਿੱਖ ਕੌਮ ਦੇ ਨਾਲ ਦੁਸ਼ਮਣੀ ਪਗਾਈ ਹੈ ਤਾਂ ਹਰਕਿਸ਼ਨ ਸੁਰਜੀਤ ਵੀ ਉਹਨਾਂ ਦੇ ਵਿੱਚੋਂ ਇੱਕ ਸੀਗਾ। ਕਾਮਰੇਡ ਪਾਰਟੀਆਂ ਜਾਂ ਜਿੰਨੀਆਂ ਦੇਸ਼ ਦੀਆਂ ਸਿਵਾਏ ਸਿੱਖ ਪਾਰਟੀਆਂ ਤੋਂ ਇਲਾਵਾ ਬਾਕੀ ਜਿੰਨੇ ਸੀ ਸਾਰੇ ਹੀ ਸਿੱਖਾਂ ਦੇ ਵਿਰੁੱਧ ਖੜੋਤੇ ਸੀਗੇ ਔਰ ਸਿੱਖਾਂ ਨੂੰ ਇੱਕ ਹਊਏ ਦੇ ਤੌਰ 'ਤੇ ਪੇਸ਼ ਕਰਦੇ ਸੀ। ਪਰ ਉਹ ਹਊਏ ਦੇ ਤੌਰ 'ਤੇ ਪੇਸ਼ ਕਰਨ ਦੇ ਵਿੱਚ ਕਾਂਗਰਸ ਪਾਰਟੀ ਜ਼ਿਆਦਾ ਕਾਮਯਾਬ ਰਹੀ। ਔਰ ਜਿਸ ਤਰ੍ਹਾਂ ਤੁਸੀਂ ਸ਼ਾਇਦ ਸੁਣੀ ਕਿ ਨਹੀਂ ਸੁਣੀ, ਸਰਦਾਰ ਹਰਕੰਵਲਜੀਤ ਸਿੰਘ ਨੇ ਜਿਹੜੇ ਅਜੀਤ ਦੇ ਬੜੇ ਸੀਨੀਅਰ ਰਿਪੋਰਟਰ ਨੇ, ਬਹੁਤ ਸੀਨੀਅਰ ਪੱਤਰਕਾਰ ਨੇ ਪੰਜਾਬ ਦੇ, ਉਹਨਾਂ ਨੇ ਆਪਦੀ ਇੱਕ ਇੰਟਰਵਿਊ ਦੇ ਵਿੱਚ ਪ੍ਰਗਟਾਵਾ ਕੀਤਾ ਆ ਕਿ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਜਦੋਂ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ, ਉਸ ਤੋਂ 6-7 ਮਹੀਨੇ ਪਹਿਲਾਂ ਮੈਂ ਦਿੱਲੀ ਜਾਂਦਾ। ਕੋਈ ਮੇਰਾ ਰਾਜ ਸਭਾ ਦਾ ਮੈਂਬਰ, ਕੋਈ ਮੇਰਾ ਦੋਸਤ ਸੀਗਾ, ਉਹਦੇ ਘਰੇ ਜਾਣਾ ਅਤੇ ਮੈਨੂੰ ਰਾਜ ਸਭਾ ਮੈਂਬਰ ਕਹਿੰਦੇ ਕਿ ਅੱਜ ਤੁਸੀਂ ਮੇਰੇ ਕੋਲ ਰਹੋ, ਮੇਰੇ ਕੋਲ ਰਾਤ ਨੂੰ ਕਾਂਗਰਸ ਪਾਰਟੀ ਦੇ ਬੜੇ ਵੱਡੇ ਵੱਡੇ ਆਗੂ ਆ ਰਹੇ ਨੇ। ਅਤੇ ਕਹਿੰਦੇ ਉਹ ਰਾਤ ਨੂੰ ਆਏ, ਜਿਨ੍ਹਾਂ ਦੇ ਵਿੱਚ ਅਰੁਣ ਸਿੰਘ ਵਗੈਰਾ ਜਾਂ ਜਿਹੜੇ ਵੀ ਗਾਂਧੀ ਪਰਿਵਾਰ ਦੇ ਖਾਸਮ ਖਾਸ ਸੀ, ਜਿਹੜੀ ਰਾਜੀਵ ਗਾਂਧੀ ਦੀ ਮੇਨ ਟੀਮ ਸੀ, ਉਹ ਕਹਿੰਦੇ ਕਿ ਸਾਰੇ ਆਏ। ਅਤੇ ਕਹਿੰਦੇ ਜਦੋਂ ਉਸ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਨਾਲ ਮੈਨੂੰ ਇੰਟਰੋਡਿਊਸ ਕਰਾਇਆ ਕਿ ਇਹ ਪੰਜਾਬ ਦੇ ਜਿਹੜੇ ਨਾਮਵਰ ਅਖਬਾਰ ਨੇ, ਇਹ ਉਹਦੇ ਪੱਤਰਕਾਰ ਨੇ, ਆਂਦੇ ਉਹ ਮੇਰੇ ਨਾਲ ਖੁੱਲ੍ਹ ਗਏ ਪੰਜਾਬ ਸਮੱਸਿਆ ਨੂੰ ਲੈ ਕੇ, ਸਾਰੀਆਂ ਉਹਨਾਂ ਗੱਲਾਂ ਕੀਤੀਆਂ। ਅਤੇ ਅਖੀਰ ਉਹਨਾਂ ਨੇ ਗੱਲ ਕੀਤੀ ਕਿ ਜੇ ਅਸੀਂ, ਸਾਨੂੰ ਇਹ ਦੱਸੋ ਕਿ ਅਸੀਂ ਹੌਲੀ ਹੌਲੀ ਜੇ ਇਸ ਜਿਹੜਾ ਸਿੱਖ ਮੂਵਮੈਂਟ ਹੈ ਜਾਂ ਜਿਹੜੀ ਇਹ ਮੋਰਚਾ ਆ, ਇਹਨੂੰ ਅਸੀਂ ਵਧਣ ਦਿੰਦੇ ਹਾਂ, ਹੋਰ ਪ੍ਰਫੁੱਲਤ ਹੋਣ ਦਿੰਦੇ ਹਾਂ, ਅਤੇ ਫਿਰ ਅਸੀਂ ਯਕਦਮ ਇਹਨੂੰ ਕ੍ਰਸ਼ ਕਰ ਦਿੰਦੇ ਹਾਂ, ਇਹਦਾ ਕੀ ਇਫੈਕਟ ਪਊਗਾ? ਕਹਿੰਦੇ ਮੈਂ ਹੈਰਾਨ ਹੋ ਗਿਆ। ਮੈਂ ਕਿਹਾ ਜੀ ਇਹਦਾ ਮਤਲਬ ਵੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਚੱਲਦੀ ਸੀਗੀ। ਬਿਲਕੁਲ, ਮਤਲਬ ਉਹਨਾਂ ਸਿੱਧਾ ਇੱਥੋਂ ਤੱਕ ਕਿਹਾ ਕਿ ਇਹਦਾ ਚੋਣਾਂ 'ਤੇ ਪ੍ਰਭਾਵ ਕੀ ਪਊਗਾ। ਸ਼ਬਦ ਇੱਥੋਂ ਤੱਕ ਵੀ ਸਰਦਾਰ ਹਰਕੰਵਲਜੀਤ ਸਿੰਘ ਹੋਰਾਂ ਨੇ ਵਰਤਿਆ ਕਿ ਉਹਦਾ ਚੋਣਾਂ 'ਚ ਸਾਨੂੰ ਕੀ ਫਾਇਦਾ ਹੋਊਗਾ। ਸਰਦਾਰ ਹਰਕੰਵਲਜੀਤ ਸਿੰਘ ਹੋਰੀ ਕਹਿੰਦੇ ਆ ਕਿ ਮੈਂ ਸੁਣ ਕੇ ਪਹਿਲੇ ਤਾਂ ਮੈਨੂੰ ਝਟਕਾ ਲੱਗਾ, ਅਤੇ ਕਹਿੰਦੇ ਫਿਰ ਮੈਂ ਜਵਾਬ ਦਿੱਤਾ ਕਿ ਚੋਣਾਂ 'ਤੇ ਸ਼ਾਇਦ ਤੁਸੀਂ ਜਿੱਤ ਜਾਓਗੇ, ਪਰ ਇਹਦਾ ਪ੍ਰਣਾਮ ਬਹੁਤ ਮਾੜਾ ਹੋਊਗਾ, ਇਹਦਾ ਨਤੀਜਾ ਬਹੁਤ ਮਾੜਾ ਹੋਊਗਾ ਅਤੇ ਬਹੁਤ ਖਤਰਨਾਕ ਹੋਊਗਾ। ਉਹ ਕਹਿੰਦੇ ਜੀ ਵੱਧ ਤੋਂ ਵੱਧ ਕੀ ਹੋ ਜਾਊਗਾ, ਕੋਈ 15-20-30 ਬੰਦੇ ਮਰ ਜਾਣਗੇ ਨਾ। ਉਹਦੇ ਨਹੀਂ, ਮੈਂ ਕਿਹਾ ਵੀ ਇਹ ਇੱਥੋਂ ਤੱਕ ਗੱਲ ਨਹੀਂ ਖੜੋਣੀ। ਅਤੇ ਉੱਥੇ ਕਿੰਨਾ ਨੰਬਰ ਵੱਡਾ ਹੁੰਦਾ ਆ, ਕਿੰਨੇ ਮਰਦੇ, ਉਹ ਗੱਲ ਵੱਖਰੀ ਹੈ ਕਿ ਸਿੱਖਾਂ ਦੀ ਮਾਨਸਿਕਤਾ 'ਤੇ ਅਜਿਹਾ ਜ਼ਖਮ ਚੱਲ ਜਾਊਗਾ ਕਿ ਸਿੱਖ ਇਸ ਪੀੜਾ ਨੂੰ ਭੁੱਲ ਨਹੀਂ ਸਕਣਗੇ ਅਤੇ ਸਿੱਖ ਜਿਹੜੇ ਆ ਦੇਸ਼ ਤੋਂ ਦੂਰ ਹੋ ਜਾਣਗੇ, ਸਿੱਖ ਜਿਹੜੇ ਆ ਰੋਹ ਦੇ ਵਿੱਚ ਆ ਜਾਣਗੇ।
ਫਿਰ ਆਂਦੇ ਉਹਨਾਂ ਨੇ ਆਂਦੇ ਹੋਰ ਹੈਰਾਨੀ ਵਾਲੀ ਗੱਲ ਕੀਤੀ, ਪਤਾ ਕਿੰਨੀ ਕੁ ਸਟੱਡੀ ਕਰਕੇ ਆਏ ਸੀ। ਕਹਿੰਦੇ ਅਸੀਂ ਸਿੱਖਾਂ ਬਾਰੇ ਜਾਣਦੇ ਹਾਂ, ਇਹ ਸਿੱਖ ਕੌਮ ਉਹੀ ਆ ਜਿਹੜੀ ਅੰਗਰੇਜ਼ਾਂ ਦੇ ਵਿਰੁੱਧ ਲੜਾਈ ਲੜਦੀ ਸੀ, ਅਤੇ ਜਦੋਂ ਅੰਗਰੇਜ਼ ਹਾਕਮ ਬਣ ਗਏ ਸੀ ਤੇ ਫਿਰ ਅੰਗਰੇਜ਼ਾਂ ਲਈ ਲੜਦੀ ਸੀਗੀ, ਉਸੇ ਟਾਈਮ ਅੰਗਰੇਜ਼ਾਂ ਵਾਸਤੇ ਲੜਨ ਲੱਗ ਪਈ ਸੀਗੀ। ਕੋਈ ਨਹੀਂ, ਇਹ ਸਭ ਕੁਛ ਹੋ ਜੂ। ਅਤੇ ਭਾਵੇਂ ਸਰਦਾਰ ਹਰਕਮਲਜੀਤ ਸਿੰਘ ਹੋਰਾਂ ਗੱਲ ਕੀਤੀ ਵੀ, ਗੱਲ ਵੀ ਸਹੀ ਹੈ ਕਿ ਸਿੱਖਾਂ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਉੱਤੇ ਕੀਤੇ ਹੋਏ ਹਮਲੇ ਨੂੰ ਲੈ ਕੇ ਬੱਚਿਆਂ ਤੱਕ ਦੇ ਵਿੱਚ ਰੋਹ ਹੈ। ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਉਸ ਸਮੇਂ ਦੀ ਹਕੂਮਤ ਵੱਲੋਂ, ਇੰਦਰਾ ਗਾਂਧੀ ਵੱਲੋਂ ਕੀਤੇ ਹੋਏ ਹਮਲੇ ਨੂੰ ਅੱਜ ਵੀ ਗੱਲਾਂ ਕਰਦੇ ਕਿ ਅਸੀਂ ਭੁੱਲ ਨਹੀਂ ਸਕਦੇ। ਪਰ ਜਿਹੜੀ ਉਹ ਸਟੱਡੀ ਕਰਕੇ ਆਏ ਸੀਗੇ ਕਿ ਸਿੱਖਾਂ ਦੀ ਕਿਹੜੀ ਗੱਲ ਹੈ, ਇਹ ਤਾਂ ਅੰਗਰੇਜ਼ਾਂ ਦੇ ਵਿਰੁੱਧ ਲੜਦੇ ਲੜਦੇ ਅੰਗਰੇਜ਼ਾਂ ਵਾਸਤੇ ਲੜਨ ਲੱਗ ਪਏ ਸੀਗੇ। ਅਤੇ ਗੱਲ ਉਹਨਾਂ ਦੀ ਸਹੀ ਹੈ। ਅੱਜ ਅਸੀਂ ਇੰਦਰਾ ਗਾਂਧੀ ਨੂੰ ਮਾਂ ਵੀ ਕਹਿੰਦੇ ਹਾਂ, ਇੰਦਰਾ ਗਾਂਧੀ ਦੀਆਂ ਬਰਸੀਆਂ ਵੀ ਪੰਜਾਬ ਦੀ ਧਰਤੀ 'ਤੇ ਮਨਾਉਂਦੇ ਹਾਂ। ਸਾਡੇ ਵੱਡੇ ਵੱਡੇ ਆਪਣੇ ਆਪ ਨੂੰ ਸਿੱਖ ਆਗੂ ਕਹਾਉਣ ਵਾਲੇ ਉਹਦੇ ਗੱਲ 'ਚ ਜਾ ਕੇ ਮਲਾਵਾਂ ਵੀ ਪਾਉਂਦੇ ਨੇ। ਅਤੇ ਇੰਦਰਾ ਮਾਂ ਜਬ ਤੱਕ ਸੂਰਜ ਚਾਂਦ ਰਹੇਗਾ, ਇੰਦਰਾ ਮਾਂ ਤੇਰਾ ਨਾਮ ਰਹੇਗਾ, ਇਹਦੇ ਨਾਅਰੇ ਵੀ ਲਾਉਂਦੇ। ਇਹ ਲਫ਼ਜ਼ਾਂ 'ਚ ਸਾਰੇ ਕਹਿ ਸਕਦੇ ਹਾਂ ਆਪਾਂ ਵੀ ਗਦਾਰਾਂ ਦੀ ਘਾਟ ਨਹੀਂ, ਜਿੱਥੇ ਕੁਰਬਾਨੀਆਂ ਨੇ ਉੱਥੇ ਨਾਲ ਗਦਾਰ ਵੀ ਹੈਗੇ ਆ। ਦੇਖੋ, ਮੈਂ ਇੱਕ ਬੇਨਤੀ ਕਰਾਂ ਜੀ, ਜਿਸ ਕਿਸੇ ਨੇ ਵੀ ਸਿੱਖੀ ਦੇ ਉੱਤੇ ਹਮਲਾ ਕੀਤਾ ਹੈ, ਚਾਹੇ ਅਹਿਮਦ ਸ਼ਾਹ ਅਬਦਾਲੀ ਸੀ, ਚਾਹੇ ਜ਼ਕਰੀਆ ਖਾਨ ਸੀ, ਚਾਹੇ ਯਹੀਆ ਖਾਨ ਸੀ, ਅਤੇ ਚਾਹੇ ਮੱਸੇ ਰੰਗੜ ਵਰਗੇ, ਤੇ ਜਿੰਨੇ ਮਰਜ਼ੀ ਆਪਾਂ ਨਾਂ ਗਿਣ ਲਈਏ, ਘੱਲੂਘਾਰੇ ਹੋਏ, ਛੋਟਾ ਘੱਲੂਘਾਰਾ ਹੋਇਆ, ਖਤਮ ਕਰਨ ਦੀ ਕੋਸ਼ਿਸ਼ ਕੀਤੀ। ਜਿੰਨਿਆਂ ਦੀ ਆਪਾਂ ਗੱਲ ਕਰ ਲਈਏ, ਲਖਪਤ ਰਾਏ ਵਰਗੇ ਜਿਹੜੇ ਆ, ਅੱਜ ਵੀ ਸਮੁੱਚੀ ਕੌਮ ਲਾਹਣਤਾਂ ਪਾਉਂਦੀ ਹੈ ਅਤੇ ਸਟੇਜਾਂ 'ਤੇ ਚੜ੍ਹ ਚੜ੍ਹ ਕੇ ਅਸੀਂ ਆਪਦਿਆਂ ਦੀ ਵੀਰਤਾ ਦੀ ਗੱਲ ਕਰਦੇ ਹਾਂ ਅਤੇ ਉਹਨਾਂ ਦੇ ਜ਼ੁਲਮਾਂ ਦੀ ਗੱਲ ਕਰਦੇ ਹਾਂ। ਅਤੇ ਜੇ ਤੁਸੀਂ ਇਤਿਹਾਸਕ ਪਿਛੋਕੜ 'ਚ ਜਾ ਕੇ ਜਿਹੜੇ 1746 ਅਤੇ 1762 'ਚ ਵੱਡੇ ਘੱਲੂਘਾਰੇ ਹੋਏ ਹੈ, ਛੋਟੇ ਘੱਲੂਘਾਰੇ ਹੋਏ ਹੈ, ਅਤੇ ਜਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਜਿਵੇਂ ਆਉਂਦਾ ਰਿਹਾ ਅਤੇ ਜਿਵੇਂ ਪਵਿੱਤਰ ਸਰੋਵਰ ਨੂੰ ਪੂਜਦਾ ਰਿਹਾ ਅਤੇ ਸ਼੍ਰੀ ਹਰਿਮੰਦਰ ਨੂੰ ਢਾਉਂਦਾ ਰਿਹਾ ਹੈ, ਅਤੇ ਜੇ ਕੰਪੈਰੀਜ਼ਨ ਕਰਕੇ ਦੇਖੋ, ਆਜ਼ਾਦ ਹਿੰਦੁਸਤਾਨ ਦੇ ਵਿੱਚ ਅਤੇ ਦੁਨੀਆ ਦਾ ਸਭ ਤੋਂ ਮੁਕੱਦਸ ਅਸਥਾਨ ਹੋਵੇ, ਸਿੱਖ ਦੀ ਰੂਹ ਦੇ ਨਾਲ ਜੁੜਿਆ ਹੋਵੇ, ਸਮੁੱਚੀ ਮਨੁੱਖਤਾ ਦੇ ਨਾਲ ਜੁੜਿਆ ਹੋਵੇ, ਉਹਦੇ ਉੱਤੇ ਜਿਹਨੇ ਹਮਲਾ ਕੀਤਾ ਹੋਵੇ, ਅੱਜ ਤੁਸੀਂ ਗੱਲ ਕਰਕੇ ਦੇਖ ਲਓ, ਕਿਤੇ ਗੱਲ ਕਰਕੇ ਦੇਖ ਲਓ, ਮਿੰਟੋ ਮਿੰਟੀ ਫੌਜਾਂ ਆਉਂਦੀਆਂ ਨੇ, ਜਿਹੜਾ ਇੰਦਰਾ ਗਾਂਧੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਕਾਂਗਰਸ ਪਾਰਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ। ਔਰ ਮੈਂ ਇੱਕੋ ਸਵਾਲ ਕਰਦਾ, ਮੈਂ ਉਸ ਸਮੇਂ ਦੇ ਦੇਖੋ ਜਿਹੜੇ ਵੀ ਜਥੇਦਾਰ ਸਾਹਿਬਾਨ ਸੀ, ਚਾਹੇ ਉਸ ਸਮੇਂ ਸਿੰਘ ਸਾਹਿਬ, ਗਿਆਨੀ ਕਿਰਪਾਲ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ, ਹੋਰ ਵੀ ਜਥੇਦਾਰ ਸਾਹਿਬਾਨ ਸਨ, ਕੇਵਲ ਉਹੀ ਸਨ ਜਿਹੜੇ ਉਸ ਸਮੇਂ ਕੌਮ ਦੀ ਅਗਵਾਈ ਕਰਦੇ ਸੀ, ਜਿਨ੍ਹਾਂ ਨੇ ਕੌਮ ਨੂੰ ਸੰਦੇਸ਼ ਦੇਣਾ ਸੀ, ਕੌਮ ਨੂੰ ਅਗਵਾਈ ਦੇਣੀ ਸੀ, ਕੌਮ ਨੂੰ ਇੱਕ ਲੀਹ 'ਤੇ ਲੈ ਕੇ ਜਾਣਾ ਸੀ, ਇੱਕ ਮੈਸੇਜ ਦੇਣਾ ਸੀਗਾ। ਉਹ ਕਿਉਂ ਨਹੀਂ ਦੇ ਸਕੇ? ਕਿਸੇ ਡਰ ਨਹੀਂ ਦੇ ਸਕੇ ਜਾਂ ਕੋਈ ਹੋਰ ਕਾਰਨ ਸੀ, ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ, ਕਿਉਂਕਿ ਦਬਾਅ ਬਹੁਤ ਸੀਗਾ ਕੇਂਦਰੀ ਹਕੂਮਤ ਦਾ ਉਸ ਸਮੇਂ ਸਿੰਘ ਸਾਹਿਬਾਨ ਦੇ ਉੱਤੇ, ਖਾਸ ਕਰਕੇ ਕਿ ਇਹ ਕੋਈ ਕੌਮ ਨੂੰ ਅਗਵਾਈ ਨਾ ਦੇ ਸਕਣ। ਪਰ ਫਿਰ ਜਿਹੜੀਆਂ ਜਜ਼ਬੇ ਵਾਲੇ ਸਿੱਖ ਉੱਠੇ, ਚਾਹੇ ਉਹ ਦਮਦਮੀ ਟਕਸਾਲ ਦੇ ਸੀ, ਚਾਹੇ ਫੈਡਰੇਸ਼ਨ ਦੇ ਆਗੂ ਸੀਗੇ, ਉਹਨਾਂ ਨੇ ਆਣ ਕੇ ਜਿਹੜੀ ਆ ਕੌਮ ਦੀ ਅਗਵਾਈ ਕੀਤੀ ਅਤੇ ਕੌਮ ਨੂੰ ਇੱਕ ਅਗਵਾਈ ਦੇ ਕੇ ਲੀਹਾਂ ਦੇ ਉੱਤੇ ਜਿਹੜਾ ਕੇਂਦਰੀ ਹਕੂਮਤ ਦੇ ਵਿਰੁੱਧ ਜਾਂ ਦੇਸ਼ ਦੇ ਉਹਨਾਂ ਜ਼ਾਲਮ ਲੋਕਾਂ ਦੇ ਵਿਰੁੱਧ ਜਿਹੜਾ ਲਾਮਬੰਦ ਕੀਤਾ ਸੀਗਾ। ਪਰ ਜਿਹੜਾ ਫਰਜ਼ ਬਣਦਾ ਸੀਗਾ ਉਸ ਸਮੇਂ ਦੇ ਜਥੇਦਾਰ ਸਾਹਿਬਾਨ ਦਾ, ਕਿ ਇੰਦਰਾ ਗਾਂਧੀ ਨੂੰ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦੇਣਾ ਚਾਹੀਦਾ ਸੀ। ਉਸ ਸਮੇਂ ਦੀ ਕੇਂਦਰੀ ਹਕੂਮਤ ਨੂੰ ਸਿੱਖਾਂ ਦਾ ਸਿੱਖ ਵਿਰੋਧੀ ਕਰਾਰ ਦੇਣਾ ਚਾਹੀਦਾ ਸੀਗਾ। ਔਰ ਸੁਬਰਾਮਨੀਅਮ ਸਵਾਮੀ ਜਿਹੜੇ ਕਿ ਦੇਸ਼ ਦੇ, ਮੇਰਾ ਖਿਆਲ ਲੱਗਿਆ ਅਸੀਂ ਅਜੇ ਉਦੋਂ ਜੰਮੇ ਹੋਵਾਂਗੇ ਜਦੋਂ ਦੇ ਉਹ ਮੈਂਬਰ ਪਾਰਲੀਮੈਂਟ ਬਣਦੇ ਆਉਂਦੇ ਆ, ਬੜੇ ਸੀਨੀਅਰ ਨੇ, ਔਰ ਹਰੇਕ ਪੱਖ ਤੋਂ ਉਹ ਜਾਣਕਾਰੀ ਰੱਖਦੇ ਆ। ਉਹ ਇੰਦਰਾ ਗਾਂਧੀ ਤੋਂ ਬਹੁਤ ਨੇੜੇ ਸੀਗੇ। ਉਹ ਕਹਿੰਦੇ ਆ ਕਿ ਮੈਂ ਮਈ 1984 'ਚ ਗਿਆਨੀ ਜੈਲ ਸਿੰਘ ਹੋਰਾਂ ਨੂੰ ਮਿਲਦਾ, ਅਤੇ ਗਿਆਨੀ ਜੈਲ ਸਿੰਘ ਹੋਰੀ ਮੇਰੇ ਕੋਲ ਪ੍ਰਗਟਾਵਾ ਕਰਦੇ ਹੈ ਕਿ ਸਵਾਮੀ ਜੀ, ਤੁਹਾਡੀ ਇੰਦਰਾ ਗਾਂਧੀ ਨਾਲ ਵਾਹਵਾ ਬਣਦੀ ਆ, ਤੁਹਾਡੇ ਕੋਲੋਂ ਡਰਦੀ ਵੀ ਆ, ਕਿਉਂਕਿ ਸਵਾਮੀ ਦਾ ਰੋਲ ਜਿਹੜਾ ਐਮਰਜੈਂਸੀ ਦੇ ਵਿੱਚ ਬਹੁਤ ਤਗੜਾ ਸੀਗਾ,
ਬੜੀ ਤਗੜੀ ਹੋ ਕੇ ਅਗਵਾਈ ਕੀਤੀ ਸੀ, ਉਹਨੇ ਐਜੀਟੇਸ਼ਨ ਕੀਤੀ ਸੀਗੀ, ਸਵਾਮੀ ਨੇ ਵੀ, ਅਤੇ ਤੁਹਾਡੇ ਤੋਂ ਝੱਕਦੀ ਵੀ ਹੈ। ਅਤੇ ਇੰਦਰਾ ਗਾਂਧੀ ਜਿਹੜੀ ਆ ਉਹ ਬੜਾ ਭੈੜਾ ਕਦਮ ਚੁੱਕਣ ਨੂੰ ਫਿਰਦੀ ਆ, ਹਮਲਾ ਕਰਨ ਨੂੰ ਫਿਰਦੀ ਆ। ਮੈਂ ਤਾਂ ਬਹੁਤ ਸਮਝਾ ਲਿਆ। ਉਹ ਗਿਆਨੀ ਜੈਲ ਸਿੰਘ ਹੋਰਾਂ ਬਾਰੇ ਗੱਲ ਕਰਦੇ ਆ, ਅਤੇ ਮੇਰੀ ਉਹਨੇ ਸੁਣੀ ਨਹੀਂ। ਅਤੇ ਤੁਸੀਂ ਸਮਝਾਓ। ਆਂਦੇ ਮੈਂ ਇੰਦਰਾ ਗਾਂਧੀ ਕੋਲ ਟਾਈਮ ਲੈ ਕੇ ਇੰਦਰਾ ਗਾਂਧੀ ਕੋਲ ਚਲਾ ਗਿਆ, ਅਤੇ ਮੈਂ ਇੰਦਰਾ ਗਾਂਧੀ ਨੂੰ ਸਿੱਖ ਹਿਸਟਰੀ ਬਾਰੇ ਦੱਸਿਆ ਕਿ ਇੰਦਰਾ ਜੀ, ਸ਼ਾਇਦ ਤੁਸੀਂ ਸਿੱਖ ਹਿਸਟਰੀ ਨਹੀਂ ਜਾਣਦੇ, ਜਿਹੜਾ ਤੁਸੀਂ ਕਦਮ ਚੁੱਕਣ ਨੂੰ ਫਿਰਦੇ ਜੇ, ਇਹ ਸਿੱਖ ਛੱਡਦੇ ਨਹੀਂ, ਫਿਰ ਇਹ ਸਿੱਖਾਂ ਨੇ ਭੁੱਲਣਾ ਨਹੀਂ। ਕਹਿੰਦੇ ਮੈਂ ਸ਼ਹੀਦ ਊਧਮ ਸਿੰਘ ਹੋਰਾਂ ਬਾਰੇ ਜਾਂ ਜਿਹੜਾ ਵੀ ਸਿੱਖ ਇਤਿਹਾਸ ਸੀਗਾ, ਮੈਂ ਮੋਟਾ ਜਿਹਾ ਇੰਦਰਾ ਗਾਂਧੀ ਨੂੰ ਦੱਸਿਆ। ਅਤੇ ਕਹਿੰਦੇ ਇੰਦਰਾ ਗਾਂਧੀ ਨੇ ਮੈਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਗੱਲ ਨਾ ਕਰੋ, ਤੁਸੀਂ ਰਾਜੀਵ ਜੀ ਨਾਲ ਗੱਲ ਕਰੋ, ਕਿਉਂਕਿ ਰਾਜੀਵ ਲੌਬੀ ਉਸ ਸਮੇਂ ਬਹੁਤ ਭਾਰੀ ਹੋ ਚੁੱਕੀ ਸੀ। ਅਤੇ ਰਾਜੀਵ ਗਾਂਧੀ ਜਿਹੜਾ ਪਾਰਲੀਮੈਂਟ 'ਚ ਚੋਣਾਂ ਜਿੱਤਣ ਲਈ ਇਹ ਜਿਹੜਾ ਆ ਉਹ ਸਾਰਾ ਇਹ ਪੱਤਾ ਖੇਡ ਰਿਹਾ ਸੀਗਾ। ਉਹਨੇ ਤਾਂ ਇੱਥੋਂ ਤੱਕ ਕਹਿਤਾ ਕਿ ਇਹਦੇ ਵਿੱਚ ਜਿਹੜੀ ਸੋਵੀਅਤ ਯੂਨੀਅਨ ਸੀ ਉਸ ਸਮੇਂ ਦੀ, ਜਿਹਦੇ ਵਿੱਚ ਹਰਕ੍ਰਿਸ਼ਨ ਸਰਜੀਤ ਵਰਗੇ ਵੀ ਜਾਂ ਜਿਹੜੀਆਂ ਕਮਿਊਨਿਸਟ ਪਾਰਟੀਆਂ ਸੀਗੀ, ਉਹ ਸਾਰੇ ਸੋਵੀਅਤ ਯੂਨੀਅਨ ਦਾ ਹਿੰਦੁਸਤਾਨ ਦੇ ਉੱਤੇ ਗਲਬਾ ਚਾਹੁੰਦੇ ਸੀਗੇ। ਅਤੇ ਸੋਵੀਅਤ ਯੂਨੀਅਨ ਦੇ ਨਾਲ ਜਿਹੜੀ ਸੋਨੀਆ ਗਾਂਧੀ ਸੀ ਉਹਦੀ ਬਹੁਤ ਜ਼ਿਆਦਾ ਬਣਦੀ ਸੀ। ਮਤਲਬ ਜਿਹੜੇ ਗਾਂਧੀ ਪਰਿਵਾਰ ਦੇ ਵਿੱਚੋਂ ਜੋ ਸਭ ਤੋਂ ਵੱਧ ਸੋਵੀਅਤ ਯੂਨੀਅਨ ਨਾਲ ਉਹਨੇ ਕਿਹਾ ਕਿ ਸੋਨੀਆ ਗਾਂਧੀ ਦੀ ਬਣਦੀ ਸੀ। ਆਂਦੇ ਮੈਂ ਮਹਿਸੂਸ ਕਰਦਾ ਹਾਂ ਕਿ ਸੋਵੀਅਤ ਯੂਨੀਅਨ ਦੇ ਇਸ਼ਾਰੇ 'ਤੇ ਜਿਹੜਾ ਸੋਨੀਆ ਗਾਂਧੀ ਨੇ ਰਾਜੀਵ ਗਾਂਧੀ ਦੇ ਉੱਤੇ ਦਬਾਅ ਬਣਾਇਆ, ਅਤੇ ਰਾਜੀਵ ਗਾਂਧੀ ਨੇ ਜਿਹੜੀ ਹੈ ਸਾਰੀ ਘਾੜਤ ਘੜੀ, ਅਤੇ ਜਿਹਦੇ ਵਿੱਚ ਉਹਨਾਂ ਦੇ ਸਾਰੇ ਮਨਸੂਬੇ ਉਹਨਾਂ ਨੇ ਆਪਦੇ ਪੂਰੇ ਕਰਨ ਦੀ ਖਾਤਰ, ਜਿੱਥੇ ਉਹਨਾਂ ਦਾ ਚੋਣਾਂ ਜਿੱਤਣ ਦਾ ਮਨਸੂਬਾ ਸੀਗਾ, ਦੂਸਰੇ ਬੰਨੇ ਜਿਹੜੀਆਂ ਸੋਵੀਅਤ ਯੂਨੀਅਨ ਵਰਗੀਆਂ ਜਿਹੜੀਆਂ ਇੱਥੋਂ ਕਮਿਊਨਿਸਟਾਂ ਵਾਸਤੇ ਸਿੱਖੀ ਜਿਹੜੀ ਹੈ, ਸਿੱਖ ਸੰਘਰਸ਼ ਜਿਹੜਾ ਇੱਕ ਖਤਰਾ ਬਣ ਰਿਹਾ ਸੀਗਾ, ਉਹਨਾਂ ਦੇ ਇਰਾਦੇ ਪੂਰੇ ਕਰਨ ਦੀ ਖਾਤਰ ਜਿਹੜਾ ਆ ਉਹਨਾਂ ਨੇ ਸੋਨੀਆ ਗਾਂਧੀ ਦੇ ਰੋਲ ਦੀ ਗੱਲ ਕੀਤੀ ਹੈ। ਹੁਣ ਮੇਰਾ ਸਵਾਲ ਇਹ ਉੱਠਦਾ ਕਿ ਇਹ ਗੱਲਾਂ ਸਾਰੀਆਂ ਇਤਿਹਾਸਕ ਸੱਚ ਹੈ, ਸਾਹਮਣੇ ਆ ਚੁੱਕਾ ਹੈ। ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਹ 'ਚ ਕੋਈ ਡਰਾਮਾ ਨਹੀਂ, ਕੋਈ ਵੀ ਗੁਨਾਹ ਕਰਦਾ, ਚਾਹੇ ਕੋਈ ਵੱਡਾ ਕਰਦਾ ਹੈ, ਚਾਹੇ ਕੋਈ ਛੋਟੇ ਤੋਂ ਛੋਟਾ ਕਰਦਾ, ਜਿਹੜਾ ਸਿੱਖੀ ਪਰੰਪਰਾਵਾਂ ਦੇ ਵਿਰੁੱਧ ਜਾਂਦਾ ਆ, ਸਿੱਖ ਸਿਧਾਂਤ ਦੇ ਵਿਰੁੱਧ ਜਾਂਦਾ, ਉਹਦੇ ਵਿਰੁੱਧ ਕਾਰਵਾਈ ਕਰਨੀ ਬਣਦੀ ਹੈ, ਅਤੇ ਕਰਨੀ ਚਾਹੀਦੀ ਵੀ ਹੈ, ਅਤੇ ਹੋਈਆਂ ਵੀ ਨੇ। ਫਿਰ ਗਾਂਧੀ ਪਰਿਵਾਰ ਕਿਉਂ ਬਖਸ਼ਿਆ ਗਿਆ? ਕਿ ਗਾਂਧੀ ਪਰਿਵਾਰ ਦਾ ਏਡਾ ਵੱਡਾ ਗੁਨਾਹ ਆਜ਼ਾਦ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਦੇ ਉੱਤੇ, ਦੁਨੀਆ ਦੇ ਸਭ ਤੋਂ ਪਵਿੱਤਰ ਸਥਾਨ ਦੇ ਉੱਤੇ, ਜਿਹਦੇ 4 ਦਰਵਾਜ਼ੇ ਹੋਣ, ਜਿੱਥੇ ਸਿੱਖ ਤਾਂ ਸਜਦਾ ਕਰਦੇ ਹੀ ਕਰਦੇ ਆ, ਹਿੰਦੂ ਵਾਸਤੇ ਵੀ, ਮੁਸਲਮਾਨ ਵਾਸਤੇ ਵੀ, ਹਰੇਕ ਵਰਨ ਵਾਸਤੇ, ਹਰੇਕ ਧਰਮ ਵਾਸਤੇ ਜਿਹਦੇ ਦਰਵਾਜ਼ੇ ਖੁੱਲ੍ਹੇ ਹੈ, ਅਤੇ ਜਿਹਦਾ ਨੀਂਹ ਪੱਥਰ ਹੀ ਜਿਹੜਾ ਆ ਇੱਕ ਮੁਸਲਿਮ ਫਕੀਰ ਨੇ ਰੱਖਿਆ ਹੋਵੇ, ਸਾਈਂ ਮੀਆਂ ਮੀਰ ਜੀ ਨੇ, ਉਹ ਇਹ ਤੋਂ ਵੱਡੀ ਜਿਹੜੀ ਸਰਬ ਸਾਂਝੀ ਵਾਲਤਾ ਦਾ ਜਿੱਥੋਂ ਉਪਦੇਸ਼ ਮਿਲਦਾ ਹੋਵੇ, ਅਤੇ ਜਿਹਦੀ ਨੀਂਹ ਜਿਹੜੀ ਆ ਸਰਬ ਸਾਂਝੀ ਵਾਲਤਾ ਦੇ ਵਿੱਚੋਂ ਰੱਖੀ ਗਈ ਹੋਵੇ, ਉਹਦੇ ਉੱਤੇ ਹਮਲਾ ਕਰਨ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਸਿੱਖਾਂ ਦੇ ਦੁਸ਼ਮਣ ਨਾਲ ਗਰਦਾਨਣਾ, ਇਹ ਸਾਡੇ ਜਥੇਦਾਰਾਂ ਦੇ ਰੋਲ ਦੀ ਕਮਜ਼ੋਰੀ ਦਾ ਪੱਖ ਨਹੀਂ ਗਾ? ਤੁਹਾਨੂੰ ਲੱਗਦਾ ਵੀ ਉਦੋਂ ਜਥੇਦਾਰ ਨੇ ਜਿਹੜੇ ਨੇ ਉਹ ਬਹੁਤ ਵੱਡੀ ਇੱਕ ਕਮਜ਼ੋਰੀ ਸੀ ਉਹਨਾਂ ਦੀ, ਜੇ ਕਿਤੇ ਉਦੋਂ ਐਲਾਨ ਕਰ ਦਿੱਤੇ ਜਾਂਦੇ ਵੀ ਸਿੱਖਾਂ ਦੇ ਦੁਸ਼ਮਣ ਨੇ ਇਹ, ਅਤੇ ਉਦੋਂ ਫਿਰ ਅੱਗੇ ਚੱਲ ਕੇ ਜਿਹੜਾ ਸਾਰਾ ਵਾਰਤਾਲਾਪ ਹੋਇਆ ਜਾਂ ਜੋ ਵੀ ਹੋਇਆ, ਉਹ ਕਹਾਣੀ ਕੁਝ ਹੋਰ ਹੋਣੀ ਸੀਗੀ। ਇਹ 'ਚ ਕੁਝ ਡਰਾਮਾ ਨਹੀਂ ਹੈ। ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਇਸ ਤੋਂ ਵੱਡਾ ਸਿੱਖੀ ਦੇ ਉੱਤੇ ਹਮਲਾ ਕੋਈ ਹੈਗਾ? ਹੈ ਨਹੀਂ ਨਾ। ਅਤੇ ਜੇ ਸਿੱਖੀ ਦੇ ਉੱਤੇ ਹਮਲਾ ਕਰਨ ਵਾਲੇ ਲੋਕਾਂ ਦੇ ਵਿਰੁੱਧ ਜਿਨ੍ਹਾਂ ਦਾ ਫਰਜ਼ ਬਣਦਾ ਆ, ਮੈਂ ਉਹਨਾਂ ਸ਼ਖਸੀਅਤਾਂ ਦਾ ਸਤਿਕਾਰ ਕਰਦਾ, ਜਿਹੜਾ ਉਹਨਾਂ ਦਾ ਰੁਤਬਾ ਸੀਗਾ, ਅੱਜ ਵੀ ਸਤਿਕਾਰ ਕਰਦਾ। ਔਰ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਹੋਰਾਂ ਨੇ, ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਹੋਰਾਂ ਨੇ 1-2 ਸੰਦੇਸ਼ ਵੀ ਉਸ ਸਮੇਂ ਅਜਿਹੇ ਜਾਰੀ ਕੀਤੇ ਸੀ ਜਿਹੜੇ ਕਿ ਰੂਹ ਤੋਂ ਚੰਗੇ ਨਹੀਂ ਸੀ ਲੱਗਦੇ, ਪਰ ਬਾਬੇ ਜਰਨੈਲ ਸਿੰਘ ਹੋਰਾਂ ਨੇ ਉਹਦੀ ਵੀ ਪਾਲਣਾ ਕੀਤੀ। ਉਹਨਾਂ ਹੁਕਮਾਂ ਦੀ ਵੀ ਪਾਲਣਾ ਕੀਤੀ ਕਿ ਜਥੇਦਾਰ ਸਾਹਿਬ ਨੇ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਹੁਕਮ ਜਾਰੀ ਕੀਤੇ ਹੈ। ਅਤੇ ਜੇ ਜਥੇਦਾਰ ਸਾਹਿਬ ਮਿਲਣੇ ਵੀ, ਇਹ ਨਹੀਂ ਕਿ ਜਥੇਦਾਰ ਸਾਹਿਬ ਹੋਰਾਂ ਨੂੰ ਪੂਰਾ ਸਤਿਕਾਰ ਵੀ ਦੇਣਾ, ਉਹਨਾਂ ਨੂੰ ਜੇ ਮੰਜੇ 'ਤੇ ਬੈਠੇ ਆ ਤਾਂ ਉਹਨਾਂ ਨੂੰ ਸਰਾਣੇ ਵਾਲੇ ਪਾਸੇ ਬਿਠਾਉਣਾ ਕਿ ਤੁਹਾਡਾ ਸਤਿਕਾਰ ਬਣਦਾ ਆ, ਇਹਦੇ ਬਾਵਜੂਦ ਵੀ। ਪਰ ਮੈਂ ਮਹਿਸੂਸ ਕਰਦਾ ਕਿ ਉਸ ਸਮੇਂ, ਕਿਉਂਕਿ ਜਿਹੜੇ ਜਥੇਦਾਰ ਸਾਹਿਬਾਨ ਸੀਗੇ, ਕਿ ਜਿੰਨੀਆਂ ਸਿੱਖ ਵਿਰੋਧੀ ਸ਼ਕਤੀਆਂ ਸੀ, ਜਾਂ ਕਹਿ ਦਈਏ ਕਿ ਕੇਂਦਰ ਦੀਆਂ ਸ਼ਕਤੀਆਂ ਸੀਗੀਆਂ, ਉਹ ਸਾਰੀਆਂ ਉਹਨਾਂ ਦੇ ਦੁਆਲੇ ਹੋਈਆਂ ਸੀਗੀਆਂ।
ਉਹਨਾਂ ਨੂੰ ਹੋ ਸਕਦਾ ਕਿ ਜਥੇਦਾਰ ਸਾਹਿਬਾਨ ਰੂਹ ਤੋਂ ਕੋਈ ਕਦਮ ਚੁੱਕਣਾ ਚਾਹੁੰਦੇ ਹੋਣ, ਕੋਈ ਫੈਸਲਾ ਲੈਣਾ ਚਾਹੁੰਦੇ ਹੋਣ, ਕੋਈ ਕੌਮ ਨੂੰ ਸੰਦੇਸ਼, ਕੋਈ ਹੁਕਮ ਦੇਣਾ ਚਾਹੁੰਦੇ ਹੋਣ, ਪਰ ਉਹਨਾਂ ਏਜੰਸੀਆਂ ਨੇ, ਉਹਨਾਂ ਸ਼ਕਤੀਆਂ ਨੇ ਉਹਨਾਂ ਨੂੰ ਰੋਕਿਆ ਹੋਵੇ, ਜਿਹੜਾ ਕਿ ਨਹੀਂ ਸੀ ਉਹਨਾਂ ਨੂੰ ਰੁਕਣਾ ਚਾਹੀਦਾ। ਹੁਣ ਤੁਸੀਂ ਦੇਖੋ ਕਿ ਗਿਆਨੀ ਜੈਲ ਸਿੰਘ ਜਿਹੜੇ ਦੇਸ਼ ਦੇ ਰਾਸ਼ਟਰਪਤੀ ਸੀ ਤੇ ਸਿੱਖ ਸੀ, 3 ਫੌਜਾਂ ਦੇ ਮੁਖੀ ਸੀ, ਉਹਨਾਂ ਦੇ ਹੁੰਦਿਆਂ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੇ ਵਿਰੁੱਧ ਹੁਕਮਨਾਮਾ ਜਾਰੀ ਹੁੰਦਾ ਹੈ। ਤੇ ਗਿਆਨੀ ਜੈਲ ਸਿੰਘ ਹੋਰੀ ਕੇਵਲ ਆਪਦਾ ਸਪਸ਼ਟੀਕਰਨ ਹੀ ਭੇਜਦੇ ਹੈ ਕਿ ਮੈਨੂੰ ਮੇਰਾ ਕੋਈ ਗੁਨਾਹ ਨਹੀਂ, ਮੈਨੂੰ ਪਤਾ ਨਹੀਂ ਸੀਗਾ, ਮੈਨੂੰ ਦੱਸ ਕੇ ਨਹੀਂ ਕੀਤਾ ਗਿਆ। ਹੁਣ ਸੁਬਰਾਮਨੀਅਮ ਸਵਾਮੀ ਕਹਿੰਦਾ ਕਿ ਗਿਆਨੀ ਜੈਲ ਸਿੰਘ ਹੋਰਾਂ ਨੂੰ ਘੱਟੋ ਘੱਟ ਮਹੀਨਾ, ਸਵਾ ਮਹੀਨਾ ਪਹਿਲਾਂ ਪਤਾ ਸੀਗਾ ਵੀ ਇੰਦਰਾ ਗਾਂਧੀ ਇਹ ਕਦਮ ਚੁੱਕਣ ਵਾਲੀ ਹੈ। ਤੇ ਹੁਣ ਜਾਂ ਤਾਂ ਫਿਰ ਸੁਬਰਾਮਨੀਅਮ ਸਵਾਮੀ ਗਲਤ ਹੈ, ਤੇ ਜੇ ਸੁਬਰਾਮਨੀਅਮ ਸਵਾਮੀ ਕੜੀ ਨਾ ਕੜੀ ਜੋੜਦਾ ਹੋਇਆ ਗਿਆਨੀ ਜੈਲ ਸਿੰਘ ਹੋਰਾਂ ਨੂੰ ਕਟਹਿਰੇ 'ਚ ਖੜਾ ਕਰਦਾ ਆ, ਤੇ ਗਿਆਨੀ ਜੈਲ ਸਿੰਘ ਹੋਰਾਂ ਦੀ ਭਾਵਨਾ ਵੀ ਕੋਈ ਮਾੜੀ ਨਹੀਂ, ਉਹਨਾਂ ਨੇ ਚੰਗੀ ਗੱਲ ਕੀਤੀ ਵੀ ਸਵਾਮੀ ਜੀ ਤੁਸੀਂ ਸਮਝਾ ਕੇ ਦੇਖੋ। ਤੇ ਪਰ ਗਿਆਨੀ ਜੈਲ ਸਿੰਘ ਹੋਰਾਂ ਦਾ ਫਰਜ਼ ਨਹੀਂ ਸੀ ਬਣਦਾ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਇੰਦਰਾ ਗਾਂਧੀ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਨ ਨੂੰ ਫਿਰਦੀ ਹੈ, ਤੇ ਤਿਆਗ ਉੱਥੇ ਦੇ ਕੇ ਅਸਤੀਫਾ ਮਾਰ ਕੇ ਇੰਦਰਾ ਗਾਂਧੀ ਦੇ ਮੂੰਹ 'ਤੇ ਕਿ ਮੈਂ ਸਿੱਖ ਕੌਮ ਦੇ ਨਾਲ ਖੜੋਤਾ। ਔਰ ਜੇ ਉਦੋਂ ਵੀ ਨਹੀਂ ਕਰ ਸਕੇ ਤਾਂ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਵੱਲ 1 ਜੂਨ ਨੂੰ ਗੋਲੀ ਚੱਲ ਗਈ ਸੀਗੀ, ਤੇ ਗਿਆਨੀ ਜੈਲ ਸਿੰਘ ਨੂੰ ਉਦੋਂ ਨਹੀਂ ਛੇੜਨਾ ਚਾਹੀਦਾ। ਹਾਂਜੀ, ਉਸ ਸਮੇਂ ਗਾਂਧੀ ਪਰਿਵਾਰ ਦੇ ਵਿਰੁੱਧ ਜਾਂ ਇੰਦਰਾ ਗਾਂਧੀ ਦੇ ਵਿਰੁੱਧ ਉਸ ਸਮੇਂ ਨਹੀਂ ਖੜ ਜਾਣਾ ਚਾਹੀਦਾ ਕਿ ਜਿਹੜੀ ਗੱਲ ਦਾ ਡਰ ਸੀਗਾ ਜਾਂ ਜਿਹੜੀ ਗੱਲ ਇੰਦਰਾ ਗਾਂਧੀ ਕਰਦੀ ਸੀ ਉਹ ਇਹਨੇ ਸ਼ੁਰੂਆਤ ਕਰਦੀ ਹੈ। ਤੇ ਗਿਆਨੀ ਜੈਲ ਸਿੰਘ ਨੂੰ ਸਿਰਫ ਸਪਸ਼ਟੀਕਰਨ ਦੇ ਉੱਤੇ ਹੀ ਗਿਆਨੀ ਜੈਲ ਸਿੰਘ ਪੇਸ਼ ਨਹੀਂ ਹੋਇਆ, ਬੂਟਾ ਸਿੰਘ ਪੇਸ਼ ਹੋਇਆ ਸੀਗਾ। ਤੇ ਗਿਆਨੀ ਜੈਲ ਸਿੰਘ ਨੂੰ ਉਸ ਸਮੇਂ ਦੇ ਜਥੇਦਾਰ ਸਾਹਿਬਾਨ ਨੇ ਮੁਕਤ ਕਰਤਾ, ਜਿਹੜਾ ਉਹਨਾਂ ਨੂੰ ਪੰਥ 'ਚੋਂ ਛਕਿਆ ਸੀਗਾ। ਇਹ ਜਿਹੇ ਫੈਸਲੇ ਕਈ ਹੋਏ ਨੇ ਜਿਨ੍ਹਾਂ ਦੇ ਉੱਤੇ ਅਸੀਂ ਅੱਜ ਕਿੰਤੂ ਪ੍ਰੰਤੂ ਕਰ ਸਕਦੇ ਹਾਂ, ਪਰ ਕਿਉਂਕਿ ਜਥੇਦਾਰ ਸਾਹਿਬਾਨ ਦਾ ਆਪਦਾ ਇੱਕ ਰੁਤਬਾ ਆ। ਪਰ ਮੈਨੂੰ, ਮੇਰੇ ਵਰਗੇ ਇੱਕ ਸਿੱਖ ਨੂੰ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਹੈ ਕਿ ਜਿਹੜੇ ਲੋਕਾਂ ਨੇ ਆਜ਼ਾਦ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਐਡਾ ਵੱਡਾ ਧਰੋਹ ਕਮਾਇਆ ਹੋਵੇ, ਪਾਪ ਕਮਾਇਆ ਹੋਵੇ, ਐਡਾ ਵੱਡਾ ਗੁਨਾਹ ਕੀਤਾ ਹੋਵੇ, ਸਿੱਖੀ ਦੇ ਉੱਤੇ ਹਮਲਾ ਕੀਤਾ ਹੋਵੇ, ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਹੋਵੇ, ਤੇ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਸਭ ਤੋਂ ਵੱਧ ਸ਼੍ਰੀ ਦਰਬਾਰ ਸਾਹਿਬ ਦੀ ਧਰਤੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ, ਔਰ ਇਹਦੋਂ ਵੱਡਾ ਗੁਨਾਹ ਕਿ ਸ਼੍ਰੀ ਹਰਿਮੰਦਰ ਸਾਹਿਬ ਦੀ 4 ਦੀਵਾਰੀ ਤੋਂ ਬਾਹਰ ਹੀ ਇੰਦਰਾ ਗਾਂਧੀ ਦੀਆਂ ਫੋਟੋਆਂ ਰੱਖ ਕੇ ਉਹਦੀਆਂ ਬਰਸੀਆਂ ਮਨਾਈਆਂ ਜਾਂਦੀਆਂ, ਉਹਦੇ ਜਨਮ ਦਿਹਾੜੇ ਮਨਾਏ ਜਾਂਦੇ ਆ। ਇਹ ਜਿਹੜਾ ਆ ਇਹ ਦੁੱਖ ਦਿੰਦਾ। ਜੇ ਆਪਾਂ 1978 ਦੇ ਨਿਰੰਕਾਰੀ ਸਮਾਗਮ ਦੀ ਗੱਲ ਕਰਦੇ ਹਾਂ ਜੀ, ਨਿਰੰਕਾਰੀ ਸਮਾਗਮ ਦੇ ਵਿੱਚ ਐਡਾ ਵੱਡਾ ਘੋਰ ਪਾਪ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਕਹਿ ਰਹੇ ਸੀਗੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ 5 ਪਿਆਰੇ ਸਾਜੇ ਤੇ ਅਸੀਂ 7 ਸਿਤਾਰੇ ਸਾਜਾਂਗੇ, ਇਹ ਚੀਜ਼ਾਂ ਅੰਮ੍ਰਿਤਸਰ ਦੇ ਸਮਾਗਮ ਦੇ ਵਿੱਚ ਹੋਣ ਤੇ ਜਥੇਦਾਰ ਬੋਲੇ ਨਾ, ਬਾਬਾ ਜਰਨੈਲ ਸਿੰਘ ਜੀ ਸਹਾਰ ਨਾ ਸਕਣ, ਇਹਦੇ ਵਿੱਚ ਵੀ ਤੁਹਾਨੂੰ ਲੱਗਦਾ ਹੈ ਵੀ ਜਥੇਦਾਰ ਦੀ ਨਲਾਇਕੀ ਸੀ? ਦੇਖੋ, ਜਿੱਥੋਂ ਤੱਕ 1978 ਦੇ ਸਾਕੇ ਦੀ ਗੱਲ ਹੈ, ਇਹ 'ਚ ਕੋਈ ਦਰਾਵਾਂ ਨਹੀਂ ਗਿਆ ਕਿ ਜਿਹੜੇ ਨਰਕ ਧਾਰਗੇ ਸੀਗੇ, ਜਿਸ ਤਰ੍ਹਾਂ ਦਾ ਉਹ ਸਿੱਖੀ ਦੇ ਉੱਤੇ ਹਮਲਾ ਕਰਦੇ ਸੀ, ਆਪਣੇ ਆਪ ਨੂੰ ਨਿਰੰਕਾਰੀ ਕਹਾਉਂਦੇ ਸੀਗੇ, ਇੱਕ ਸੰਪਰਦਾ ਉਹ ਵੀ ਹੈਗੀ ਜਿਹੜੀ ਅਸਲੀ ਨਿਰੰਕਾਰੀ ਸੀਗੀ, ਜਿਹੜੇ ਨਿਰੰਕਾਰੀ ਮਿਸ਼ਨ ਨੂੰ ਲੈ ਕੇ ਚੱਲਦੇ ਸੀ। ਇਹ ਨਕਲੀ ਨਿਰੰਕਾਰੀ ਸੀਗੇ ਜਿਹੜੇ ਉੱਥੋਂ ਬੂਟਾ ਸਿੰਘ ਵਗੈਰਾ, ਗੁਰਬਚਨ ਸਿੰਘ ਦਾ ਸ਼ਾਇਦ ਪਿਓ ਸੀਗਾ, ਉਹਨਾਂ ਨੂੰ ਉੱਥੋਂ ਕੱਢਿਆ ਗਿਆ ਸੀਗਾ, ਤੇ ਜਿਹਨੇ ਆਪਦਾ ਵੱਖਰਾ ਹੀ, ਇਹ ਸਾਰੇ ਵੱਖਰੇ ਚਲਾ ਲੈਂਦੇ ਨੇ, ਜਿਵੇਂ ਆਪਾਂ ਰਾਧਾ ਸਵਾਮੀਆਂ ਦੇ ਵਿੱਚੋਂ ਵੀ ਵੱਖਰੇ ਨੇ, ਬਹੁਤ ਵੱਖਰਾ ਚਲਾ ਲਿਆ ਸੀਗਾ, ਔਰ ਸਿੱਖੀ ਦੇ ਉੱਤੇ ਸਿੱਧੇ ਰੂਪ 'ਚ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸੀ। ਔਰ ਵੱਡੇ ਮਹਾਂਪੁਰਸ਼ਾਂ ਦੇ ਵੇਲੇ ਤੋਂ ਹੀ, ਸੰਤ ਬਾਬਾ ਕਰਤਾਰ ਸਿੰਘ ਹੋਰਾਂ ਦੇ ਵੇਲੇ ਤੋਂ ਹੀ ਸਿੱਧੀ ਲੜਾਈ ਜਿਹੜੀ ਹੈ ਨਿਰੰਕਾਰੀਆਂ ਦੇ ਨਾਲ ਸਿੱਖਾਂ ਦੀ, ਔਰ ਖਾਸ ਕਰਕੇ ਦਮਦਮੀ ਟਕਸਾਲ ਨੇ ਇਹਦੇ ਬਾਰੇ ਆਵਾਜ਼ ਵੀ ਬੁਲੰਦ ਕੀਤੀ ਔਰ ਕਦਮ ਵੀ ਚੁੱਕੇ। ਔਰ ਜਿਹੜਾ 78 ਦੇ ਵਿੱਚ ਜੋ ਕੁਛ ਵੀ ਸਾਕਾ ਵਾਪਰਦਾ ਆ, ਔਰ 13 ਸਿੰਘ ਸ਼ਹੀਦ ਹੁੰਦੇ ਨੇ, ਔਰ ਬਾਬੇ ਜਰਨੈਲ ਸਿੰਘ ਹੋਰੀ ਜੋ ਕਦਮ ਚੁੱਕਦੇ ਨੇ, ਔਰ ਉਸ ਸਮੇਂ ਜਿਹੜੇ ਜਥੇਦਾਰ ਸੀ ਗਿਆਨੀ ਸਾਧੂ ਸਿੰਘ ਭੌਰਾ, ਮੇਰਾ ਖਿਆਲ ਉਹੀ ਸੀਗੇ, ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਸੀਗਾ ਨਿਰੰਕਾਰੀਆਂ ਦੇ ਵਿਰੁੱਧ। ਜਿਹੜਾ ਨਿਰੰਕਾਰੀ ਅਤੇ ਸਿੱਖਾਂ ਦਾ ਜਿਹੜਾ ਟਕਰਾਅ ਵੱਧਦਾ ਜਾ ਰਿਹਾ ਸੀ, ਮਤਲਬ ਜਿਹੜਾ 13 ਸਿੰਘ ਸ਼ਹੀਦ ਹੋਏ ਸੀ, ਜੋ ਕੁਛ ਉਹਨਾਂ ਨੇ ਕੀਤਾ ਸੀਗਾ, ਉਹਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਸਮੇਂ ਦੇ ਜਥੇਦਾਰ ਸਾਹਿਬਾਨ ਨੇ ਬਕਾਇਦਾ ਇੱਕ ਹੁਕਮਨਾਮਾ ਜਾਰੀ ਕੀਤਾ ਸੀਗਾ ਕਿ ਜਿਹੜੇ ਇਹ ਗੁਰਬਚਨਾਂ ਅਤੇ ਇਹ ਜਿਹੜੇ ਨਿਰੰਕਾਰੀ ਮਿਸ਼ਨ ਕਹਾਉਂਦੇ ਨੇ, ਇਹ ਸਿੱਖ ਵਿਰੋਧੀ ਨੇ,
ਕੋਈ ਵੀ ਸਿੱਖ ਜਿਹੜਾ ਆ ਅੱਜ ਤੋਂ ਇਹਨਾਂ ਨਕਲੀ ਨਿਰੰਕਾਰੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝ ਨਹੀਂ ਰੱਖੇਗਾ। ਇਹ ਬਕਾਇਦਾ ਉਦੋਂ ਹੀ ਜਿਹੜਾ ਆ ਵਿਸਾਖੀ 1978 ਦੇ 13 ਸਿੰਘਾਂ ਦੀ ਸ਼ਹੀਦੀ ਵਾਲੇ ਸਾਕੇ ਤੋਂ ਬਾਅਦ ਜਾਰੀ ਕਰ ਦਿੱਤਾ ਗਿਆ ਸੀ। ਬਾਬਾ ਜਰਨੈਲ ਸਿੰਘ ਜੀ ਨੂੰ ਕਾਂਗਰਸ ਦਾ ਏਜੰਟ ਜਿਹੜਾ ਹੈਗਾ ਉਹ ਪ੍ਰਚਾਰਿਆ ਗਿਆ। ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਵਾਕਈ ਉਹਨਾਂ ਨੂੰ ਕਾਂਗਰਸ ਦਾ ਏਜੰਟ ਮੰਨਦੇ ਨੇ। ਹਰਨੇਕ ਸਿੰਘ ਨੇਕੀ ਦੀ ਗੱਲ ਕਰੀਏ, ਨਿਊਜ਼ੀਲੈਂਡ ਤੋਂ ਸ਼ਰੇਆਮ ਬਾਬਾ ਜਰਨੈਲ ਸਿੰਘ ਜੀ ਨੂੰ ਗਲਤ ਬੋਲਦਾ ਹੈ। ਜਿੰਨੇ ਸਿੰਘ ਸ਼ਹੀਦ ਹੋਏ ਉਹਨਾਂ ਨੂੰ ਆਖਦਾ ਵੀ ਇਹਨਾਂ ਨੇ ਦਿਮਾਗ ਤੋਂ ਕੰਮ ਨਹੀਂ ਲਿਆ। ਕੀ ਕਹਿਣਾ ਚਾਹੁੰਦੇ ਹੋ ਵੀ ਅੱਜ ਵੀ ਲੋਕ ਉਹਨਾਂ ਨੂੰ ਕਈ ਜਿਹੜੇ ਹੈਗੇ ਨੇ ਕਾਂਗਰਸ ਦਾ ਏਜੰਟ ਮੰਨਦੇ ਨੇ? ਦੇਖੋ, ਜਿੱਥੋਂ ਤੱਕ ਜਿਹਦਾ ਤੁਸੀਂ ਨਾਂ ਲਿਆ, ਪਤਾ ਨਹੀਂ ਨੇਕੀ ਹੈ, ਉਹਦੀ ਕਾਹਦੀ ਜ਼ੁਬਾਨ ਲੱਗੀ ਹੈ, ਇਹੋ ਜਿਹੇ ਦੇ ਉੱਤੇ ਮੇਰਾ ਖਿਆਲ ਹੈ ਕਿ ਕੋਈ ਪ੍ਰਤੀਕਿਰਿਆ ਦੇਣਾ ਹੀ ਮੇਰਾ ਖਿਆਲ ਹੈ ਕਿ ਸ਼ੋਭਦਾ ਨਹੀਂ। ਇਹੋ ਜਿਹੇ ਲੋਕ ਸ਼ੁਰੂ ਤੋਂ ਹੀ ਰਹੇ ਨੇ। ਇਹੋ ਜਿਹੇ ਲੋਕ ਜਿਹੜੇ ਨੇ, ਇਹੋ ਜਿਹੀ ਸੋਚ ਦੇ ਲੋਕ, ਇਹੋ ਜਿਹੀ ਮਾੜੀ ਮਾਨਸਿਕਤਾ ਦੇ ਲੋਕ ਜਿਹੜੇ ਨੇ, ਇਹ ਤੁਹਾਨੂੰ ਗੁਰੂ ਕਾਲ ਵੇਲੇ ਵੀ ਮਿਲ ਜਾਣਗੇ, ਉਸ ਸਮੇਂ ਵੀ ਮਿਲ ਜਾਣਗੇ, ਜਿਹੜੇ ਗੁਰੂ ਸਾਹਿਬਾਨ ਦੇ ਉੱਤੇ ਵੀ ਕਿੰਤੂ ਪ੍ਰੰਤੂ ਕਰਦੇ ਰਹੇ ਨੇ। ਅਤੇ ਜਿੱਥੋਂ ਤੱਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਸੰਬੰਧ ਹੈ, ਉਸ ਸਟੇਜ 'ਤੇ ਐਲਾਨੀਏ ਕਹਿੰਦੇ ਰਹੇ, ਜੰਮਿਆ ਅਕਾਲੀ ਸੀ, ਅੱਜ ਅਕਾਲੀ ਹਾਂ ਅਤੇ ਮਰਾਂਗਾ ਅਕਾਲੀ, ਇਹ ਲਫ਼ਜ਼ ਕਹਿੰਦੇ ਰਹੇ। ਔਰ ਦੂਸਰੀ ਗੱਲ ਜਿਹੜੀ ਆ, ਜਿਹੜੇ ਲੋਕ ਬਦਨਾਮ ਕਰਨ ਦੀ ਖਾਤਰ, ਕਿਉਂਕਿ ਕੁਛ ਮੀਡੀਆ ਅਜਿਹਾ ਸੀਗਾ। ਹੁਣ ਇੱਕ ਕਿਤਾਬ ਜਿਹੜੀ ਇੰਦਰਾ ਗਾਂਧੀ ਦੀ ਆਖਰੀ ਲੜਾਈ ਜਿਹਨੂੰ ਕਹਿੰਦੇ ਆ, ਲਾਸਟ ਬੈਟਲ ਆਫ ਇੰਦਰਾ ਗਾਂਧੀ, ਮਾਰਕ ਟੋਲੀ ਦੀ ਲਿਖੀ ਹੋਈ ਹੈ, ਸਤੀਸ਼ ਜੈਕਬ ਦੀ ਲਿਖੀ ਹੋਈ ਹੈ। ਸਾਡੇ ਵਾਲੇ ਉਹਨੂੰ ਬੜੀ ਮਾਨਤਾ ਦਿੰਦੇ ਉਸ ਕਿਤਾਬ ਨੂੰ, ਬੜੀ ਜੀ। ਉਹਨੇ ਮਾਰਕ ਟਲੀ ਨੇ ਲਿਖੀ ਹੈ ਜੀ, ਸਤੀਸ਼ ਜੈਕਬ ਨੇ ਲਿਖੀ ਹੈ। ਉਹਨੂੰ ਜਦੋਂ ਤੁਸੀਂ ਪੜ੍ਹਦੇ ਜੇ, ਸ਼ੁਰੂਆਤ 'ਚ ਜਿਹੜੀ ਉਹਦੀ ਭੂਮਿਕਾ ਹੀ ਹੈ, ਉਹਦੇ 'ਚ ਉਸ ਦਾ ਕਹਿੰਦਾ ਕਿ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਜੀ, ਇਹ ਪੈਦਾਇਸ਼ ਹੀ ਕਾਂਗਰਸ ਦੀ ਹੈ। ਅਸੀਂ ਉਹਨੂੰ ਇੱਕ ਹਿਸਟੋਰੀਕਲ ਡਾਕੂਮੈਂਟ ਮੰਨੀ ਬੈਠੇ ਹਾਂ। ਇਹ ਜਿਹੜੇ ਜਿਨ੍ਹਾਂ ਲੋਕਾਂ ਨੇ ਅਜਿਹਾ ਪ੍ਰਚਾਰ ਕੀਤਾ, ਇਹ ਸਿੱਖੀ ਤੋਂ ਦੂਰ ਸੀ। ਹਾਂ, ਇਹ 'ਚ ਕੋਈ ਡਰਾਵਾ ਨਹੀਂ ਗਿਆ ਕਿ ਜਿਸ ਸਮੇਂ ਅਕਾਲੀ ਦਲ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਇਹ ਮੋਰਚਾ ਸ਼ੁਰੂ ਕੀਤਾ ਹੈ, ਅਤੇ ਕਾਂਗਰਸ ਦੀ ਵੀ ਸ਼ਾਇਦ ਵਿੱਚੋਂ ਮਨਸ਼ਾ ਇਹ ਹੋਵੇ ਕਿ ਵਾਹ ਚੰਗਾ ਹੋਇਆ, ਹੁਣ ਅਕਾਲੀ ਦਲ ਦੇ ਪੈਰਲਲ ਇੱਕ ਸ਼ਕਤੀ ਉੱਠ ਖੜੋਤੀ ਹੈ ਵੀ ਹੁਣ ਅਕਾਲੀ ਖਤਮ ਹੋ ਜਾਣਗੇ ਅਤੇ ਬਾਬਾ ਜਰਨੈਲ ਸੋਹਰੀ ਉੱਠਣਗੇ, ਅਕਾਲੀ ਸ਼ਕਤੀ ਵੰਡੀ ਜਾਊਗੀ। ਇਹ ਉਹਨਾਂ ਦੀ ਮਨਸ਼ਾ ਹੋ ਸਕਦੀ ਹੈ ਕਾਂਗਰਸ ਦੀ, ਜਾਂ ਜਿਹੜੇ ਸਿੱਖ ਵਿਰੋਧੀ ਸ਼ਕਤੀਆਂ ਸੀ ਉਹਨਾਂ ਦੀ ਹੋ ਸਕਦੀ ਹੈ, ਉਹ ਸੋਚ ਹੋ ਸਕਦੀ ਹੈ। ਅਤੇ ਬਾਕੀ ਜਿੱਥੋਂ ਤੱਕ ਹੈ, ਹਰੇਕ ਸਿੱਖ ਨੂੰ ਮਾਣ ਸੀ ਬਾਬਾ ਜਰਨੈਲ ਸਿੰਘ ਹੋਰਾਂ ਦੀ ਸੋਚ 'ਤੇ, ਉਹਨਾਂ ਦੀ ਅਗਵਾਈ 'ਤੇ। ਇਸੇ ਕਰਕੇ ਹੀ ਇਹ ਜਿਹੜਾ ਮੇਰਾ ਖਿਆਲ ਹੈ ਕਿ ਸਮੁੱਚੀ ਸਿੱਖ ਕੌਮ ਦਾ ਮੈਂ ਅਜੇ ਤੱਕ ਇੱਕ ਵਾਹਿਦ ਇੱਕ ਸ਼ਖਸੀਅਤ ਧੁਰਾ ਬਣਦੀ ਨਹੀਂ ਦੇਖੀ। ਗੁਰੂ ਸਾਹਿਬਾਨ ਦੇ ਕਾਲ ਤੋਂ ਬਾਅਦ, ਗੁਰੂ ਸਾਹਿਬਾਨ ਦੇ ਕਾਲ ਤੋਂ ਬਾਅਦ ਜੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ, ਅਤੇ ਇੱਥੇ ਵੱਖਰੇ ਜਿਹੜੀਆਂ ਚਾਹੇ ਪਟਿਆਲਾ ਰਿਆਸਤ ਸੀਗੀ, ਚਾਹੇ ਜੀਂਦ ਰਿਆਸਤ ਸੀਗੀ, ਚਾਹੇ ਨਾਭਾ ਰਿਆਸਤ ਸੀਗੀ, ਚਾਹੇ ਫਰੀਦਕੋਟ ਰਿਆਸਤ ਸੀ, ਰਿਆਸਤਾਂ ਵੀ ਰਹੀਆਂ ਨੇ। ਮਤਲਬ ਇੱਕ ਝੰਡੇ ਦੇ ਥੱਲੇ, ਜਿਹੜੇ ਕਹਿ ਦਈਏ ਕਿ ਇੱਕ ਆਗੂ ਦੀ ਅਗਵਾਈ ਦੇ ਥੱਲੇ ਜੇ ਕੌਮ ਇਕੱਤਰ ਹੋਈ, ਤਾਂ ਬਾਬੇ ਜਰਨੈਲ ਸਿੰਘ ਦੀ ਉਸ ਜਿਹੜੀ ਸੋਚ ਸੀਗੀ, ਉਹਦੇ ਕਰਕੇ ਉਹਨਾਂ ਦੀ ਅਗਵਾਈ ਦੇ ਥੱਲੇ ਇਕੱਠੀ ਹੋਈ ਸੀ। ਆਮ ਲੋਕ ਅਜੇ ਵੀ ਕਹਿ ਦਿੰਦੇ ਨੇ ਵੀ ਮਹਿਤੇ ਤੋਂ ਅਕਾਲ ਤਖਤ 'ਤੇ ਆਉਣ ਦੀ ਕੀ ਲੋੜ ਸੀ, ਜੰਗ ਸੀ ਜਿਹੜੀ ਇਹ ਮਹਿਤਾ ਚੌਂਕ ਦੇ ਵਿੱਚ ਬੈਠ ਕੇ ਵੀ ਲੜੀ ਜਾ ਸਕਦੀ ਸੀ। ਦੇਖੋ, ਭਾਈ ਅਮਰੀਕ ਸਿੰਘ ਹੋਰਾਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ, ਉਹਨਾਂ ਦੇ ਮਗਰ ਬਾਬਾ ਥਾਰਾ ਸਿੰਘ ਜੀ ਜਾਂਦੇ ਆ, ਉਹਨਾਂ ਦੀ ਗ੍ਰਿਫਤਾਰੀ ਕਰ ਲਈ ਜਾਂਦੀ ਹੈ। ਬਾਬਾ ਥਾਰਾ ਸਿੰਘ ਜੀ ਵੀ ਦਮਦਮੀ ਟਕਸਾਲ ਦੇ ਵਿੱਚ ਬਾਬਾ ਜਰਨੈਲ ਸਿੰਘ ਹੋਰਾਂ ਤੋਂ ਬਾਅਦ, ਜਿਸ ਤਰ੍ਹਾਂ ਠਾਕਰ ਸਿੰਘ ਸੀਗੇ, ਠਾਕਰ ਸਿੰਘ ਜੀ ਹੋਰਾਂ ਨੂੰ ਤੇ ਮਾਣ ਜਿਹੜਾ ਆ ਜਥੇ ਦੇ ਵਿੱਚ ਮਹਾਂਪੁਰਸ਼ਾਂ ਤੋਂ ਵੱਧ ਦਿੱਤਾ ਜਾਂਦਾ ਸੀਗਾ, ਅਤੇ ਮਹਾਂਪੁਰਸ਼ ਵੀ ਉਹਨਾਂ ਨੂੰ ਦਿੰਦੇ ਸੀਗੇ। ਪਰ ਜੇ ਮਹਾਂਪੁਰਸ਼ਾਂ ਤੋਂ ਬਾਅਦ ਭਾਈ ਅਮਰੀਕ ਸਿੰਘ ਅਤੇ ਨਾਲ ਹੀ ਬਾਬੇ ਥਾਰਾ ਸਿੰਘ ਹੋਰੀ ਗਿਣੇ ਜਾਂਦੇ ਸੀਗੇ, ਅਤੇ ਦੋਨੋਂ ਹੀ ਜਥੇ ਦੇ ਜਿਹੜੇ ਮੋਢੀ ਨੇ ਉਹ ਗ੍ਰਿਫਤਾਰ ਹੋ ਜਾਂਦੇ ਨੇ। ਔਰ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਨੇ ਜੋ ਭਾਈ ਅਮਰੀਕ ਸਿੰਘ ਹੋਰਾਂ ਨਾਲ ਕਮਿਟਮੈਂਟ ਕੀਤੀ ਸੀਗੀ, ਜੋ ਉਹਨਾਂ ਦੇ ਨਾਲ ਉਹਨਾਂ ਦੀ ਸਾਂਝ ਸੀਗੀ, ਤਾਂ ਭਾਈ ਅਮਰੀਕ ਸਿੰਘ ਨੂੰ ਫੜ ਕੇ ਸਮੇਂ ਦੀ ਹਕੂਮਤ ਨੇ ਜੇਲ੍ਹ 'ਚ ਸੁੱਟਤਾ ਹੋਵੇ, ਅਤੇ ਬਾਬੇ ਜਰਨੈਲ ਸੋਹਰੀ ਅਤੇ ਉੱਠ ਕੇ ਕਮਰ ਕੱਸਾ ਵੀ ਨਾ ਕਰਨ, ਇਹ ਕਦੀ ਹੋ ਸਕਦਾ ਹੈ? ਬਾਬੇ ਜਰਨੈਲ ਸੋਹਰੀ ਉਹਨਾਂ ਦਿਨਾਂ 'ਚ
ਬਹੁਤ ਜ਼ਿਆਦਾ ਬਿਮਾਰ ਸੀਗੇ ਔਰ ਉਹਨਾਂ ਦਾ ਇਲਾਜ ਚੱਲ ਰਿਹਾ ਸੀ। ਡਾਕਟਰਾਂ ਨੇ ਕਿਹਾ ਸੀਗਾ ਕਿ ਘੱਟੋ ਘੱਟ ਤੁਸੀਂ ਇੰਨਾ ਸਮਾਂ ਬਿਸਤਰੇ ਤੋਂ ਵੀ ਇੱਕ ਤਰ੍ਹਾਂ ਨਹੀਂ ਉੱਠਣਾ। ਤੇ ਹਾਲਾਤ ਇਹੋ ਜਿਹੇ ਬਣੇ ਕਿ ਉਹਨਾਂ ਨੂੰ ਬਿਮਾਰੀ ਦੀ ਹਾਲਤ 'ਚ ਆਣ ਕੇ ਮੋਰਚਾ ਲਾਉਣਾ ਪਿਆ। ਤੇ ਮੋਰਚਾ ਉਹਨਾਂ ਦਾ ਉਸ ਸਮੇਂ ਇਹੀ ਸੀਗਾ ਕਿ ਜਿਹੜੇ ਭਾਈ ਅਮਰੀਕ ਸਿੰਘ, ਬਾਬਾ ਥਾਰਾ ਸਿੰਘ ਤੇ ਜਿਹੜੇ ਹੋਰ ਜਥੇ ਦੇ ਸਿੰਘ ਫੜੇ ਹੈ, ਜਾਂ ਜਿਹੜੇ ਵੀ ਸਾਡੇ ਨਾਲ ਸੰਬੰਧਿਤ ਟਕਸਾਲ ਦੇ ਸਿੰਘ ਆ ਜਾਂ ਫੈਡਰੇਸ਼ਨ ਦੇ ਸਿੰਘ ਆ, ਜਾਂ ਜਿਹੜੇ ਹੋਰ ਕੇਸਾਂ ਦੇ ਵਿੱਚ ਸਿੱਖ ਗ੍ਰਿਫਤਾਰ ਕੀਤੇ, ਉਹ ਸਾਰੇ ਰਿਹਾ ਕਰੋ। ਇਹ 19 ਜੁਲਾਈ 1982 ਨੂੰ ਬਾਬੇ ਜਰਨੈਲ ਸੋਹਰੀ ਮੋਰਚਾ ਲਾਉਂਦੇ ਨੇ। ਤੇ ਮੋਰਚਾ ਹਮੇਸ਼ਾ ਹੀ ਜਿਹੜੇ ਪੰਥਕ ਮੋਰਚੇ ਲੱਗਦੇ ਰਹੇ ਨੇ, ਇਹ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਕੇ ਲੱਗਦੇ ਰਹੇ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਲੱਗਦੇ ਰਹੇ ਨੇ। ਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚ ਕੇ ਸੰਤ ਜਰਨੈਲ ਸਿੰਘ ਹੋਰਾਂ ਨੇ ਅਰਦਾਸ ਕਰਕੇ ਇਹ ਮੋਰਚਾ ਸ਼ੁਰੂ ਕੀਤਾ ਸੀਗਾ। ਤੇ ਜਿਹੜਾ ਆਪਾਂ ਇੰਝ ਕਹਿ ਸਕਦੇ ਹਾਂ ਵੀ ਜੇ ਇਹ ਮੋਰਚਾ ਮਹਿਤੇ ਲੱਗਦਾ ਤੇ ਉਹ ਟਕਸਾਲ ਤੇ ਸਰਕਾਰ ਦੀ ਟੱਕਰ ਹੋ ਜਾਣੀ ਸੀ। ਇੱਥੇ ਪੰਥ ਤੇ ਸਰਕਾਰ ਦੀ ਟੱਕਰ ਦੀ ਗੱਲ ਸੀ। ਨਹੀਂ, ਮੈਂ ਤਾਂ ਮੋਟੀ ਜੀ ਗੱਲ ਕਹਾਂ, ਜਿੰਨੇ ਵੀ ਮੋਰਚੇ ਲੱਗਦੇ ਰਹੇ ਨੇ, ਕੋਈ ਮਹਿਤੇ ਦਾ ਤਾਂ ਕੋਈ ਬਣਦਾ ਹੀ ਨਹੀਂ, ਤੁੱਕ ਹੀ ਨਹੀਂ ਬਣਦੀ। ਮਹਿਤੇ ਦੀ ਤਾਂ ਤੁੱਕ ਬਣਦੀ ਨਹੀਂ ਗੀ। ਇਹ ਕਿਉਂਕਿ ਅਕਾਲੀ ਦਲ ਦਾ ਜਾਂ ਪੰਥ ਦਾ ਜਾਂ ਸਿੱਖ ਇਤਿਹਾਸ ਹੀ ਇਹੀ ਹੈ ਕਿ ਜਿੰਨੇ ਮੋਰਚੇ ਲੱਗੇ ਨੇ, ਇਹ ਸਾਰੇ ਹੀ ਸ਼੍ਰੀ ਦਰਬਾਰ ਸਾਹਿਬ ਦੇ ਅੰਦਰੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਲੱਗੇ ਨੇ। ਤੇ ਇਸੇ ਕਰਕੇ ਬਾਬਾ ਜਰਨੈਲ ਸੋਹਰੀ ਉੱਥੇ ਪਹੁੰਚੇ। ਤੇ ਕਿਉਂਕਿ ਉਹ ਮੋਰਚੇ ਦੀ ਅਗਵਾਈ ਕਰਦੇ ਸੀਗੇ, ਉਹਨਾਂ ਦਾ ਜਿਹੜਾ ਫਿਰ ਇੱਕ ਤਰ੍ਹਾਂ ਜਿਹੜਾ ਪੜਾਅ ਕਹਿ ਲਈਏ ਜਾਂ ਉਹਨਾਂ ਦੀ ਰਿਹਾਇਸ਼ ਕਹਿ ਲਈਏ ਜਾਂ ਉਹਨਾਂ ਦਾ ਰਹਿਣਾ ਕਹਿ ਲਈਏ, ਜਿਹੜਾ ਕਿ ਜ਼ਰੂਰੀ ਹੋ ਗਿਆ ਸੀ, ਉਹ ਵੀ ਉਹਨਾਂ ਨੇ ਆਪਣਾ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਹੀ ਗੁਰੂ ਨਾਨਕ ਨਿਵਾਸ ਦੇ ਵਿੱਚ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ। ਤੁਸੀਂ ਜਾ ਕੇ ਉਹਨਾਂ ਨੂੰ ਰੋਜ਼ਾਨਾ ਮਿਲਦੇ ਰਹੇ, ਜਥੇ ਦੇ ਵਿੱਚ ਰਹੇ, ਜਾਂ ਕਿਵੇਂ ਵਿਚਰਦੇ ਰਹੇ ਤੁਸੀਂ ਉਹਨਾਂ ਦੇ ਨਾਲ ਜਦੋਂ ਪੰਥਕ ਮੋਰਚਾ ਚੱਲ ਰਿਹਾ ਸੀ? ਮੇਰੇ ਖਿਆਲ ਕਿ ਇੱਕ ਵਾਰ ਤਾਂ ਰੋਜ਼ਾਨਾ ਮਿਲਦੇ ਹੀ ਮਿਲਦੇ ਸੀ, ਇਹ ਤਾਂ ਪੱਕਾ ਹੀ ਸੀਗਾ ਨਾ। ਅਤੇ ਖਾਸ ਕਰਕੇ ਇਹ ਹੁੰਦਾ ਸੀਗਾ ਕਿ ਜਦੋਂ ਸੰਗਤ ਦੀ ਆਵਾਜਾਈ ਘੱਟ ਜਾਂਦੀ ਸੀਗੀ, ਮਹਾਂਪੁਰਸ਼ ਰਾਤ ਦਾ ਪ੍ਰਸ਼ਾਦਾ ਵੀ ਛਕ ਲੈਂਦੇ ਸੀਗੇ, ਜਾਂ ਮਤਲਬ ਸ਼ਾਮ ਨੂੰ ਜਾ ਕੇ ਅਸੀਂ ਸਾਰੇ ਫੈਡਰੇਸ਼ਨ ਵਾਲੇ ਫਿਰ ਇਕੱਠੇ ਚਲੇ ਜਾਂਦੇ ਸੀਗੇ, ਔਰ ਦਿਨੇ ਵੀ ਮਿਲ ਲਈਦਾ ਸੀਗਾ। ਕੋਈ ਇਹੋ ਜਿਹੀ ਭਾਵੇਂ ਦਿਹਾੜੀ 'ਚ 20 ਰਾਂ ਮਿਲ ਲਓ, ਇਹੋ ਜਿਹੀ ਗੱਲ ਕੋਈ ਦਿੱਕਤ ਨਹੀਂ ਸੀ, ਪਰ ਦਿਨ 'ਚ ਇੱਕ ਵਾਰ ਤਾਂ ਮਿਲਣਾ ਹੀ ਮਿਲਣਾ ਨਾ, ਪੱਕਾ। ਇਹ ਤਾਂ ਪੱਕਾ ਹੀ ਸੀਗਾ। ਜੂਨ ਤੋਂ 1 ਜੂਨ ਤੋਂ ਪਹਿਲਾਂ ਦੀ ਗੱਲ ਕਰੀਏ, ਕਿੰਨੇ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਵੀ ਚਾਲਾਂ ਨੇ ਸਰਕਾਰ ਦੀਆਂ ਕੁਝ ਚੰਗੀਆਂ ਨਹੀਂ ਲੱਗ ਰਹੀਆਂ? ਥੋੜ੍ਹਾ ਲੱਗਣ ਲੱਗ ਗਿਆ ਸੀ ਵੀ ਲੱਗਦਾ ਹੈ ਦਰਬਾਰ ਸਾਹਿਬ 'ਤੇ ਹਮਲਾ ਹੋਏਗਾ, ਅਕਾਲ ਤਖਤ ਨੂੰ ਢਾਹਿਆ ਜਾਏਗਾ, ਜਿਹੜੀ ਸਰਕਾਰ ਦੀ ਨੀਅਤ ਚੰਗੀ ਨਹੀਂ ਲੱਗਦੀ? ਕਿੰਨੇ ਕੁ ਦਿਨ ਪਹਿਲਾਂ ਪਤਾ ਲੱਗਣ ਲੱਗ ਗਿਆ ਸੀ? ਨਾ ਦੇਖੋ, ਅਜਿਹਾ ਤੇ ਹੈ ਨਹੀਂ ਸੀਗਾ ਵੀ ਸਰਕਾਰ ਜਿਹੜੀ ਹਮਲਾ ਕਰੂਗੀ, ਵੀ ਕੋਈ ਸਾਡੇ ਦੇਸ਼ ਦੀ ਸਰਕਾਰ ਹੀ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਏਡਾ ਵੱਡਾ ਕੰਮ ਨਹੀਂ ਕਰ ਦੂਗੀ। ਇੱਥੋਂ ਤੱਕ ਪਹਿਲਾਂ ਹੁੰਦਾ ਸੀ ਕਿ ਸ਼ਾਇਦ CRP ਜਾਂ ਪੁਲਿਸ ਆ ਜੇ, ਹਾਂਜੀ, ਗੱਲਾਂ ਚੱਲਦੀਆਂ ਹੁੰਦੀਆਂ ਸੀਗੀਆਂ ਵੀ ਆਣ ਕੇ ਐਂਟਰ ਹੋ ਕੇ ਕਿਸੇ ਤਰ੍ਹਾਂ ਦਾ ਕੋਈ ਪੰਗਾ ਲੈਣ ਦੀ ਕੋਸ਼ਿਸ਼ ਕਰ ਸਕਦੀਆਂ। ਪਰ ਜਿਹੜਾ ਹਮਲੇ ਵਾਲੀ ਗੱਲ ਹੈ ਤਾਂ ਕਦੇ ਸੁਪਨੇ 'ਚ ਨਹੀਂ ਸੋਚੀ। ਹਾਂ, ਦੂਸਰੇ ਬੰਨੇ ਜਿਹੜਾ ਸੀਗਾ ਕੇਂਦਰ ਸਰਕਾਰ ਜਿਹੜੀ ਸੀਗੀ, ਆਪਦੇ ਏਲਚੀਆਂ ਦੇ ਰਾਹੀਂ ਸਿੱਧੇ ਰੂਪ 'ਚ ਗੱਲ ਜਿਹੜੀ ਹੈ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਵੀ ਕਰਦੀ ਸੀ, ਪੰਜਾਬ ਸਮੱਸਿਆ ਨੂੰ ਲੈ ਕੇ, ਮੋਰਚੇ ਨੂੰ ਲੈ ਕੇ, ਅਤੇ ਨਾਲ ਜਿਹੜੇ ਬਾਬੇ ਜਰਨੈਲ ਸੋਹਰਾਂ ਨਾਲ ਵੀ ਕਰਦੀ ਸੀਗੀ। ਬਾਬੇ ਜਰਨੈਲ ਸੋਹਰਾਂ ਕੋਲ ਵੀ ਬੜੇ ਏਲਚੀ ਆਉਂਦੇ ਰਹੇ ਸੀਗੇ, ਔਰ ਮੈਨੂੰ ਯਾਦ ਆ ਜਾਂ ਜਿਹੜੇ ਸਾਡੇ ਫੈਡਰੇਸ਼ਨ ਦੇ ਆਗੂ ਨੇ, ਜਿਹੜੇ ਅੱਜ ਵੀ ਉਸ ਸਮੇਂ ਵਾਲੇ ਹੈਗੇ ਨੇ, ਜਿਨ੍ਹਾਂ 'ਚ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ ਆ, ਹਰਮਿੰਦਰ ਗਿੱਲ ਆ, ਆਪਣੇ ਭਾਈ ਮਨਜੀਤ ਸਿੰਘ ਹੋਰੀ, ਅਤੇ ਉਸ ਸਮੇਂ ਫੈਡਰੇਸ਼ਨ ਦੇ ਵਿੱਚ ਘੱਟ ਸਰਗਰਮ ਹੁੰਦੇ ਸੀਗੇ। ਮਤਲਬ ਜਿਹੜੀ ਇਹ ਉਸ ਸਮੇਂ ਭਾਈ ਹਰਮਿੰਦਰ ਸਿੰਘ ਸੰਧੂ ਹੁੰਦੇ ਸੀ, ਭਾਈ ਅਮਰੀਕ ਸਿੰਘ ਅਤੇ ਸਰਵਾ ਸੀਗੇ। ਇਹਨਾਂ ਦੇ ਸਾਹਮਣੇ, ਸਾਡੇ ਸਾਹਮਣੇ ਕਈ ਵਾਰ ਮਹਾਂਪੁਰਸ਼ਾਂ ਨੇ ਕਦੀ ਗੱਲ ਕਰਦੇ ਨੇ ਵੀ ਫੈਡਰੇਸ਼ਨ ਵਾਲੇ ਤਗੜੇ ਹੋ ਜਾਓ, ਹੁਣ ਆਪਣੀ ਜਿੱਤ ਹੋ ਜਾਣੀ, ਉਸ ਤੋਂ ਬਾਅਦ ਆਪਾਂ ਫਤਿਹ ਜਲੂਸ ਕੱਢਣੇ, ਫਤਿਹ ਦੇ ਜਲੂਸ ਕੱਢਣੇ ਆ। ਅਤੇ ਸਾਨੂੰ ਕਈ ਵਾਰ ਹਾਸਨੇ ਕਹਿ ਦੇਣਾ ਵੀ ਤੁਸੀਂ ਬੱਸ ਦੇ ਵਿੱਚ ਵਿਆਹ ਕਰਨਾ ਕਿ ਛੱਤ ਚੜ੍ਹਿਆ ਕਰਨਾ। ਮਤਲਬ ਇਸ ਤਰ੍ਹਾਂ ਦਾ ਵੀ ਜਿਹੜਾ ਆ ਸਰਕਾਰ ਜਿਹੜੀ ਇੱਕ ਬੰਨੇ ਗੱਲਬਾਤ ਵੀ ਕਰੀ ਗਈ, ਗੱਲਬਾਤ ਦਾ ਭਰੋਸਾ ਦੇ ਕੇ ਲਮਕਾਈ ਵੀ ਗਈ, ਅਤੇ ਦੂਜੇ ਬੰਨੇ ਅੰਦਰ ਦੀ ਅੰਦਰ ਹੀ ਤਿਆਰੀ ਵੀ ਕਰੀ ਗਈ। ਜਿਸ ਤਰ੍ਹਾਂ ਕਿ ਜਿਹੜਾ ਮਾਡਲ ਤਿਆਰ ਕਰ ਲਿਆ ਗਿਆ ਸੀਗਾ, ਸਾਰਾ ਕੁਝ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗਿਆ ਵੀ ਮਾਡਲ ਤਿਆਰ ਕਰ ਲਿਆ ਗਿਆ, ਹਮਲਾ ਹੋਣ ਦੀਆਂ ਤਿਆਰੀਆਂ ਨੇ, ਕਿ ਬਾਅਦ ਦੇ ਵਿੱਚ ਪਤਾ ਲੱਗਿਆ ਸੀ? ਨਹੀਂ, ਇਹ ਤਾਂ ਗੱਲਾਂ ਮੇਰਾ ਖਿਆਲ ਕਿ ਸਾਰੀਆਂ ਜਿਹੜੀਆਂ ਹਮਲੇ ਤੋਂ ਬਾਅਦ ਨਿਕਲ ਕੇ ਆਈਆਂ ਨੇ, ਪਹਿਲਾਂ ਤਾਂ ਕੋਈ ਇਹੋ ਜਿਹੀ ਗੱਲ ਕਦੀ ਸਾਹਮਣੇ ਨਹੀਂ ਆਈ। ਇਹ ਵੀ ਗੱਲ ਜਿਹੜੀ ਆ, ਇਹਦੇ ਕਿਸੇ ਕੋਲ ਸਬੂਤ ਵੀ ਅਜੇ ਤੱਕ ਸਾਹਮਣੇ ਕੋਈ ਪੇਸ਼ ਨਹੀਂ ਕਰ ਸਕਿਆ ਕਿ ਕਿਤੇ ਮਾਡਲ ਬਣਾ ਕੇ ਕਰਦੇ ਰਹੇ ਨੇ, ਅਤੇ ਜੇ ਕਿਸੇ ਕੋਲ ਸਬੂਤ ਹੋਣ ਉਹ ਸਬੂਤ ਵੀ ਪੇਸ਼ ਕਰਨੇ ਚਾਹੀਦੇ। ਪਰ ਗੱਲ ਜਿਹੜੀ ਹੈ ਦਰਬਾਰ ਸਾਹਿਬ ਦੇ ਹਮਲੇ ਦੇ ਉੱਤੋਂ ਹੋਣ ਤੋਂ ਪਹਿਲਾਂ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ। ਔਰ ਜਿਹੜੀ ਆ 1 ਤਰੀਕ ਨੂੰ ਗੋਲੀ ਚੱਲਦੀ ਹੈ, ਉਹ CRP ਅਤੇ BSF ਚਲਾਉਂਦੀ ਹੈ,
ਉਹ ਵੀ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੀ ਚਲਾਈ ਗਈ, ਹਮਲਾ ਕੀਤਾ ਗਿਆ। ਸ਼ਾਇਦ ਉਹਨਾਂ ਦਾ ਇਹੀ ਸੀਗਾ ਕਿ ਜਿਹੜੀ ਕਿ ਗੱਲ ਬਾਅਦ 'ਚ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਅੰਦਰ ਗੋਲੀ ਚਲਾ ਕੇ ਦੇਖੋ ਅੰਦਰੋਂ ਕਿਹੜੇ ਕਿਹੜੇ ਹਥਿਆਰ ਕਿਸ ਤਰ੍ਹਾਂ ਦੇ ਚੱਲਦੇ ਆ, ਕਿੱਥੋਂ ਕਿੱਥੋਂ ਚੱਲਦੇ ਆ। ਅਤੇ ਮਹਾਂਪੁਰਸ਼ਾਂ ਦਾ ਉਦੋਂ ਵੀ ਹੁਕਮ ਹੁੰਦਾ ਸੀਗਾ ਵੀ ਅੰਦਰੋਂ ਗੋਲੀ ਨਹੀਂ ਚਲਾਉਣੀ, ਅੰਦਰੋਂ ਗੋਲੀ ਨਹੀਂ ਚਲਾਉਣੀ। ਚੱਲੀ ਵੀ ਇਹ 'ਚ ਕੁਦਰਾਵਣੀ ਥੋੜ੍ਹੀ ਬਹੁਤੀ ਚੱਲੀ ਵੀ, ਪਰ ਜਿਹੜਾ ਆ ਜਿਸ ਤਰੀਕੇ ਜਵਾਬ ਦੇਣਾ ਚਾਹੀਦਾ ਸੀ ਇੱਕ ਤਰੀਕ ਦਾ, ਉਹ ਕਿਉਂਕਿ ਉਹ ਵੀ ਦੂਰੋਂ ਚਲਾਈ ਜਾਂਦੇ ਸੀਗੇ। ਭਾਵੇਂ ਕਿ ਉਸ ਸਮੇਂ ਆਣ ਕੇ ਸ਼੍ਰੀ ਹਰਿਮੰਦਰ ਸਾਹਿਬ ਦੇ ਗੁੰਮਤ ਦੇ ਵਿੱਚ ਵੀ ਗੋਲੀਆਂ ਵੱਜੀਆਂ, 11 ਸਿੰਘ ਵੀ ਸ਼ਹੀਦ ਹੋਏ, ਹੋਰ ਵੀ ਬੜਾ ਉੱਥੇ ਬਿਲਡਿੰਗਾਂ ਦੇ ਵਿੱਚ ਗੋਲੀਆਂ ਵੱਜੀਆਂ। ਅਤੇ ਪਰ ਉਹ ਇੱਕ ਤਰੀਕ ਨੂੰ ਜਿਹੜਾ ਜ਼ਿਆਦਾ ਜਵਾਬ ਨਹੀਂ ਸੀ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਤਾਂ ਫਿਰ ਇੱਕ ਤਰੀਕ ਨੂੰ ਤਾਂ ਫੌਜ ਦੇ ਹਵਾਲੇ ਕਰ ਦਿੱਤਾ ਹੀ ਗਿਆ। ਜਿਹੜਾ ਸਮੁੱਚਾ ਪੰਜਾਬ ਆ ਦੇਸ਼ ਦੇ ਨਾਲੋਂ ਕੱਟ ਦਿੱਤਾ ਗਿਆ, ਔਰ 2 ਤਰੀਕ ਨੂੰ ਆਣ ਕੇ ਫੌਜ ਨੇ ਘੇਰਾ ਪਾ ਲਿਆ। ਅਤੇ ਜਦੋਂ ਫੌਜ ਨੇ ਘੇਰਾ ਪਾ ਲਿਆ ਉਦੋਂ ਦਿਸਣ ਲੱਗ ਪਿਆ ਸੀ ਵੀ ਹੁਣ ਕੁਛ ਹੋਊਗਾ। ਤੁਸੀਂ ਰੋਜ਼ਾਨਾ ਮਿਲਦੇ ਸੀ, 1 ਤਰੀਕ ਨੂੰ ਵੀ ਮਿਲੇ ਸੀ ਬਾਬਾ ਜਰਨੈਲ ਸਿੰਘ ਜੀ ਨੂੰ? ਅਸੀਂ 3 ਤਰੀਕ ਤੱਕ ਮਿਲੇ ਹਾਂ। 3 ਤਰੀਕ ਨੂੰ ਅਸੀਂ ਅਸਲਾ ਲੈ ਕੇ ਆਏ ਹਾਂ। ਸਾਨੂੰ ਅਸਲਾ ਜਿਹੜਾ ਤਕਸੀਮ ਕੀਤਾ ਗਿਆ ਆ ਸਾਰਿਆਂ ਨੂੰ ਕੀਤਾ ਗਿਆ ਆ। ਇੱਥੋਂ ਤੱਕ ਕਿ ਦੇਖੋ ਤੁਸੀਂ ਇੱਥੋਂ ਤੱਕ ਦੇਖੋ ਬਾਬਾ ਜਰਨੈਲ ਸਿੰਘ ਹੋਰਾਂ ਦੀ ਸੋਚ ਕਿ ਭਾਵੇਂ ਕਿ ਜਿਹੜੇ ਬੱਬਰ ਖਾਲਸਾ ਨਾਲ ਸੰਬੰਧਿਤ ਸਿੰਘ ਸੀ, ਜਥਾ ਸੀ ਭਾਈ ਸੁਖਦੇਵ ਸਿੰਘ ਬੱਬਰ ਹੋਰਾਂ ਦਾ, ਭਾਵੇਂ ਕਿ ਸ਼ੁਰੂਆਤੀ ਦੌਰ 'ਚ ਜਦੋਂ ਭਾਈ ਸੁਖਦੇਵ ਸਿੰਘ ਹੋਰੀ ਸਿੱਖ ਸੰਘਰਸ਼ 'ਚ ਸ਼ਾਮਲ ਹੁੰਦੇ ਨੇ, ਅਤੇ ਉਸ ਸਮੇਂ ਵੀ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਦੇ ਨਾਲ ਹੀ ਉਹ ਸੇਵਾਵਾਂ ਕਰਦੇ ਨੇ, ਉਹ ਜਥਾ ਸੇਵਾਵਾਂ ਕਰਦਾ। ਪਰ ਹਾਲਾਤ ਇਹੋ ਜਿਹੇ ਬਣ ਗਏ ਕਿ ਜਿਹੜਾ ਬੱਬਰ ਖਾਲਸਾ ਦਾ ਜਥਾ ਸੀਗਾ ਉਹ ਮਹਾਂਪੁਰਸ਼ਾਂ ਦੇ ਵਿਰੋਧ 'ਚ ਆਣ ਕੇ ਖੜ੍ਹਾ ਹੋ ਗਿਆ। ਵਿਰੋਧ 'ਚ ਇੱਥੋਂ ਤੱਕ ਆਣ ਕੇ ਖੜ੍ਹਾ ਹੋ ਗਿਆ ਕਿ ਜਿੱਥੇ ਮਹਾਂਪੁਰਸ਼ ਅਤੇ ਜਥਾ ਨਾਨਕ ਨਿਵਾਸ ਦੇ ਵਿੱਚ ਰਹਿੰਦਾ ਸੀਗਾ, ਉਹਨਾਂ ਦੇ ਕਮਰਿਆਂ ਦੇ ਉੱਤੇ ਆਣ ਕੇ ਕਬਜ਼ਾ ਕਰ ਲਿਆ। ਜਦੋਂ ਕਿ ਭਾਈ ਸੁਖਦੇਵ ਸਿੰਘ ਬੱਬਰ ਅਤੇ ਉਹਨਾਂ ਦਾ ਜਿਹੜੇ ਜਥੇ ਦੇ ਸਿੰਘ ਸੀ ਉਹ ਅਕਾਲ ਰੈਸਟ ਹਾਊਸ 'ਚ ਰਹਿੰਦੇ ਸੀਗੇ। ਉਹਨਾਂ ਦਾ ਨਾਨਕ ਨਿਵਾਸ ਦੇ ਨਾਲ ਕੋਈ ਲਾਗਾ ਦੇਗਾ ਹੀ ਨਹੀਂ ਸੀਗਾ, ਉੱਥੇ ਕਿਸੇ ਤਰ੍ਹਾਂ ਦੀ ਕੋਈ ਰਿਹਾਇਸ਼ ਨਹੀਂ ਸੀਗੀ। ਅਤੇ ਉੱਥੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀਗੇ ਕਿ ਜਥੇ ਦੇ ਸਿੰਘ ਵੀ ਗਰਮ ਹੋ ਗਏ ਕਿ ਸਾਡੇ ਕਮਰਿਆਂ ਦੇ ਆਣ ਕੇ ਕਿਵੇਂ ਕਬਜ਼ਾ ਕਰ ਲਿਆ, ਅਸੀਂ ਹੁਣੇ ਛਡਾ ਲੈਂਦੇ ਹਾਂ। ਮਤਲਬ ਆਮੋ ਸਾਹਮਣੇ ਗੋਲੀ ਚੱਲਣ ਵਾਲੀ ਨੌਬਤ ਆ ਗਈ ਸੀਗੀ। ਟਕਰਾਅ ਦੀ ਸਥਿਤੀ ਅਜਿਹੀ ਪੈਦਾ ਹੋ ਗਈ ਸੀ ਜਿਹੜਾ ਖੂਨੀ ਵਰਤਾਰਾ ਵੀ ਵਾਪਰ ਸਕਦਾ ਸੀਗਾ। ਪਰ ਮਹਾਂਪੁਰਸ਼ਾਂ ਦੀ ਸੋਚ ਦਾ ਸਦਕਾ ਮਹਾਂਪੁਰਸ਼ਾਂ ਨੇ ਆਪਦਾ ਕਛਹਿਰਾ ਪਰਨਾ ਚੱਕਿਆ, ਉੱਥੇ ਮੰਗਾਇਆ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਚਲੇ ਗਏ। ਔਰ ਇੱਥੋਂ ਤੱਕ ਕਿ ਟਕਰਾਅ ਜਿਹੜਾ ਵੱਧ ਗਿਆ ਸੀਗਾ, ਫਤਿਹ ਫਤੂਹੀ ਵੀ ਸਾਂਝੀ ਨਹੀਂ ਸੀ ਰਹਿ ਗਈ। ਭਾਈ ਸੁਖਦੇਵ ਸਿੰਘ ਬੱਬਰ ਅਤੇ ਉਹਨਾਂ ਦੇ ਜਥੇ ਦੇ ਨਾਲ ਟਕਸਾਲ ਦੇ ਸਿੰਘਾਂ ਦੀ ਜਾਂ ਮਹਾਂਪੁਰਸ਼ਾਂ ਦੀ ਉਹ ਆਪਣਾ ਵੱਖਰਾ ਹੀ ਚੱਲਦੇ ਸੀ, ਇੱਕ ਤਰ੍ਹਾਂ ਵਿਰੋਧ 'ਚ ਖੜ੍ਹ ਗਏ ਸੀਗੇ। ਅਤੇ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਹੈ ਅਤੇ ਫਿਰ ਕਿਉਂਕਿ ਜਿਹੜੇ ਭਾਈ ਸੁਖਦੇਵ ਸਿੰਘ ਬੱਬਰ ਸੀਗੇ ਜਾਂ ਉਹਨਾਂ ਦਾ ਜਥਾ ਸੀ, ਉਹਨਾਂ ਕੋਲ ਤਾਂ ਹਥਿਆਰ ਹੀ ਹੈ ਨਹੀਂ ਸੀਗੇ। ਉਹਦੇ ਵਿੱਚ ਦੇਸੀ ਜਿਹੇ ਹਥਿਆਰ ਸੀਗੇ ਸਾਰਿਆਂ ਕੋਲ, ਆਮ ਜਿਹੇ ਹਥਿਆਰ ਸੀਗੇ। ਅਤੇ ਹਥਿਆਰਾਂ ਦਾ ਭੰਡਾਰ ਅਤੇ ਜਿੰਨਾ ਕੁ ਸੀਗਾ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਬਾਬੇ ਜਰਨੈਲ ਸਿੰਘ ਹੋਰਾਂ ਨੇ ਪ੍ਰਬੰਧ ਕੀਤਾ ਸੀਗਾ। ਅਤੇ ਫਿਰ ਉਹਨਾਂ ਨੇ ਹਥਿਆਰਾਂ ਦੀ ਮੰਗ ਕੀਤੀ ਵਿੱਚ ਕਿ ਸਿੰਘ ਕੋਲੋਂ ਮੈਂ ਨਾਂ ਨਹੀਂ ਲੈਣਾ ਮੁਨਾਸਬ ਸਮਝਦਾ। ਫਿਰ ਉਹਨਾਂ ਨੇ ਮਹਾਂਪੁਰਸ਼ਾਂ ਕੋਲ ਗੱਲ ਕੀਤੀ। ਮਹਾਂਪੁਰਸ਼ਾਂ ਨੇ ਕਿਹਾ ਕਿ ਜੋ ਚਾਹੀਦਾ ਉਹਨਾਂ ਨੂੰ, ਜਿਸ ਤਰ੍ਹਾਂ ਦਾ ਚਾਹੀਦਾ ਆ ਸਾਰਾ ਕੁਛ ਪਿਆ, ਜਿੰਨਾ ਚਾਹੀਦਾ ਲੈ ਕੇ ਜਾਣ। ਬੱਬਰ ਵੀ ਲੜੇ ਫਿਰ ਨਾਲ ਮੋਢੇ ਨਾਲ ਮੋਢਾ ਲਾ ਕੇ? ਇਚਕੁਦਰਾਵਾਂ ਲੜੇ ਨੇ। ਉਹ ਨਾਨਕ ਨਿਵਾਸ 'ਤੇ ਸੀਗੇ ਸਾਰੇ। ਜਿਹੜਾ ਨਾਨਕ ਨਿਵਾਸ ਵਾਲਾ ਮੋਰਚਾ ਸੀਗਾ ਉਹ ਜਿਹੜਾ ਭਾਈ ਸੁਖਦੇਵ ਸਿੰਘ ਬੱਬਰ ਅਤੇ ਉਹਨਾਂ ਦੇ ਜਥੇ ਕੋਲੇ ਸੀਗਾ। ਪਰ ਉਹ 5 ਤਰੀਕ ਨੂੰ ਬਾਅਦ ਦੁਪਹਿਰ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚੋਂ ਨਿਕਲ ਗਏ ਸੀਗੇ। ਔਰ ਸਾਡੇ ਤੋਂ ਥੋੜ੍ਹੀ ਦੂਰ ਹੀ ਸੀਗੇ, ਬਾਹਲੀ ਦੂਰ ਨਹੀਂ ਸੀਗੇ। ਅਸੀਂ ਇੱਧਰ ਜਿਹੜਾ ਗੁਰੂ ਰਾਮਦਾਸ ਸਰਾਂ ਆ, ਜਿਹੜੀ ਪਾਣੀ ਵਾਲੀ ਟੈਂਕੀ ਹੈ, ਅਕਾਲ ਰੈਸਟ ਹਾਊਸ, ਇਹ ਫੈਡਰੇਸ਼ਨ ਕੋਲੇ ਸੀਗਾ ਸਾਰਾ ਮੋਰਚਾ। ਅਤੇ ਸਾਡੇ ਸਾਹਮਣੇ ਨਾਲ ਸੀ ਕੰਧ ਜਿਹੜੀ ਆ ਉਹ ਪਾੜ ਕੇ ਜਿਹੜਾ ਪਿਛਲੇ ਬੰਨੇ ਜਿਹੜੀਆਂ ਛੋਟੀਆਂ ਗਲੀਆਂ ਸੀ ਉਹਨਾਂ ਦੇ ਵਿੱਚ ਨਿਕਲ ਗਏ। ਔਰ ਸਾਡੇ ਨਾਲ ਦੇ ਜਿਹੜੇ ਫੈਡਰੇਸ਼ਨ ਵਾਲੇ ਵਿੱਚੋਂ ਕੁਛ ਉਸ ਸਮੇਂ ਨਿਕਲ ਕੇ ਗਏ ਆ। ਮੈਨੂੰ ਵੀ ਕਹਿੰਦੇ ਰਹੇ ਕਿ ਉਹ ਨਿਕਲ ਚਲੀਏ, ਅਤੇ ਮੈਂ ਕਿਹਾ ਜਾਂ ਮਰਾਂਗੇ ਜਾਂ ਮਾਰਾਂਗੇ। ਇਹ ਮਤਲਬ ਦੁਪਹਿਰ ਜਿਹੀ ਦੀ ਗੱਲ ਹੈ 5 ਤਰੀਕ ਦੀ। ਔਰ ਕਿਉਂਕਿ ਮੇਰੀ ਜਿਹੜੀ ਡਿਊਟੀ ਲੱਗੀ ਸੀ ਜਿਹੜੀ ਪਾਣੀ ਵਾਲੀ ਟੈਂਕੀ, ਪਾਣੀ ਵਾਲੀ ਟੈਂਕੀ ਵਾਲਾ ਮੋਰਚਾ ਬੜਾ ਮਸ਼ਹੂਰ ਵੀ ਹੋਇਆ ਸੀਗਾ, ਬੜੇ ਚਰਚੇ ਵੀ ਹੋਏ ਸੀਗੇ। ਔਰ ਕਿਉਂਕਿ ਜਿਹੜੀ ਪਾਣੀ ਵਾਲੀ ਟੈਂਕੀ ਸੀ ਬੜੀ ਉਚਾਈ 'ਤੇ ਸੀਗੀ ਅਤੇ ਅਸੀਂ 1 ਤਰੀਕ ਤੋਂ ਬਾਅਦ ਦੇਖਿਆ ਕਿ ਜਿਹੜਾ ਇਹ ਪਾਣੀ ਵਾਲੀ ਟੈਂਕੀ ਵਾਲਾ ਮੋਰਚਾ ਜਿਹੜੀ ਟੈਂਕੀ ਇਹਨੂੰ ਮੋਰਚੇ ਦੇ ਤੌਰ 'ਤੇ ਵਰਤਣਾ ਚਾਹੀਦਾ ਹੈ। ਔਰ ਮੈਂ ਅਤੇ ਅਸੀਂ ਕੁਛ ਸਿੰਘ ਉੱਤੇ ਚੜ੍ਹ ਕੇ ਦੇਖਿਆ ਵੀ, ਅਤੇ ਚਲੋ ਉਚਾਈ 'ਤੇ ਜ਼ਰੂਰ ਸੀਗਾ, ਦੁਸ਼ਮਣ ਨੂੰ ਇਫੈਕਟਿਵ ਕਰਦਾ ਸੀਗਾ, ਪ੍ਰਭਾਵ ਮਤਲਬ ਉੱਥੋਂ ਡਰ ਵੀ ਸੀਗਾ। ਪਰ ਸਾਨੂੰ ਮਹਾਂਪੁਰਸ਼ਾਂ ਵੱਲੋਂ ਕਿਹਾ ਗਿਆ ਕਿ ਤੁਸੀਂ
ਜਨਰਲ ਸ਼ਵੇਕ ਸਿੰਘ ਹੋਰਾਂ ਨੂੰ ਇਹ ਇੱਕਰਾ ਮੋਰਚਾ ਚੈੱਕ ਕਰਾ ਲਓ। ਅਤੇ ਜਨਰਲ ਸਾਹਿਬ ਇੱਕ ਤਾਂ ਬਜ਼ੁਰਗ ਸੀਗੇ, ਇੱਕ ਉਹਨਾਂ ਦੀ ਬੈਕ ਐਚ ਸੀਗੀ, ਉਹਨਾਂ ਨੂੰ ਜਿਹੜੀ ਆ ਆਪਾਂ ਕਹਿ ਦਈਏ ਕਿ ਪਿੱਠ ਦਾ ਦਰਦ ਰਹਿੰਦਾ ਸੀਗਾ। ਉਹ ਕਹਿੰਦੇ ਯਾਰ ਮੈਥੋਂ ਤਾਂ ਇੰਨਾ ਏਡੀ ਉਚਾਈ 'ਤੇ ਚੜ੍ਹਿਆ ਨਹੀਂ ਜਾਣਾ, ਅਤੇ ਚਲੋ ਹੁਣ ਮਹਾਂਪੁਰਸ਼ਾਂ ਦਾ ਹੁਕਮ ਆਪਾਂ ਚੜ੍ਹਨਾ ਹੈ। ਉਹ ਚੜ੍ਹੇ ਜੀ, ਵਿਚਾਰੇ ਪਿੱਠ ਦਾ ਦਰਦ ਹੋਣ ਦੇ ਬਾਵਜੂਦ ਵੀ ਏਡੀ ਉਚਾਈ 'ਤੇ ਟੈਂਕੀ 'ਤੇ ਚੜ੍ਹੇ, ਅਤੇ ਚੜ੍ਹ ਕੇ ਤਾਂ ਉਹਨਾਂ ਵੇਖਿਆ ਜਦੋਂ, ਅਤੇ ਵੇਖ ਵਾਖ ਕੇ ਉਹ ਕਹਿੰਦੇ ਕਿ ਮੋਰਚਾ ਤਾਂ ਬੜਾ ਵਧੀਆ ਹੈ ਪਰ ਫਾਇਦਾ ਕੋਈ ਨਹੀਂ ਗਾ, ਇਹਦਾ ਫਾਇਦਾ ਕੋਈ ਨਹੀਂ ਗਾ, ਕਿਉਂਕਿ ਜਿਹੜੀ ਪਾਣੀ ਵਾਲੀ ਟੈਂਕੀ ਸੀ ਨਾ ਉਹ ਗੋਲ ਸੀ। ਅਤੇ ਹੁਣ ਹਮੇਸ਼ਾ ਮੋਰਚਾ ਜਿਹੜਾ ਹੁੰਦਾ ਆ, ਤੁਹਾਡਾ ਜਿਹੜਾ ਸਿਰ ਵਾਲਾ ਪਾਸਾ ਥੋੜ੍ਹਾ ਜਿਹਾ ਉੱਚਾ ਚਾਹੀਦਾ, ਲੱਤਾਂ ਜਿਹੜੀਆਂ ਨੇ, ਪੈਰ ਜਿਹੜੇ ਨੇ ਠਾਹ ਨੂੰ ਨੀਵੇਂ ਹੋਣੇ ਚਾਹੀਦੇ, ਤਾਂ ਤੁਸੀਂ ਏਮ ਫਾਇਰ ਕਰ ਸਕਦੇ। ਉਹ ਜਿਹੜੀ ਟੈਂਕੀ ਸੀਗੀ ਉਹਦੀ ਢਲਾਣ ਅਜਿਹੀ ਸੀਗੀ ਕਿ ਜਿਹੜੇ ਕੰਢੇ ਆ ਉਹ ਨੀਵੇਂ ਸੀਗੇ, ਅਤੇ ਜਿਹੜਾ ਮੋਰਚਾ ਨਹੀਂ ਸੀ ਲਾਇਆ ਜਾ ਸਕਦਾ, ਮੋਰਚਾ ਬਣਦਾ ਨਹੀਂ ਸੀਗਾ। ਅਤੇ ਫਿਰ ਅਸੀਂ ਜਨਰਲ ਸਾਹਿਬ ਨਾਲ ਗੱਲ ਕੀਤੀ ਵੀ ਸੂਤਰ ਕਿਵੇਂ ਬਹਿ ਸਕਦਾ। ਉਹ ਕਹਿੰਦੇ ਹੁਣ ਸੂਤਰ 'ਤੇ ਇਹੀ ਬਹੂਗਾ ਕਿ ਜਾਂ ਤਾਂ ਅਗਲਾ ਪਾਸਾ ਤੁਸੀਂ ਬਰਾਬਰ ਕਰੋ, ਐਟ ਏ ਟਾਈਮ ਉਹ ਹੋ ਨਹੀਂ ਸੀ ਸਕਦਾ। ਹਾਂਜੀ, ਉਹਨੂੰ ਬਰਾਬਰ ਕਰੋ, ਉਹਨੂੰ ਅਗਲੇ ਪਾਸੇ ਉੱਚਾ ਕਰੋ, ਅਤੇ ਤੁਹਾਡਾ ਜਿਹੜਾ ਘੱਟੋ ਘੱਟ ਜਿਹੜਾ ਤੁਸੀਂ ਇਹਦੇ ਜਿਹੜਾ ਸੈਂਟਰ ਪੁਆਇੰਟ ਆ ਉਹਦੇ ਪੈਰਲਲ ਕਰੋਗੇ, ਅਤੇ ਤਦ ਤੁਹਾਡਾ ਜਿਹੜਾ ਏਮ ਫਾਇਰ ਹੋਊਗਾ। ਫਿਰ ਅਸੀਂ ਜੀ ਇੰਨਾ ਜ਼ੋਰ ਲਾਇਆ, ਇੰਨੇ ਅਸੀਂ ਸਿੰਘ ਲੱਗੇ, ਉੱਤੇ ਤਖਤੇ ਚਾੜ੍ਹੇ, ਜਿਹੜੇ ਦਰਵਾਜ਼ੇ ਹੁੰਦੇ ਪੁਰਾਣੇ ਪਏ ਸੀ ਸਟੋਰ ਦੇ ਵਿੱਚ, ਉਹ ਚਾੜ੍ਹੇ, ਉਹ ਥੱਲੇ ਰੱਖੇ, ਬੋਰੀਆਂ ਜਿਹੜੀਆਂ ਭਰ ਕੇ ਮਿੱਟੀ ਦੀਆਂ ਉੱਤੇ ਚੜ੍ਹਾਈਆਂ, ਉੱਥੇ ਅਸੀਂ ਮੋਰਚਾ ਬਣਾਇਆ। ਉਹ ਮੋਰਚਾ ਬਣਾ ਕੇ ਫਿਰ ਉਹ ਮਤਲਬ ਜਿਹੜਾ ਆ ਮੋਰਚੇ ਦੇ ਕਾਬਲ ਹੋਇਆ। ਇਹ 1 ਤਰੀਕ ਤੋਂ ਬਾਅਦ ਦੀ ਗੱਲ ਹੈ, ਮਤਲਬ 2 ਤਰੀਕ ਦੀ ਗੱਲ ਹੈ। ਪਹਿਲਾਂ ਟੈਂਕੀ ਵਾਲੇ ਪਾਸੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਅਸਲ 'ਚ ਜ਼ਿਆਦਾ ਮੋਰਚਾ ਬੰਦੀ ਜਿਹੜੀ ਆ 1 ਤਰੀਕ ਤੋਂ ਬਾਅਦ ਹੀ ਜ਼ਿਆਦਾ ਹੋਈ ਹੈ, ਅਤੇ ਉਹ ਜਿਹੜਾ ਬਣਾਇਆ ਗਿਆ, ਭਾਵੇਂ ਅੱਜ ਕੋਈ ਕਿਸੇ ਪਾਸੇ ਨੂੰ ਤੁਰ ਪੈਂਦਾ ਜੀ, ਟੈਂਕੀ ਵਾਲੇ ਮੋਰਚੇ 'ਤੇ ਫਲਾਣਾ ਸੀਗਾ ਜੀ, ਟੈਂਕੀ ਵਾਲੇ ਮੋਰਚੇ 'ਤੇ ਫਲਾਣਾ ਸੀਗਾ। ਚਲੋ ਸਾਨੂੰ ਇਹਦੇ ਨਾਲ ਗੱਲ ਕੋਈ ਨਹੀਂ। ਤੁਹਾਡੇ ਸਿਰ ਵੀ ਇਹ ਆਉਂਦਾ ਹੈ ਵੀ ਤੁਸੀਂ ਹੱਥ ਖੜੇ ਕਰਕੇ ਬਾਹਰ ਨਿਕਲ ਗਏ ਸੀਗੇ, ਫੇਸਬੁੱਕ 'ਤੇ ਇੱਦਾਂ ਦੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ ਨੇ। ਦੇਖੋ ਮੇਰਾ ਖਿਆਲ ਹੈ ਕਿ ਕੌਮ ਜਿਹੜੀ ਹੈ ਨਾ ਸਾਡੀ, ਤੁਸੀਂ ਮੈਨੂੰ ਦੱਸ ਦਿਓ ਕਿ ਜਿਹੜੇ ਪੁਰਾਣੇ ਸੰਘਰਸ਼ੀ ਸਿੱਖ ਸੀਗੇ ਅੱਜ ਘਰਾਂ 'ਚ ਕਿਉਂ ਬਹਿ ਗਏ? ਉਹਨਾਂ ਨੂੰ ਤੁਸੀਂ ਵਡਿਆਈ ਦੇਣ ਦੀ ਥਾਂ 'ਤੇ, ਉਹਨਾਂ ਨੂੰ ਤੁਸੀਂ ਮਾਣ ਦੇਣ ਦੀ ਥਾਂ 'ਤੇ, ਉਹਨਾਂ ਨੂੰ ਤੁਸੀਂ ਸਤਿਕਾਰ ਦੇਣ ਦੀ ਥਾਂ 'ਤੇ, ਜਿਨ੍ਹਾਂ ਨੇ ਤਸ਼ੱਦਦ ਵੀ ਝੱਲੇ, ਜੇਲ੍ਹਾਂ ਵੀ ਕੱਟੀਆਂ, ਕੇਸ ਵੀ ਭੁਗਤੇ, ਘਰਾਂ ਦੇ ਉਜਾੜੇ ਵੀ ਕੀਤੇ, ਅਤੇ ਤੁਸੀਂ ਜੋ ਤਮਗੇ ਇਹੋ ਜਿਹੇ ਪਾਓਗੇ ਤਾਂ ਫਿਰ ਜਜ਼ਬੇ ਖਤਮ ਹੀ ਹੋਣਗੇ ਨਾ। ਭਾਵੇਂ ਕਿ ਸਾਡੇ ਵਰਗਿਆਂ 'ਤੇ ਉਹਨਾਂ ਦਾ ਕੋਈ ਅਸਰ ਨਹੀਂ ਗਾ। ਸਾਡੀ ਸੋਚ ਅੱਜ ਵੀ ਬਾਬੇ ਜਰਨੈਲ ਸਿੰਘ ਵਾਲੀ ਹੈ, ਜੋ ਸਾਨੂੰ ਸੋਚ ਦੇ ਕੇ ਗਏ ਆ, ਜੋ ਸਾਨੂੰ ਸਿਦਕ ਦੇ ਕੇ ਗਏ, ਜੋ ਸਾਨੂੰ ਜਜ਼ਬਾ ਦੇ ਕੇ ਗਏ, ਅੱਜ ਵੀ ਹੈ। ਪਰ ਬਖਸ਼ਿਆ ਕਿਹਨੂੰ ਹੈ? ਭਾਈ ਰਾਜੋਆਣਾ ਫਾਂਸੀ ਦੇ ਤਖਤੇ 'ਤੇ ਖੜੋਤਾ ਹੈ, ਫਾਂਸੀ ਦੇ ਤਖਤੇ 'ਤੇ ਖੜੋਤਾ ਹੈ ਨਾ। ਤੁਸੀਂ ਹਿਸਾਬ ਲਾ ਲਓ ਕਿੰਨੇ ਸਾਲ ਹੋ ਗਏ ਆ, 27-28 ਸਾਲ ਹੋ ਗਏ। ਅਤੇ 2000 ਮੇਰਾ ਖਿਆਲ 8 ਤੋਂ ਲੈ ਕੇ ਫਾਂਸੀ ਦੀ ਸਜ਼ਾ ਹੋਈ, ਅਤੇ 13 ਸਾਲ ਫਾਂਸੀ ਵਾਲੀ ਕੋਠੀ 'ਚ ਹੋ ਗਏ। ਸਾਰੇ ਰਸਤੇ ਬੰਦ ਹੋਏ ਪਏ ਆ। ਦੇਸ਼ ਦੇ ਰਾਸ਼ਟਰਪਤੀ ਨੇ ਫੈਸਲਾ ਕਰਨਾ ਕਿ ਫਾਈਲ ਲਾਉਣਾ ਕਿ ਨਹੀਂ ਲਾਉਣਾ, ਸਿਰਫ ਇੱਕ ਪਟੀਸ਼ਨ ਹੈ, ਉਹ ਵੀ ਅੜਾ ਜਿਹਾ ਹੀ ਆ। ਇੱਕ ਤਰ੍ਹਾਂ ਦੇਸ਼ ਦੇ ਰਾਸ਼ਟਰਪਤੀ ਨੇ ਫੈਸਲਾ ਕਰਤਾ ਸੀਗਾ, ਡੈਥ ਵਾਰੰਟ ਵੀ ਜਾਰੀ ਹੋ ਗਏ ਸੀਗੇ, ਫਾਂਸੀ ਦੀ ਤਰੀਕ ਅਤੇ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀਗਾ ਭਾਈ ਰਾਜੋਆਣਾ ਬਾਰੇ। ਤੁਸੀਂ ਭਾਈ ਰਾਜੋਆਣਾ ਦੇ ਬਾਰੇ ਕੋਈ ਪੋਸਟ ਆ ਜਾਂਦੀ ਹੈ, ਉਹਦੇ ਥੱਲੇ ਪੜ੍ਹ ਲਓ, ਵਿਕ ਗਿਆ ਹੀ, ਡਰ ਗਿਆ ਹੀ, ਇਹੀ ਕਹਿੰਦੇ ਆ ਨਾ। ਜਿਹੜੇ ਭਾਈ ਰਾਜੋਆਣਾ ਵਰਗੇ ਨੂੰ ਨਹੀਂ ਬਖਸ਼ਦੇ, ਹਾਂਜੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਜਿਨ੍ਹਾਂ ਵਿਚਾਰਿਆਂ ਨੇ ਜਵਾਨੀਆਂ ਜੇਲ੍ਹ 'ਚ ਗਾਲਤੀਆਂ, ਉਹਨਾਂ ਨੂੰ ਨਹੀਂ ਬਖਸ਼ਦੇ। ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਅੱਜ ਵੀ ਜਿਹੜੇ ਸੰਘਰਸ਼ੀ ਸਿੱਖ ਨੇ ਜੇਲ੍ਹਾਂ 'ਚ ਬੈਠੇ, ਲੰਬਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਦਿਨ ਕੱਟਣਾ ਔਖਾ ਹੁੰਦਾ, ਅਤੇ ਉੱਥੇ ਪਤਾ ਹੀ ਨਹੀਂ ਵਿਚਾਰੇ ਨੇ ਕਦੋਂ ਆਉਣਾ, ਕਦੋਂ ਨਹੀਂ ਆਉਣਾ, ਕੀ ਬਣਨਾ ਕੀ ਨਹੀਂ ਬਣਨਾ। ਔਰ ਤੁਸੀਂ ਇੱਕ ਨਾਂ ਸੁਣਿਆ ਹੋਣਾ, ਭਾਈ ਦਇਆ ਸਿੰਘ ਲਾਹੌਰੀਆ, ਸੁਣਿਆ ਨਾ? ਉਹ ਵਿਚਾਰਾ ਮੇਰਾ ਖਿਆਲ ਹੈ ਕਿ 1984 ਤੋਂ ਲੈ ਕੇ ਜੇਲ੍ਹ 'ਚ, ਇਵੇਂ ਕਿਤੇ ਮਾੜਾ ਮੋਟਾ ਜਿਹਾ ਬਾਹਰ ਦਾ ਉਹਦਾ ਗੇੜਾ ਵੱਜਾ ਆ। 2 ਵਾਰ ਆਇਆ ਨਹੀਂ, ਹੁਣ ਤਾਂ ਚਲੋ ਪਰੋਲ 'ਤੇ ਆਇਆ ਨਾ। ਜਦੋਂ 1984 ਤੋਂ ਲੈ ਕੇ ਤੁਸੀਂ ਦੇਖੋ 16 ਸਾਲ ਉਹ ਅਤੇ 21 ਸਾਲ, ਇਹ 37 ਸਾਲ ਹੋ ਗਏ। 37 ਸਾਲਾਂ 'ਚੋਂ ਮੇਰਾ ਨਹੀਂ ਖਿਆਲ ਹੋ ਕਿ ਸਾਲ 2 ਸਾਲ ਕਿਤੇ ਬਾਹਰ ਰਿਹਾ ਹੋਵੇ। ਜਿਸ ਬੰਦੇ ਨੇ ਆਪਦੀ 57-58 ਸਾਲ ਦੀ ਉਮਰ ਦੇ ਵਿੱਚੋਂ ਅਤੇ 36-37 ਸਾਲ ਜੇਲ੍ਹ 'ਚ ਗੁਜ਼ਾਰ ਦਿੱਤੇ ਹੋਣ,
ਦੁਨੀਆ ਭਰ ਦੇ ਤਸ਼ੱਦਦ ਵੀ ਝੱਲੇ ਹੋਣ, ਕਿਸੇ ਨੇ ਜਾ ਕੇ ਦੀ ਉਹਦਾ ਹਾਲ ਪੁੱਛਿਆ? ਘਰਾਂ ਦੇ ਘਰ ਸ਼ਹੀਦ ਹੋ ਗਏ, ਕਿਸੇ ਨੇ ਜਾ ਕੇ ਦੀ ਕਿਸੇ ਦਾ ਹਾਲ ਪੁੱਛਿਆ? ਜਿਹੜੇ ਆਪਣੇ ਉਹਨੂੰ ਪੰਥਕ ਕਹਾਉਂਦੇ ਆ, ਜਿਹੜੇ ਪੰਥ ਦੇ ਨਾਂ 'ਤੇ ਗ੍ਰਾਹੀਆਂ ਕਰਦੇ ਆ, ਸਾਡੇ ਵਰਗਿਆਂ 'ਤੇ 24 ਕੇਸ ਭੁਗਤੇ ਆ, ਸੁਪਰੀਮ ਕੋਰਟ ਤੱਕ ਕੇਸ ਲੜੇ ਆ, ਇੰਨੀ ਹੈਸੀਅਤ ਵੀ ਨਹੀਂ ਸੀਗੀ। ਤਦ ਵੀ ਜਾ ਕੇ ਆਪਣਾ ਆਪ ਵੇਚ ਕੇ ਜਿਹੜਾ ਆ ਵਕੀਲਾਂ ਦੀਆਂ ਫੀਸਾਂ ਦਿੰਦੇ ਰਹੇ। ਕੋਈ ਕਿਸੇ ਤੋਂ ਚਵਾਨੀ ਦੇ ਰਵਾਦਾਰ ਨਹੀਂ, ਕਿਸੇ ਜਥੇਬੰਦੀ ਨੇ, ਕਿਸੇ ਧਿਰ ਨੇ, ਕਿਸੇ ਸੰਸਥਾ ਨੇ, ਕਿਸੇ ਕਮੇਟੀ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਮੈਂ ਤਾਂ ਹੁਣ ਵੀ ਅਜੇ 36 ਸਾਲਾਂ ਬਾਅਦ ਮੇਰਾ ਫਿਰ ਕੇਸ ਕੱਢਿਆ ਗਿਆ, ਅਤੇ 38 ਸਾਲਾਂ ਬਾਅਦ 2 ਸਾਲਾਂ ਬਾਅਦ ਉਹਦਾ ਫੈਸਲਾ ਆਇਆ। ਕਦੇ ਸੁਣਿਆ ਸੀ ਕਦੀ ਕਿ ਇਹ ਕਿਸੇ ਬੰਦੇ ਦੇ ਉੱਤੇ 36 ਸਾਲਾਂ ਬਾਅਦ ਬੰਦਾ 10 ਸਾਲ ਜੇਲ੍ਹ 'ਚ ਵੀ ਰਹਿ ਆਇਆ ਹੋਵੇ, 10 ਸਾਲ ਜੇਲ੍ਹ 'ਚ ਆਇਆ ਹੋਵੇ, ਅਤੇ ਤੁਸੀਂ ਕਹਿੰਦੇ 36 ਸਾਲ ਪੁਰਾਣਾ ਤੇਰਾ ਕੇਸ ਪਿਆ ਜੀ ਅਜੇ, ਅਤੇ 36 ਸਾਲਾਂ ਵਾਲਾ ਮੇਰਾ ਕੇਸ ਕੱਢ ਕੇ ਉਹ ਚਲਾਇਆ। ਕਿਸੇ ਨੇ ਹਾ ਦਾ ਨਾਰਾ ਮਾਰਿਆ ਕਿ ਵਿਰਸਾ ਸਿੰਘ ਬਲਟੋਹਾ ਦੇ ਉੱਤੇ ਜਿਹੜਾ ਆ ਕਿਸੇ ਇੱਕ ਦਾ ਬਿਆਨ ਗਿਣਾ ਦਿਓ, ਵੱਡੇ ਤੋਂ ਵੱਡੇ ਪੰਥਕ ਦਾ ਬਿਆਨ ਗਿਣਾ ਦਿਓ ਕਿ ਯਾਰ ਐਡਾ ਵੱਡਾ ਕਹਿਰ ਕਿ ਬੰਦਾ 10 ਸਾਲ ਜੇਲ੍ਹ 'ਚ ਰਹਿ ਕੇ ਆਇਆ ਆ, ਅਤੇ ਤੁਸੀਂ ਭੌਂ ਕੇ ਫਿਰ ਜਿਹੜਾ ਉਹਦੇ ਮਨਸੂਬੇ ਘੜਨ ਡਏ ਜੇ। ਇਹ ਪੰਥਕ ਨੇ। ਇਸ ਕਰਕੇ ਜਿਹੜੀ ਉਹ ਜੀ ਹੱਥ ਖੜੇ ਕਰ ਦਿੱਤੇ ਜੀ, ਉਹ ਬਾਹਰ ਆ ਗਏ ਜੀ। ਕਿਹਨੇ ਵੇਖਿਆ ਸੀ ਹੱਥ ਖੜੇ ਕੀਤੇ? ਕਿਹੜੇ ਹਾਲਾਤਾਂ 'ਚ ਹੋਇਆ, ਕਿਵੇਂ ਹੋਇਆ, ਕੀ ਹੋਇਆ? ਲੜਾਈ ਲੜੀ, ਅਖੀਰ ਤੱਕ ਲੜੀ, ਜਦ ਤੱਕ ਇੱਕ ਵੀ ਗੋਲੀ ਕੋਲੇ ਸੀ ਉਦੋਂ ਤੱਕ ਲੜਦੇ ਰਹੇ। ਅਤੇ ਜਦੋਂ ਗੋਲੀ ਕੀ ਸਿੱਕਾ ਹੀ ਖਤਮ ਹੋ ਗਿਆ ਅਤੇ ਰਿਹਾ ਹੀ ਕੱਖ ਨਹੀਂ ਗਿਆ, ਅਤੇ ਫਿਰ ਲੜਾਈ ਕਦੀ ਲੜਨੀ ਸੀ? ਫਿਰ ਦੂਸਰੀ ਗੱਲ ਜਿਹੜੀ ਹੈ, ਅਤੇ ਵਿਰਸਾ ਸਿੰਘ ਇਕੱਲਾ ਬਲਟੋਹਾ ਹੀ ਫੜਿਆ ਗਿਆ। ਮੈਂ ਹੁਣ ਭਾਈ ਸੁਖਦੇਵ ਸਿੰਘ ਬੱਬਰ ਹੋਰਾਂ ਬਾਰੇ ਕਿਹਾ ਕਿ ਉਹ ਚੱਲਦੀ ਲੜਾਈ ਛੱਡ ਕੇ ਵਿੱਚੋਂ ਨਿਕਲ ਗਏ। ਕੀ ਉਹ ਕੌਮ ਦੇ ਗਦਾਰ ਸੀ? ਹਾਂਜੀ, ਸਵਾਲ ਬਣਦਾ ਕਿ ਕੌਮ ਦੇ ਗਦਾਰ ਸੀਗੇ? ਜਿੱਡਾ ਵੱਡਾ ਉਹ ਇਤਿਹਾਸ ਰਚ ਕੇ ਗਏ ਨੇ, ਜਿੱਡੇ ਵੱਡੇ ਉਹਨਾਂ ਨੇ ਪੰਥਕ ਸੰਘਰਸ਼ ਲੜਿਆ ਆ, ਜਿੱਡੀ ਵੱਡੀ ਉਹਨਾਂ ਨੇ ਅਗਵਾਈ ਦਿੱਤੀ ਆ, ਉਸ ਸਮੇਂ ਫਿਰ ਬਾਅਦ ਦੇ ਵਿੱਚ ਸਿੱਖ ਦੁਸ਼ਮਣ ਤਾਕਤਾਂ ਦੇ ਨਾਲ, ਸਿੱਖ ਵਿਰੋਧੀ ਸ਼ਕਤੀਆਂ ਦੇ ਨਾਲ, ਸਿੱਖ ਵਿਰੋਧੀ ਲੋਕਾਂ ਦੇ ਨਾਲ ਜਿਸ ਤਰ੍ਹਾਂ ਦੀ ਲੜਾਈ ਉਹਨਾਂ ਨੇ ਲੜੀ ਹੈ, ਅਤੇ ਫਿਰ ਇਹ ਤਾਂ ਕਹਿ ਦਿਓ ਕਿ ਭਾਈ ਸੁਖਦੇਵ ਸਿੰਘ ਜਿਹੜਾ ਬੱਬਰ ਆ ਉਹ ਤਾਂ ਯਾਰ ਕੌਮ ਦਾ ਗਦਾਰ ਸੀ, ਚੱਲਦੀ ਲੜਾਈ ਵਿੱਚ ਛੱਡ ਕੇ ਚਲਾ ਗਿਆ। ਔਰ ਜਿਹੜਾ ਖਾਲਿਸਤਾਨ ਕਮਾਂਡੋ ਫੋਰਸ ਦਾ ਜਿਹੜਾ ਦੂਜਾ ਮੁਖੀ ਸੀ, ਪਹਿਲੇ ਸੀ ਭਾਈ ਮਨਵੀਰ ਸਿੰਘ ਚਹੇੜੂ, ਦੂਜਾ ਮੁਖੀ ਕੌਣ ਬਣਿਆ ਸੀਗਾ? ਭਾਈ ਲਾਭ ਸਿੰਘ, ਜਨ ਲਾਭ ਸਿੰਘ ਪੰਜਵੜ। ਨਾਂ ਤਾਂ ਸੁਖਦੇਵ ਸਿੰਘ ਸੀਗਾ, ਸੁੱਖਾ ਸਿਪਾਹੀ ਵੀ ਕਹਿ ਦਿੰਦੇ ਸੀਗੇ। ਉਹ ਵੀ ਸਾਡੇ ਨਾਲ ਜੋਧਪੁਰ ਹੀ ਰਿਹਾ, ਇਕੱਠੇ ਜੇਲ੍ਹ 'ਚ ਰਹੇ ਅਸੀਂ, ਇਕੱਠੇ ਰਹੇ ਹਾਂ। ਸਾਨੂੰ ਇਕੱਠਿਆਂ ਜਹਾਜ਼ ਦੇ ਵਿੱਚ ਸਾਨੂੰ ਜਿਹੜਾ ਆ ਫੌਜੀ ਕੈਂਪਾਂ ਦੇ ਵਿੱਚੋਂ 17 ਜੂਨ 1984 ਨੂੰ ਹੀ ਸਾਨੂੰ ਜਿਹੜਾ ਆ ਇੰਟਰੋਗੇਸ਼ਨਾਂ ਵਾਸਤੇ ਰਾਜਸਥਾਨ ਦੀਆਂ ਜੇਲ੍ਹਾਂ ਦੇ ਵਿੱਚ ਲੈ ਗਏ, ਜਿੱਥੇ ਸਾਡੀ 6-7 ਮਹੀਨੇ ਇੰਟਰੋਗੇਸ਼ਨ ਚੱਲਦੀ ਰਹੀ ਹੈ। ਹਿੰਦੁਸਤਾਨ ਦੀ ਕੋਈ ਏਜੰਸੀ, ਚਾਹੇ CBI ਸੀ, ਚਾਹੇ IBC, ਚਾਹੇ ਰॉ ਸੀਗੀ, ਚਾਹੇ ਮਿਲਟਰੀ ਏਜੰਸੀਆਂ ਸੀਗੀਆਂ, ਕਿਸੇ ਨੇ ਕੋਈ ਕਸਰ ਨਹੀਂ ਛੱਡੀ। 6 ਤੋਂ 7 ਮਹੀਨੇ ਸਾਡੀਆਂ ਇੰਟਰੋਗੇਸ਼ਨਾਂ ਹੋਈਆਂ, ਔਰ ਸਾਨੂੰ ਅਜਿਹੇ ਹਾਲਾਤਾਂ 'ਚ ਰੱਖਿਆ। ਇੰਦਰਾ ਗਾਂਧੀ ਦਾ ਕਤਲ ਜਿਹੜਾ 31 ਅਕਤੂਬਰ 1984 ਨੂੰ ਹੁੰਦਾ, ਅਤੇ ਮੇਰੇ ਵਰਗੇ ਨੂੰ 6 ਦਸੰਬਰ 1984 ਨੂੰ 1.25 ਮਹੀਨੇ ਬਾਅਦ ਪਤਾ ਲੱਗਦਾ। ਅਤੇ ਫਿਰ ਉੱਥੇ ਉੱਠ ਕੇ ਕਹਿ ਦੇਣਾ ਜੀ ਆ ਜੀ ਫਲਾਣਾ ਜੀ, ਬਾਹਾਂ ਖੜੀਆਂ ਕਰਕੇ ਆ ਗਏ। ਅਤੇ ਇਹਦਾ ਮਤਲਬ ਫਿਰ ਭਾਈ ਸੁਖਦੇਵ ਸਿੰਘ ਜਿਹੜਾ ਸੁੱਖਾ ਆ, ਲਾਭ ਸਿੰਘ ਪੰਜਵੜਿਆ, ਹਾਂਜੀ, ਫਿਰ ਮਤਲਬ ਉਹੀ ਮੈਂ ਕਈਆਂ ਦੇ ਨਾਂ ਗਿਣਾ ਸਕਦਾ। ਭਾਈ ਮਥੁਰਾ ਸਿੰਘ ਜਿਹੜਾ ਸ਼ਹੀਦ ਹੋਇਆ, ਭਾਈ ਮਥੁਰਾ ਸਿੰਘ ਬੜੀ ਵੱਡੀ ਦਲੇਰੀ ਦੇ ਨਾਲ, ਬੜੇ ਜਜ਼ਬੇ ਦੇ ਨਾਲ ਸ਼ਹੀਦ ਹੋਇਆ। ਉਹ ਵੀ ਦਰਬਾਰ ਸਾਹਿਬ 'ਚੋਂ ਬਾਹਰ ਆਇਆ ਸੀ। ਮਤਲਬ ਗਿਣਤੀ ਇੱਥੇ ਗਿਣ ਲੱਗਾ ਮੈਂ ਇਕੱਲੇ ਦਾ ਨਾਂ ਲਊਂਗਾ, ਹੋਰ ਤਰ੍ਹਾਂ ਦੀ ਗੱਲ ਭੈੜੀ ਲੱਗਦੀ ਆ। ਇਸ ਕਰਕੇ ਜਿਹੜੀਆਂ ਗੱਲਾਂ ਕਰਨੀਆਂ ਜਿਹੜੀਆਂ ਨੇ, ਲੜਾਈ ਲੜਨੀ ਬੜੀ ਇੱਥੇ ਗੱਲਾਂ ਕਰ ਦੇਣੀਆਂ ਸੌਖੀਆਂ ਨੇ। ਅਤੇ ਮੈਂ ਤਾਂ ਸਿੱਧਾ ਸੱਦਾ ਦੇਣਾ, ਜਿਹੜੇ ਲੋਕ ਕਹਿੰਦੇ ਆ ਅਜੇ ਬੜੇ ਸਿੱਖ ਦੁਸ਼ਮਣ ਬੈਠੇ ਆ ਜਾਓ, ਆਓ ਲੜੋ, ਕਰੋ, ਕੁਛ ਕਰਕੇ ਤਾਂ ਵਿਖਾਓ। ਇਸ ਕਰਕੇ ਜਿਹੜੀ ਆ ਸਾਡੀ ਹੱਥ ਬੰਨ੍ਹ ਕੇ ਬੇਨਤੀ ਇੰਨੀ ਕੁ ਹੈ ਕਿ ਕੌਮ ਦੇ ਭਲੇ ਵਾਸਤੇ, ਕੌਮ ਦੀ ਚੜ੍ਹਦੀ ਕਲਾ ਵਾਸਤੇ ਉਹ ਰੋਲ ਅਦਾ ਕਰੋ। ਬਾਬਾ ਜਰਨੈਲ ਸਿੰਘ ਜੀ ਦੀ ਸ਼ਹੀਦੀ ਦਾ ਕਦੋਂ ਪਤਾ ਲੱਗ ਗਿਆ ਸੀਗਾ? ਨਹੀਂ, ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਦਾ ਤਾਂ ਸਾਨੂੰ ਇੱਕ ਤਰ੍ਹਾਂ 6 ਜੂਨ ਨੂੰ ਹੀ ਪਤਾ ਲੱਗ ਗਿਆ ਸੀਗਾ, ਕਿਉਂਕਿ ਪਹਿਲੀ ਤਾਂ ਗੱਲ ਕਿ ਉਹਨਾਂ ਦਾ ਪਤਾ ਹੀ ਸੀਗਾ ਜਦੋਂ ਲੜਾਈ ਸ਼ੁਰੂ ਹੋ ਗਈ ਕਿ ਹੁਣ ਸ਼ਹੀਦੀ ਹੋਣੀ। ਅਤੇ ਅਸੀਂ ਤਾਂ ਆਪਣੇ ਆਪ ਨੂੰ ਵੀ ਮਿੱਥ ਕੇ ਬੈਠੇ ਸੀਗੇ ਕਿ ਜਾਂ ਜਿੱਤਾਂਗੇ ਅਤੇ ਜਾਂ ਮਰਾਂਗੇ, ਇਹ ਮਿੱਥ ਕੇ ਬੈਠੇ ਸੀਗੇ। ਮਤਲਬ ਮੈਂ ਤੁਹਾਨੂੰ ਦੱਸਣ ਡਿਆ ਕਿ ਸਾਡੇ 2 ਫੈਡਰੇਸ਼ਨ ਦੇ ਆਗੂ ਸਾਹਿਬਾਨ ਮੇਰੇ ਕੋਲੋਂ ਸਾਹਮਣੇ ਨਿਕਲੇ ਆ, ਮੈਨੂੰ ਕਹਿ ਕੇ ਨਿਕਲੇ ਆ ਆਓ ਚੱਲੀਏ, ਹੁਣ ਕੋਈ ਫਾਇਦਾ ਨਹੀਂ ਕਿ ਲੜਾਈ ਲੜਨ ਦਾ। ਹਾਂਜੀ, ਅੱਜ ਵੀ ਉਹ ਹੈਗੇ ਨੇ, ਦੋਨੋਂ ਹੈਗੇ ਨੇ, ਅੱਜ ਵੀ ਨੇ। ਉਹ ਸਾਡੇ ਸਾਹਮਣੇ ਸਾਨੂੰ ਕਹਿ ਕੇ ਨਿਕਲੇ ਆ ਵੀ ਉਹ ਨਿਕਲ ਗਿਆ ਅਤੇ ਆ ਜੋ ਰਸਤਾ ਹੈਗਾ, ਨਿਕਲ ਸਕਦੇ ਆ। ਉਹਨਾਂ ਨੂੰ ਜਵਾਬ ਦਿੱਤਾ, ਜਿਉਂਦੇ ਜਾਗਦੇ ਨੇ। ਅਤੇ ਪੁੱਛ ਕੇ ਦੇਖ ਲਿਆ, ਉਹਨਾਂ ਨੂੰ ਕਿਹਾ ਸੀਗਾ ਜਾਂ ਜਿੱਤਾਂਗੇ ਜਾਂ ਮਰਾਂਗੇ। ਬਾਬਾ ਜਰਨੈਲ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ, ਕੁਝ ਪਤਾ ਲੱਗਿਆ ਹੋਵੇਗਾ ਵੀ ਕਿਵੇਂ ਸ਼ਹੀਦ ਹੋਏ ਨੇ? ਦੇਖੋ, ਉੱਥੋਂ
ਜਿਹੜੇ ਸਿੰਘ ਨੇ ਜਿਹੜੇ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਸੀਗੇ, ਉਹਨਾਂ 'ਚ ਵੀ ਕਾਫੀ ਸਿੰਘ ਜਿਹੜੇ ਆ ਅੱਜ ਵੀ ਹੈਗੇ ਨੇ। ਇੱਥੋਂ ਤੱਕ ਉਹ ਸਿੰਘ ਹੈਗੇ ਆ ਕਿ ਜਦੋਂ ਬਾਬਾ ਜਰਨੈਲ ਸਿੰਘ ਹੋਰੀ ਥੱਲੇ ਭੋਰੇ 'ਚੋਂ ਨਿਕਲੇ ਨੇ, ਫਿਰ ਅਰਦਾਸ ਕੀਤੀ ਆ ਮੂੰਹ ਕਰਕੇ, ਜਿੱਥੇ ਸ਼ਸਤਰ ਪਏ ਹੁੰਦੇ ਉਧਰ ਨੂੰ, ਛੇਵੇਂ ਪਾਤਸ਼ਾਹ ਦੇ ਤਖਤ ਵੱਲ ਨੂੰ ਮੂੰਹ ਕਰਕੇ ਅਰਦਾਸ ਕੀਤੀ ਹੈ। ਅਤੇ ਫਿਰ ਉਹਨਾਂ ਨੇ ਕਿਹਾ ਵੀ ਸਿੰਘੋ ਹੁਣ ਪੌੜੀਆਂ ਉਹ ਮੇਰੇ ਨਾਲ ਉਤਰਿਆ ਜੇ ਜਿੰਨਾ ਸ਼ਹੀਦ ਹੋਣਾ, ਅਤੇ ਜਿਹਨੇ ਮੁੜਨਾ ਹੁਣ ਉਹ ਮੁੜ ਸਕਦੇ ਜੀ, ਮੇਰੇ ਵੱਲੋਂ ਕੋਈ ਇਤਰਾਜ਼ ਨਹੀਂ, ਮੇਰੇ ਵੱਲੋਂ ਛੁੱਟੀ ਹੈ। ਉੱਥੇ ਨਾਲੋਂ ਪੌੜੀਆਂ 'ਚੋਂ ਜਿਹੜੇ ਸ਼ਹੀਦ ਹੋਣ ਵਾਲੇ ਸੀ ਪਿਛਾਂਹ ਨੂੰ ਉਤਰ ਗਏ ਆ, ਅਤੇ ਕੁਝ ਸਿੰਘ ਜਿਹੜੇ ਆ ਉੱਥੋਂ ਪੌੜੀਆਂ ਉਤਰਨ ਦੀ ਬਜਾਏ ਪਿਛਾਂਹ ਨੂੰ ਨਿਕਲ ਗਏ, ਅਤੇ ਉਹਨਾਂ 'ਚੋਂ ਕਈ ਵੈਸੇ ਨਿਕਲ ਗਏ, ਲੋਕਾਂ 'ਚ ਰਲ ਰੁਲ ਕੇ ਨਿਕਲ ਗਏ, ਕਈ ਫੜੇ ਗਏ, ਕਈ ਸਾਡੇ ਨਾਲ ਜੇਲ੍ਹ 'ਚ ਵੀ ਰਹੇ। ਇਸ ਕਰਕੇ ਜਿਹੜਾ ਉਹ ਮਹਾਂਪੁਰਸ਼ਾਂ ਬਾਰੇ ਤਾਂ ਜਿਹੜਾ ਉਦੋਂ ਹੀ ਪਤਾ ਲੱਗਿਆ ਸੀਗਾ ਵੀ ਜਿਸ ਜਜ਼ਬੇ ਨਾਲ, ਜਿਸ ਰੂਹ ਦੇ ਨਾਲ, ਜਿਸ ਚੜ੍ਹਦੀ ਕਲਾ ਦੇ ਨਾਲ, ਜਿਸ ਜਲਵੇ ਦੇ ਨਾਲ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਉਹ ਤਾਂ ਮੂੰਹ ਕਹਿੰਦੇ ਹੁੰਦੇ ਸੀ ਕਿ ਮੈਂ ਬਾਬਾ ਦੀਪ ਸਿੰਘ ਦੇ ਪੈਰਾਂ ਵਰਗਾ ਹਾਂ, ਪਰ ਬਾਬੇ ਦੀਪ ਸਿੰਘ ਦੀ ਟਕਸਾਲ ਦੀ ਸੇਵਾ ਮੇਰੇ ਕੋਲ ਹੈ, ਅਤੇ ਬਾਬੇ ਦੀਪ ਸਿੰਘ ਹੋਰਾਂ ਦਾ ਤਾਂ ਨਹੀਂ, ਅਤੇ ਘੱਟੋ ਘੱਟ 2.5 ਕਦਮ ਤਾਂ ਮੈਂ ਬਿਨਾਂ ਸਿਰ ਲੱਥੇ ਤੋਂ ਤੁਰ ਸਕਦਾ ਹਾਂ। ਇਹ ਬਾਬਾ ਜਰਨੈਲ ਸਿੰਘ ਹੋਰਾਂ ਦੇ ਸ਼ਬਦ ਹੁੰਦੇ ਸੀਗੇ। ਅਤੇ ਫਿਰ ਗੋਲੀਆਂ ਵਰਦੀਆਂ ਦੇ ਵਿੱਚ ਜਿਸ ਤਰ੍ਹਾਂ ਮੀਂਹ ਵਰਦਾ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲ ਨੂੰ, ਅਤੇ ਉਹਦੇ ਵਿੱਚ ਵੀ ਤੁਸੀਂ ਦੇਖੋ ਕਿੱਥੋਂ ਤੱਕ ਉਹ ਆਏ ਨੇ। ਹਾਂਜੀ, ਅਤੇ ਉਹ ਉਹਨਾਂ ਨੇ ਦਿਖਾਇਆ ਆਪਦਾ। ਜਿਵੇਂ ਵੱਡੇ ਭਰਾਤਾ ਨੇ ਉਹਨਾਂ ਨੇ ਪਹਿਚਾਣ ਵੀ ਕਰ ਲਈ ਸੀ, ਫਿਰ ਉਸ ਤੋਂ ਬਾਅਦ ਦੇ ਵਿੱਚ ਲੰਮਾ ਸਮਾਂ ਇਹ ਕਿਉਂ ਪ੍ਰਚਾਰਿਆ ਗਿਆ ਵੀ ਬਾਬਾ ਜਰਨੈਲ ਸਿੰਘ ਜੀ ਚੜ੍ਹਦੀ ਕਲਾ ਦੇ ਵਿੱਚ ਨੇ? ਦੇਖੋ ਉਹਨਾਂ ਦਿਨਾਂ 'ਚ ਅਸੀਂ ਤਾਂ ਜੇਲ੍ਹ ਸੀਗੇ, ਸਾਨੂੰ ਮੈਂ ਤਾਂ ਤੁਹਾਨੂੰ ਦੱਸਦਾ ਵੀ ਇੱਥੋਂ ਤੱਕ ਸੀ ਕਿ ਇੰਦਰਾ ਗਾਂਧੀ ਜਿਹੜੀ ਹੈ, ਜਿਹਦੀ ਅਸੀਂ ਰੋਜ਼ ਅਰਦਾਸਾਂ ਕਰਦੇ ਸੀਗੇ, ਜਿਹਦੇ ਬਾਰੇ ਰੋਜ਼ ਮਨ 'ਚ ਇੱਕ ਤਰ੍ਹਾਂ ਦੇ ਸੁਪਨੇ ਬੁਣਦੇ ਸੀਗੇ ਕਿ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਉਹਦਾ ਕਤਲ ਹੁੰਦਾ ਆ, ਅਤੇ ਉਹਦਾ 1.25 ਮਹੀਨੇ ਬਾਅਦ ਪਤਾ ਲੱਗਦਾ ਸਾਨੂੰ ਤਾਂ ਬਾਹਰ ਪਤਾ ਨਹੀਂ ਕੀ ਵਾਪਰਨ ਡਿਆ ਸੀ, ਕੀ ਹੋਣ ਡਿਆ ਸੀ, ਕੀ ਨਹੀਂ ਹੋਣ ਡਿਆ ਸੀ, ਕਿਹੜੀਆਂ ਸ਼ਕਤੀਆਂ ਸੀ ਜਿਨ੍ਹਾਂ ਨੇ ਅਜਿਹਾ ਪ੍ਰਚਾਰ ਕੀਤਾ ਸੀਗਾ ਅਤੇ ਕਿਉਂ ਕੀਤਾ ਸੀਗਾ, ਅਤੇ ਉਹ ਕਿਉਂ ਉਹਨਾਂ ਨੇ ਬਰਗਲਾ ਕੇ ਰੱਖਿਆ ਕੌਮ ਨੂੰ, ਉਹੀ ਜਾਣਦੇ ਆ। ਕਈ ਤਾਂ ਵੈਸੇ ਵੀ ਹੋ ਸਕਦਾ ਕਿ ਸਰਕਾਰੀ ਏਜੰਸੀਆਂ ਦੀ ਸ਼ਰਾਰਤ ਹੋਵੇ ਅਤੇ ਉਹਦੇ ਪੱਚੇ ਦੇ ਵਿੱਚ ਹੀ ਜਿਹੜੀਆਂ ਸਾਡੀਆਂ ਸ਼ਖਸੀਅਤਾਂ ਵੀ ਆ ਗਈਆਂ ਹੋਣ। ਹਾਂਜੀ, ਇਸ ਤਰ੍ਹਾਂ ਦਾ ਵੀ। ਜਿਵੇਂ ਬਾਬਾ ਠਾਕਰ ਸਿੰਘ ਜੀ ਨੂੰ ਵਾਰ-ਵਾਰ ਸਿੰਘ ਪੁੱਛਦੇ ਸੀ ਕਦੋਂ ਆਉਣਗੇ, ਅਤੇ ਬਾਬਾ ਠਾਕਰ ਸਿੰਘ ਜੀ ਦਾ ਇਹ ਵੀ ਮਿਲਦਾ ਹੈ ਵੀ ਚੌਰ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕਹਿੰਦੇ ਸੀ ਜੇ ਮੇਰੇ 'ਤੇ ਵਿਸ਼ਵਾਸ ਨਹੀਂ ਅਤੇ ਗੁਰੂ 'ਤੇ ਵਿਸ਼ਵਾਸ ਹੈਗਾ, ਬਾਬਾ ਜੀ ਚੜ੍ਹਦੀ ਕਲਾ ਵਿੱਚ ਨੇ ਭਿੰਡਰਾਂ ਵਾਲੇ। ਇਹ ਤਾਂ ਦੇਖੋ ਬਾਬਾ ਠਾਕਰ ਸਿੰਘ ਹੋਰੀ ਉਹ ਸ਼ਖਸੀਅਤ ਸੀ ਜਿਨ੍ਹਾਂ ਦਾ ਬਾਬਾ ਜਰਨੈਲ ਹੋਰੀ ਸਤਿਕਾਰ ਕਰਦੇ ਸੀ। ਅਸੀਂ ਵੀ ਉਹਨਾਂ ਦੇ ਆਖਰੀ ਸਵਾਸ ਤੱਕ ਸਤਿਕਾਰ ਕਰਦੇ ਰਹੇ ਅਤੇ ਅੱਜ ਵੀ ਕਰਦੇ ਹਾਂ। ਉਹ ਕਿਉਂ ਕਹਿੰਦੇ ਸੀ, ਕਿਵੇਂ ਕਹਿੰਦੇ ਸੀਗੇ, ਕੀ ਉਹਨਾਂ ਦੀ ਮਨਸ਼ਾ ਸੀਗੀ, ਉਹਦੇ ਉੱਤੇ ਮੇਰੇ ਵਰਗੇ ਨੂੰ ਕੋਈ ਕਿੰਤੂ ਪਰੰਤੂ ਕਰਨ ਦਾ ਅਧਿਕਾਰ ਹੈ ਨਹੀਂ, ਪਰ ਚਾਹੀਦਾ ਨਹੀਂ ਸੀ, ਅਜਿਹਾ ਨਹੀਂ ਸੀ ਚਾਹੀਦਾ। ਉਹ ਕਿਉਂ ਕਰਦੇ ਸੀਗੇ ਇਹ ਤਾਂ ਉਹੀ ਵਿਆਖਿਆ ਕਰ ਸਕਦੇ ਸੀਗੇ, ਪਰ ਜਿਹੜਾ ਆ ਮਹਾਂਪੁਰਸ਼ਾਂ ਦੀ ਸ਼ਹੀਦੀ ਜਿਹਨੇ ਇਤਿਹਾਸ ਹੀ ਸਿਰਜਕ ਰੱਖ ਦਿੱਤਾ, ਇਹ ਉਸ ਸਮੇਂ ਜਿਹੜਾ ਕੌਮ ਦੇ ਵਿੱਚ ਉਜਾਗਰ ਸਿੱਧੇ ਰੂਪ 'ਚ ਹੋ ਜਾਣੀ ਚਾਹੀਦੀ ਸੀ। ਜਿਵੇਂ ਹੁਣ ਲੰਮੇ ਸਮੇਂ ਬਾਅਦ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਐਲਾਨਿਆ ਗਿਆ, ਇਸ ਚੀਜ਼ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਿਹੜਾ ਹੈ ਹੀ ਸ਼ਹੀਦ ਅਤੇ ਜਿਹਦੀ ਸ਼ਹੀਦੀ ਵਿਲੱਖਣ ਹੋਵੇ ਅਤੇ ਮਹਾਨ ਸ਼ਹੀਦੀ ਹੋਵੇ, ਜਿਹਨੇ ਇਤਿਹਾਸ ਹੀ ਸਿਰਜ ਕੇ ਰੱਖ ਦਿੱਤਾ ਹੋਵੇ, ਜਿਹਨੇ ਦੁਨੀਆ ਦੀਆਂ ਵੱਡੀਆਂ ਵੱਡੀਆਂ ਤਾਕਤਾਂ ਨੂੰ ਲਾ ਕੇ ਰੱਖ ਦਿੱਤਾ ਹੋਵੇ, ਉਹਨੂੰ ਸ਼ਹੀਦੀਆਂ ਦੇ ਐਲਾਨ ਦੀ ਲੋੜ ਨਹੀਂ ਗੀ। ਹਾਂ, ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਜਿਹੇ ਮਾਣ ਸਨਮਾਨ ਜਿਹੜੇ ਨੇ ਉਹ ਬਹੁਤ ਘੱਟ ਸ਼ਖਸੀਅਤਾਂ ਨੂੰ ਹਾਸਲ ਹੁੰਦੇ ਨੇ, ਜਿਨ੍ਹਾਂ ਨੂੰ ਕੌਮ ਦੇ ਮਹਾਨ ਸ਼ਹੀਦ ਐਲਾਨਿਆ ਜਾਵੇ, 20ਵੀਂ ਸਦੀ ਦੇ ਮਹਾਨ ਸਿੱਖ ਐਲਾਨਿਆ ਜਾਵੇ। ਇਹ ਜਿਹੜਾ ਮਾਣ ਸਨਮਾਨ ਜਿਹੜਾ ਆ, ਇਹ ਬਾਬੇ ਜਰਨੈਲ ਸਿੰਘ ਦੀ ਝੋਲੀ 'ਚ ਪਿਆ ਆ। ਸਾਨੂੰ ਵੀ ਇਸ ਕਰਕੇ ਨਾ ਹਿਰਦੇ 'ਚੋਂ ਸਾਨੂੰ ਇੱਕ ਵੱਖਰੀ ਸ਼ਕਤੀ ਮਿਲਦੀ ਹੈ ਕਿ ਸਾਨੂੰ ਉਸ ਸ਼ਖਸੀਅਤ ਦੀ, ਉਸ ਰੂਹ ਦੀ ਜਿਹੜੀ ਆ ਗਲਵੱਕੜੀ, ਜੱਫੀਆਂ ਪਾ ਕੇ ਆਨੰਦ ਲੈਂਦੇ ਰਹੇ, ਮਤਲਬ ਥਾਪੜਾ ਲੈਂਦੇ ਰਹੇ, ਪਿਆਰ ਲੈਂਦੇ ਰਹੇ, ਔਰ ਉਹਨਾਂ ਤੋਂ ਚੜ੍ਹਦੀ ਕਲਾ ਦੇ ਬੋਲ ਵਾਲੇ ਸੁਣਦੇ ਰਹੇ, ਅਤੇ ਸਾਨੂੰ ਵੀ ਖੁਸ਼ੀ ਹੁੰਦੀ। ਬਾਬਾ ਜਰਨੈਲ ਸਿੰਘ ਜੀ ਨੂੰ ਰੋਜ਼ਾਨਾ ਤੁਸੀਂ ਇੱਕ ਵਾਰ ਮਿਲਦੇ ਸੀ ਕਿਹਾ ਹੈਗਾ, ਕੋਈ ਅਭੁੱਲ ਯਾਦ ਜਿਹੜੀ ਤੁਸੀਂ ਕਦੇ ਭੁੱਲ ਹੀ ਨਾ ਸਕੋ? ਜਿਵੇਂ ਵੈਸੇ ਤਾਂ ਤੁਸੀਂ ਕਿਹਾ ਜੱਫੀਆਂ ਪੈਂਦੇ ਰਹੇ ਆ, ਥਾਪੜੇ ਲੈਂਦੇ ਰਹੇ ਆ, ਹੱਸਦੇ ਖੇਡਦੇ ਵੀ ਰਹੇ ਆ, ਕੋਈ ਇੱਦਾਂ ਦੀ ਯਾਦ ਹੋਵੇ ਜਿਹੜੀ ਕਦੇ ਨਾ ਭੁੱਲੀ ਜਾ ਸਕੇ? ਨਹੀਂ, ਦੇਖੋ ਮੇਰਾ ਖਿਆਲ ਹੈ ਕਿ ਬੜਾ ਕੁਛ ਰੋਜ਼ਾਨਾ ਹੀ ਵਿਲੱਖਣ ਹੀ ਗੱਲਾਂ ਵਾਪਰਦੀਆਂ ਰਹੀਆਂ ਨੇ,
ਪਰ ਕਿਉਂਕਿ ਰੂਟੀਨ 'ਚ ਹੁੰਦੀਆਂ ਸੀਗੀਆਂ, ਸਾਰਾ ਕੁਝ ਹੁੰਦਾ ਸੀਗਾ, ਕੋਈ ਜ਼ਿਆਦਾ ਗੱਲ ਕਰਨੀ। ਮੈਨੂੰ ਯਾਦ ਹੈ ਕਿ ਸਾਡਾ ਅਖੀਰਲੇ ਦਿਨਾਂ 'ਚ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਮਹਾਂਪੁਰਸ਼ਾਂ ਦਾ ਚੌਂਕੜਾ ਸੀਗਾ, ਅਤੇ ਸਾਡਾ ਫੈਡਰੇਸ਼ਨ ਵਾਲਿਆਂ ਦਾ ਉੱਥੇ ਪਹਿਰਾ ਲੱਗਦਾ ਹੁੰਦਾ ਸੀ ਰਾਤ ਨੂੰ। ਉੱਥੇ ਪਹਿਰਾ ਲੱਗਣਾ, ਅਤੇ ਟੀਮਾਂ ਦੇ ਵਿੱਚ ਲੱਗਦਾ ਹੁੰਦਾ ਸੀਗਾ। ਭਾਵੇਂ ਕਿ ਦਮਦਮੀ ਟਕਸਾਲ ਦੇ ਸਿੰਘ ਵੀ ਪਹਿਰਾ ਦਿੰਦੇ ਸੀਗੇ, ਪਰ ਨਾਲ ਫੈਡਰੇਸ਼ਨ ਦੀ ਇੱਕ ਟੀਮ ਵੀ ਜਿਹੜੀ ਆ ਉੱਥੇ ਪਹਿਰਾ ਦਿੰਦੀ ਸੀਗੀ। ਅਤੇ ਮੈਂ ਅਤੇ ਹਰਮਿੰਦਰ ਗਿੱਲ ਦੀ ਸਾਡੀ ਦੋਹਾਂ ਦੀ ਟੋਲੀ ਸੀਗੀ। ਅਸੀਂ ਵੀ ਉੱਥੇ ਸਾਡੀ ਡਿਊਟੀ ਹੁੰਦੀ ਸੀ ਕਿ ਵੀ ਪਤਾ ਨਹੀਂ 2 ਘੰਟੇ ਹੁੰਦੀ ਸੀ ਕਿ 4 ਘੰਟੇ ਹੁੰਦੀ ਸੀਗੀ। ਅਸੀਂ ਰਾਤ ਨੂੰ ਉੱਥੇ ਪਹਿਰਾ ਦੇਣਾ ਹੁੰਦਾ ਸੀਗਾ ਅਕਾਲ ਤਖ਼ਤ ਸਾਹਿਬ 'ਤੇ। ਅਸੀਂ ਆਪਦੀ ਪਹਿਰੇ ਦੀ ਡਿਊਟੀ ਦੇਣ ਵਾਸਤੇ ਗਏ। ਮੇਰਾ ਖਿਆਲ ਰਾਤ ਦੇ 10-11 ਵਜੇ ਹੋਣਗੇ, ਅਤੇ ਮਹਾਂਪੁਰਸ਼ਾਂ ਨੇ ਨਾ ਕਾਫੀ ਸਿੰਘ ਇਕੱਠੇ ਕੀਤੇ। ਉੱਥੇ ਵਚਨ ਵਿਲਾਸ ਚੱਲਣ ਡਿਆ, ਅਤੇ ਮਹਾਂਪੁਰਸ਼ ਕਹਿੰਦੇ ਵੀ ਸਿੰਘੋ, ਕਈਆਂ ਦੇ ਮਨ 'ਚ ਸ਼ੰਕਾ ਵੀ ਸਾਧ ਐਵੇਂ ਹੀ ਹੈ, ਅਤੇ ਤੁਸੀਂ ਇਸ ਤਰ੍ਹਾਂ ਕਰੋ, ਅੱਜ ਮੇਰਾ ਵੀ ਮਨ ਕਰਦਾ ਤੁਸੀਂ ਮਨ 'ਚ ਧਾਰੋ, ਮੈਂ ਤੁਹਾਡੇ ਮਨ ਦੀ ਦੱਸੂੰ। ਉਹਨਾਂ 2-3 ਵਾਰਾਂ ਵਚਨ ਦੁਹਰਾਇਆ। ਸਾਰੇ ਸਿੰਘਾਂ ਨੇ ਵਾਲਿਆਂ ਨੇ ਨੀਵੀਆਂ ਪਾਲੀਆਂ, ਅਤੇ ਸਾਡੇ ਵਰਗੇ ਤਾਂ ਇਹੀ ਸੋਚਣ ਵੀ ਕਿਤੇ ਮਨ 'ਚ ਕੋਈ ਗੱਲ ਆ ਨਾ ਜਾਂਦੀ ਹੋਵੇ, ਕਿਵੇਂ ਕੋਈ ਪੁੱਠੀ ਸਿੱਧੀ ਨਾ ਆ ਜਾਂਦੀ ਹੋਵੇ ਵੀ ਹਾਂਜੀ ਇਹੀ ਕਰੀਏ ਵੀ ਮਨ 'ਚ ਕੋਈ ਗੱਲ ਨਾ ਆਵੇ। ਮਤਲਬ ਮੇਰੇ ਆਪਦੇ ਮਨ ਦੀ ਗੱਲ ਹੈ, ਮੈਂ ਆਪਦੀ ਗੱਲ ਕਰਦਾ। ਮੇਰੇ ਮਨ 'ਚ ਆਵੇ ਕਿਤੇ ਸੱਚੇ ਪਾਤਸ਼ਾਹ ਵੇਖੀ ਕਿਤੇ ਕੋਈ ਇਹੋ ਜਿਹੀ ਗੱਲ ਨਾ ਕਿਤੇ ਮਨ 'ਚ ਆ ਜਾਏ। ਹਾਂਜੀ, ਅਤੇ ਮਹਾਂਪੁਰਸ਼ਾਂ ਨੇ ਨਾ ਪਤਾ ਨਹੀਂ ਕਿਹੜਾ ਜਲਵਾ ਸੀ ਉਹਨਾਂ ਦਾ, ਕਹਿੰਦੇ ਕਿ ਇਵੇਂ ਕਹਿੰਦੇ ਹੋ ਗਏ ਕਿ ਇਵੇਂ ਸਾਧ ਮਾਰਦਾ ਰਹਿੰਦਾ, ਅੱਜ ਮੈਂ ਤੁਹਾਨੂੰ ਦਿਖਾਉਣਾ, ਧਾਰੋ ਮਨ 'ਚ। ਅਤੇ ਹੋ ਸਕਦਾ ਕਿ ਜਿਸ ਤਰ੍ਹਾਂ ਮੈਂ ਮਨ 'ਚ ਧਾਰਦਾ ਸੀਗਾ ਵੀ ਕੋਈ ਯਾਰ ਮਨ 'ਚ ਨਾ ਕੋਈ ਬਲਬਲਾ ਆ ਜਾਂਦਾ ਹੋਵੇ, ਇਸ ਤਰ੍ਹਾਂ ਬਾਕੀ ਵੀ ਸਾਰੇ ਸੋਚਦੇ ਹੋਣ। ਇੱਕ ਵਿੱਚੋਂ ਸੀਗਾ, ਉਹਨੂੰ ਕਹਿੰਦੇ ਤੇਰੇ ਮਨ 'ਚ ਇਹੀ ਆਣਾ ਵੀ ਸਾਧ ਐਵੇਂ ਮਾਰਦਾ, ਨੀਵੀਂ ਪਾਲੀ। ਮੈਨੂੰ ਉਹ ਯਾਦ ਅੱਜ ਵੀ। ਅਤੇ ਬਾਬਾ ਜੀ ਨੇ ਜਿਹੜੇ ਬਚਨ ਕੀਤੇ ਅਸੀਂ ਤਾਂ ਪਰਤਿਆਏ। ਇੱਕ ਚੀਜ਼ ਹੋਰ ਦਾ ਵੀਡੀਓ ਬੜੀ ਵਾਇਰਲ ਹੋਈ ਸੀ ਵੀ ਇੱਕ ਮਾਤਾ ਬਾਬਾ ਜਰਨੈਲ ਸਿੰਘ ਜੀ ਨੂੰ ਮੱਥਾ ਟੇਕਣ ਲੱਗਦੀ ਹੈ ਅਤੇ ਤੀਰ ਅੱਗੇ ਕਰਕੇ ਸਾਈਡ 'ਤੇ 'ਚ ਹੀ ਲੰਘ ਜਾਂਦੇ ਨੇ, ਮੱਥਾ ਨਹੀਂ ਸੀ ਟਿਕਾਉਂਦੇ। ਨਹੀਂ, ਮੱਥਾ ਨਹੀਂ ਟਿਕਾਉਂਦੇ। ਮੱਥਾ ਜਿਹੜਾ ਸੰਗਤ ਕੋਲੋਂ ਨਹੀਂ ਆਮ ਕਰਕੇ ਕਿਸੇ ਕੋਲ ਟਿਕਾਉਂਦੇ ਹੁੰਦੇ। ਜਿਹੜੇ ਜਥੇਦਾਰ ਸਿੰਘ ਸੀ ਜਿਨ੍ਹਾਂ ਦਾ ਰੂਟੀਨ ਬਣਿਆ ਸੀ, ਜਾਂ ਸਾਡੇ ਵਰਗੇ ਸੀਗੇ ਕਿ ਮਹਾਂਪੁਰਸ਼ਾਂ ਨੂੰ ਜਿੰਨਾ ਚਿਰ ਕਰਨਾ ਲਈਏ ਨਮਸਕਾਰ, ਹਾਂਜੀ, ਉਹਨਾਂ ਚਿਰ ਉਹਨਾਂ ਨੂੰ ਪਤਾ ਵੀ ਇਹਨਾਂ ਦੀ ਤਸੱਲੀ ਨਹੀਂ ਹੋਣੀ, ਸੰਗਤ ਨੂੰ ਨਹੀਂ ਟਿਕਣ ਦਿੰਦੇ। ਔਰ ਅਸੀਂ ਤਾਂ ਇਹ ਹੁੰਦਾ ਸੀਗਾ ਵੀ ਮਹਾਂਪੁਰਸ਼ਾਂ ਦੀ ਮੁੱਠੀ ਚਾਪੀ ਵੀ ਕਰਦੇ ਹੁੰਦੇ ਸੀਗੇ। ਮਹਾਂਪੁਰਸ਼ਾਂ ਦੇ ਜਦੋਂ ਜਾਣਾ ਆ ਰਾਤ ਨੂੰ ਵਚਨ ਵਿਲਾਸ ਵੀ ਚੱਲਦੇ ਰਹਿਣੇ, 2-2 3-3 ਸਿੰਘ ਅਸੀਂ ਲੱਗੇ ਹੋਣਾ, ਕਿਸੇ ਨੇ ਸੱਜੀ ਲੱਤ ਫੜ ਲੈਣੀ, ਕਿਸੇ ਨੇ ਖੱਬੀ ਫੜ ਲੈਣੀ, ਕਿਸੇ ਨੇ ਬਾਂਹ ਫੜ ਲੈਣੀ। ਮਤਲਬ ਇਸ ਤਰ੍ਹਾਂ ਨਿੱਕੇ ਨਿੱਕੇ ਵਚਨ ਵੀ ਕਰਦੇ ਰਹਿਣਾ, ਹੱਸਦੇ ਵੀ ਰਹਿਣਾ, ਅਤੇ ਸਲਾਹਾਂ ਵੀ ਕਰਦੇ ਰਹਿਣਾ। ਇਹ ਮਹਾਂਪੁਰਸ਼ਾਂ ਦਾ ਸੀਗਾ। ਮਤਲਬ ਯਾਰ ਮੈਂ ਤੁਹਾਨੂੰ ਉਹ ਜਿਹੜਾ ਹੈ ਨਾ, ਦਿਲ ਕਰਦਾ ਦੁਬਾਰਾ ਫੇਰ ਵਾਪਸ ਜਾਣ ਨੂੰ, ਉਹ ਬਿਆਨ ਹੀ ਨਹੀਂ ਕਰ ਸਕਦਾ। ਉਹ ਜਿਹੜਾ ਮੌਕਾ ਜੇ ਕਿਤੇ ਮਹਾਰਾਜ ਦੇ ਦੇਣਾ, ਜਿਹੜੀ ਮਹਾਂਪੁਰਸ਼ਾਂ ਦੀ ਸੰਗਤ ਹੈ, ਉਸੇ ਤਰ੍ਹਾਂ ਦਾ ਹੀ ਸਾਰਾ ਮਾਹੌਲ ਬਣ ਜੇ, ਅਤੇ ਮੇਰੇ ਵਾਸਤੇ ਤਾਂ ਮੈਂ ਕਹਿੰਦਾ ਕਿ ਸੱਚੇ ਪਾਤਸ਼ਾਹ ਨੇ ਮੈਨੂੰ ਸਭ ਕੁਛ ਦਿੱਤਾ। ਸ਼ਹੀਦ ਚਲੇ ਜਾਂਦੇ ਨੇ, ਉਹਨਾਂ ਦੀ ਸੋਚ ਦੇ ਉੱਪਰ ਪਹਿਰਾ ਦੇਣਾ ਹੁੰਦਾ ਹੈ ਆਪਾਂ ਸਾਰਿਆਂ ਨੇ। ਅੱਜ ਕਿਵੇਂ ਲੱਗਦਾ ਹੈ ਵੀ ਨਾ ਆਨੰਦਪੁਰ ਦੇ ਮਤੇ ਦੀ ਜਦੋਂ ਗੱਲ ਕਰਦੇ ਹਾਂ ਆਪਾਂ, ਸ਼ਰੇਆਮ ਜਿਹੜੇ ਸੀ ਰੋਜ਼ਾਨਾ ਹੀ ਬੋਲਦੇ ਰਹੇ ਬਾਬਾ ਜਰਨੈਲ ਸਿੰਘ ਜੀ, ਪਰ ਪਹਿਰਾ ਨਹੀਂ ਦਿੱਤਾ ਜਾ ਰਿਹਾ, ਖੜੋਤ ਨਹੀਂ ਆਈ ਥੋੜ੍ਹੀ ਜੀ? ਦੇਖੋ, ਜਿੱਥੋਂ ਤੱਕ ਆਜ਼ਾਦ ਹਿੰਦੁਸਤਾਨ ਦੇ ਵਿੱਚ ਕੇਂਦਰੀ ਹਕੂਮਤਾਂ ਨੇ ਸਾਡੀ ਕੌਮ ਨਾਲ ਕੀਤਾ ਹੈ ਨਾ, ਅਤੇ ਹੁਣ ਜਿਹੜੇ ਆਪਾਂ ਗੱਲਾਂ ਕਰੀ ਜਾਈਏ ਨਾ ਜੀ, ਥੱਲੇ ਦੀਆਂ ਜਾਂ ਸੱਜੇ ਦੀਆਂ ਜਾਂ ਖੱਬੇ ਦੀਆਂ, ਇਹ ਘੱਟ ਹੈ। ਅਤੇ ਸੱਚੇ ਪਾਤਸ਼ਾਹ ਨੇ ਵੀ ਕਿਹਾ ਕਿ ਰਾਜ ਬਿਨਾਂ ਨੇ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਿਲੇ। ਪਰ ਇਹ ਰਾਜ, ਇਹ ਬਖਸ਼ਿਸ਼ਾਂ ਜਿਹੜੀਆਂ ਨੇ, ਇਹ ਏਕਤਾ 'ਚੋਂ ਨਿਕਲਦੀਆਂ ਨੇ। ਇਕੱਠੇ ਹੋਣ ਦੀ ਲੋੜ ਹੈਗੀ। ਅੱਜ ਜੇ ਇਕੱਠੇ ਹੋਵਾਂਗੇ ਤਾਂ ਬਹੁਤ ਕੁਛ ਹੋ ਸਕਦਾ। ਬਿਲਕੁਲ, ਇਕੱਠੇ ਹੋਣ ਤੋਂ ਬਿਨਾਂ ਗੱਲ ਨਹੀਂ ਬਣਨੀ। ਅਤੇ ਮੇਰਾ ਖਿਆਲ ਹੈ ਕਿ ਜਿਹੜੇ ਕੌਮ ਦੇ ਭਲੇ ਦੀ ਗੱਲ ਕਰਦੇ ਆ, ਅਤੇ ਸਭ ਤੋਂ ਵੰਡੀਆਂ ਵੀ ਵੱਧ ਉਹੀ ਪਾਉਂਦੇ, ਮੇਰੇ ਵਰਗੇ। ਕਿੰਤੂ ਪਰੰਤੂ ਵੀ ਸਭ ਤੋਂ ਵੱਧ ਉਹੀ ਕਰਦੇ, ਦੂਜੇ ਦੀਆਂ ਲੱਤਾਂ ਵੀ ਸਭ ਤੋਂ ਵੱਧ ਉਹੀ ਖਿੱਚਦੇ, ਦੂਜੇ ਦੀ ਪੱਗ ਨੂੰ ਹੱਥ ਵੀ ਮੇਰੇ ਵਰਗੇ ਹੀ ਪਾਉਂਦੇ ਆ। ਇਹ ਛੱਡ
ਵਿੱਚੇ ਵਿਰਸਾ ਨੂੰ ਮੁਲਟਵਾ ਛੱਡੇ। ਇਕੱਠੇ ਹੋ ਕੇ ਚੱਲੋ। ਜਿਹਦੇ ਕਰਮਾਂ 'ਚ ਵਡਿਆਈ ਆ, ਜਿਹਨੂੰ ਕੌਮ ਨੇ ਮਾਣ ਸਨਮਾਨ ਦੇਣਾ ਆ, ਕਿਹਨੂੰ ਚੌਧਰਾਂ ਦੇਣੀਆਂ, ਕਿਹਨੂੰ ਸਰਦਾਰੀਆਂ ਦੇਣੀਆਂ, ਉਹ ਆਪੇ ਸਤਿਗੁਰੂ ਦੇ ਦੇਣਗੇ। ਮੈਂ ਤੁਹਾਨੂੰ ਦੱਸਦਾ, ਮੈਂ ਉਦਾਹਰਨ ਆਪਣੇ ਆਪ 'ਚ ਹਾਂ। ਮੈਂ ਉਹ ਸ਼ਖਸ ਸੀਗਾ ਜਿਹੜਾ ਸਿਆਸਤ ਨੂੰ ਨਫ਼ਰਤ ਕਰਨ ਵਾਲਿਆਂ 'ਚੋਂ ਸੀਗਾ। ਸਿਆਸਤ ਨੂੰ ਮੈਂ ਚੰਗਾ ਨਹੀਂ ਸੀ ਸਮਝਦਾ, ਅਤੇ ਅਜੇ ਕਿ ਕੋਈ ਮੇਰੇ ਕੋਲ ਉਹਦਾ ਰੀਜ਼ਨ ਵੀ ਕੋਈ ਨਹੀਂ ਸੀ, ਕੋਈ ਕਾਰਨ ਵੀ ਨਹੀਂ ਸੀ, ਪਰ ਵੈਸੇ ਹੀ ਮਨੋਂ ਹੀ। ਅਤੇ ਕਦੇ ਸੋਚਿਆ ਵੀ ਨਹੀਂ ਸੀਗਾ ਕਿ ਮੈਂ ਰਾਜਨੀਤੀ 'ਚ ਆਉਣਾ ਜਾਂ ਰਾਜਨੀਤੀ 'ਚ ਅੱਗੇ ਵਧਣਾ। ਰੱਬ ਨੇ ਸਬੱਬ ਬਣਾਏ, ਔਰ ਸਬੱਬ ਅਜਿਹੇ ਬਣਾਏ ਕਿ 2 ਵਾਰਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੋਕਾਂ ਨੇ ਮਾਣ ਸਤਿਕਾਰ ਦੇ ਕੇ MLA ਬਣਾ ਕੇ ਭੇਜਿਆ, ਔਰ ਅੱਜ ਵੀ ਬਹੁਤ ਵੱਡਾ ਮਾਣ ਸਤਿਕਾਰ ਜਿਹੜੇ ਸੰਗਤ ਝੋਲੀ 'ਚ ਪਾਉਂਦੀ ਹੈ। ਅਤੇ ਜੇ ਮੇਰੇ ਵਰਗੇ ਨੂੰ, ਜਿਹਨੇ ਕਦੇ ਸੋਚਿਆ ਹੀ ਨਹੀਂ ਸੀਗਾ, ਜਿਹਦੀ ਸੋਚ ਹੀ ਨਹੀਂ ਸੀ, ਉਹਨੂੰ ਐਡੀਆਂ ਵੱਡੀਆਂ ਵਡਿਆਈਆਂ ਮਿਲ ਸਕਦੀਆਂ, ਮਾਣ ਸਨਮਾਨ ਮਿਲ ਸਕਦੇ ਹੈ, ਅਤੇ ਯਾਰ ਜਿਹਦੇ ਕਰਮਾਂ 'ਚ ਉਹ ਸਤਿਗੁਰੂ ਦੇ ਦੂ। ਕਿਉਂ ਸਾਜ਼ਿਸ਼ਾਂ ਰਚਦੇ ਹੈ? ਕਿਉਂ ਗੰਦੀ ਰਾਜਨੀਤੀ ਕਰਦੇ ਹੈ? ਕਿਉਂ ਕੌਮ ਦੇ ਵਿੱਚ ਵੰਡੀਆਂ ਪਾ ਕੇ ਕੌਮ ਨੂੰ ਕਮਜ਼ੋਰ ਕਰਦੇ ਹੈ? ਇਕੱਠੇ ਹੋ ਜਾਓ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਇਕੱਠੇ ਹੋ ਜਾਓ, ਉੱਥੇ ਬਹਿ ਕੇ ਕਰੋ, ਉੱਥੇ ਫੈਸਲਾ ਕਰੋ। ਮੈਂ ਦੇਖਦਾ ਰਿਹਾ ਕਿ ਜਿੰਨੇ ਅਕਾਲੀ ਮੋਰਚੇ ਲੱਗੇ, ਉਹਨਾਂ ਦੇ ਵਿੱਚ ਵੀ ਹਰੇਕ ਸੰਪਰਦਾ ਦਾ, ਹਰੇਕ ਧਿਰ ਦਾ ਬੜਾ ਵੱਡਾ ਰੋਲ ਰਿਹਾ। ਪਰ ਜਿਹੜਾ 1982 'ਚ ਧਰਮ ਯੁੱਧ ਮੋਰਚਾ ਲੱਗਾ ਸੀਗਾ, ਜਿਸ ਤਰ੍ਹਾਂ ਦਾ ਵਰਤਾਰਾ ਉੱਥੇ ਵਾਪਰਿਆ, ਉੱਥੇ ਉਦਾਸੀ ਵੀ, ਨਿਰਮਲੇ ਵੀ, ਭਾਵੇਂ ਜਿਹੜੇ ਸਿੱਖ ਸਮਾਜ ਦਾ ਅੰਗ ਨੇ, ਸਿੱਖ ਕੌਮ ਦਾ ਅੰਗ ਨੇ, ਅਤੇ ਜਿਨ੍ਹਾਂ ਨੇ ਕਦੀ ਕੋਈ ਸ਼ਮੂਲੀਅਤ ਨਹੀਂ ਸੀ ਕੀਤੀ, ਉਹ ਵੀ ਲੋਕ ਜਿਹੜੇ ਆਣ ਕੇ ਉਸ ਮੋਰਚੇ ਦੇ ਵਿੱਚ ਸ਼ਾਮਲ ਹੁੰਦੇ ਰਹੇ ਸੀਗੇ। ਅਤੇ ਅੱਜ ਅਜਿਹੀ ਫਿਰ ਭੌਂ ਕੇ ਲੋੜ ਆ। ਲੜਾਈ ਸਾਡੀ ਜਿਹੜੀ ਆ ਅਜਿਹੀਆਂ ਸ਼ਕਤੀਆਂ ਦੇ ਨਾਲ ਆ ਜਿਹੜੀਆਂ ਬੜੀਆਂ ਬਲਵਾਨ ਨੇ, ਔਰ ਅਸੀਂ ਉਹਨਾਂ ਦਾ ਇਕਮੁੱਠ ਹੋ ਕੇ, ਇੱਕ ਹੋ ਕੇ ਉਹਨਾਂ ਦਾ ਮੁਕਾਬਲਾ ਕਰਨ ਦੀ ਥਾਂ 'ਤੇ ਆਪਸ ਵਿੱਚ ਵੰਡੀਆਂ ਪਾਉਣ ਡੇ ਆ, ਕੁੱਕੜ ਖੇਹ ਉਡਾਉਣ ਡੇ ਆ, ਅਤੇ ਉਹ ਨਹੀਂ ਹੋਣੀ ਚਾਹੀਦੀ। ਸਾਡੀ ਤਾਂ ਇਹੀ ਬੇਨਤੀ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਵਿਰਸਾ ਸਿੰਘ ਜੀ ਵਲਟੋਹਾ, ਬਾਬਾ ਜਰਨੈਲ ਸਿੰਘ ਜੀ ਦੇ ਨਾਲ ਲੰਮਾ ਸਮਾਂ ਨਾਲ ਵਿਚਰੇ ਨੇ। ਅਖੀਰ ਤੱਕ ਜਿਹੜਾ ਹੈਗਾ ਉਹ ਧਰਮ ਯੁੱਧ ਮੋਰਚੇ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਨੇ ਅਤੇ ਨਾਲ ਰਹੇ ਨੇ। ਜਦੋਂ ਤੱਕ ਗੋਲੀ ਸਿੱਕਾ ਨਹੀਂ ਮੁੱਕ ਗਿਆ, ਜਦੋਂ ਤੱਕ ਫੌਜ ਨੇ ਬਕਾਇਦਾ ਆ ਕੇ ਇਹਨਾਂ ਨੂੰ ਅਰੈਸਟ ਨਹੀਂ ਕਰ ਲਿਆ, ਫੜ ਨਹੀਂ ਰਿਹਾ, ਉਦੋਂ ਤੱਕ ਇਹਨਾਂ ਨੇ ਆਪਦੀ ਉੱਥੇ ਜ਼ਿੰਮੇਵਾਰੀ ਨਿਭਾਈ ਆ। ਬਾਬਾ ਜਰਨੈਲ ਸਿੰਘ ਜੀ ਦੇ ਨਾਲ ਵਿਚਰਨਾ ਅੱਜ ਵੀ ਉਹ ਪਲ ਯਾਦ ਕਰਦੇ ਨੇ, ਕਹਿੰਦੇ ਨੇ, ਸੋਚਦੇ ਨੇ ਵੀ ਕਿਤੇ ਉਹ ਦੁਬਾਰਾ ਫੇਰ ਉਹੀ ਸਮਾਂ ਬਣ ਜਾਵੇ। ਉੱਦਾਂ ਹੀ ਬਾਬਾ ਜਰਨੈਲ ਸਿੰਘ ਜੀ ਹੁਣ ਜਿਵੇਂ ਰੋਜ਼ਾਨਾ ਉਹਨਾਂ ਨੂੰ ਜਾ ਕੇ ਮਿਲਣਾ, ਜਿਹੜਾ ਉਹ ਆਨੰਦ ਸੀ, ਕਿਤੇ ਵਾਪਸ ਆ ਜਾਵੇ ਤਾਂ ਬਹੁਤ ਵਧੀਆ ਹੋ ਸਕਦਾ ਹੈ। ਅੱਜ ਵੀ ਸਫਾਂ ਦੇ ਵਿੱਚ ਵਿਚਰਦੇ ਨੇ, ਅੱਜ ਵੀ ਗੁਰਮਤਿ ਦਾ ਪ੍ਰਚਾਰ ਕਰਦੇ ਨੇ। ਅੱਜ ਵੀ ਜਿਵੇਂ ਇਹਨਾਂ ਦਾ ਕਹਿਣਾ, ਮੈਂ ਨਫ਼ਰਤ ਕਰਦਾ ਸੀ ਰਾਜਨੀਤੀ ਦੇ ਨਾਲ, ਅੱਜ ਵੀ ਰਾਜਨੀਤਿਕ ਤੌਰ ਦੇ ਉੱਪਰ ਸੋਚਦੇ ਨੇ ਵੀ ਕੁਝ ਚੰਗਾ ਹੋਵੇ। ਚੰਗਾ ਤਾਂ ਹੋਏਗਾ ਜੇ ਏਕਤਾ ਹੋਏਗੀ, ਏਕੇ ਦੇ ਵਿੱਚ ਰਿਹਾ ਜਾਏਗਾ। ਤੁਸੀਂ ਦੇਖ ਰਹੇ ਹੋ ਸੁਰਖਾਬ TV, ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ।